ਜਿਨ੍ਹਾਂ ਨੇ ਬੇਸਹਾਰਿਆਂ ਦਾ ਸਹਾਰਾ ਬਣ ਕੇ ਸਮਾਜ ਵਿੱਚ ਸਦੀਆਂ ਤੋਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਦੇ ਖਾਤਮੇ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਕੇ ਸਮਾਜ ਵਿੱਚ ਬਣਦਾ ਹੱਕ ਦਿਵਾਇਆ। ਡਾਕਟਰ ਅੰਬੇਦਕਰ ਇੱਕ ਬੜੇ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਨ, ਬਟ ਆਪਣੀ ਕਮਿਟਮੈਂਟ ਦੇ ਨਾਲ ਹਾਜ਼ਰ ਮਾਨਯੋਗ ਮੁੱਖ ਸਕੱਤਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ 2 ਸ਼ਬਦ ਕਹਿਣ। ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੇ ਸਮਾਗਮ ਤੇ ਮੁੱਖ ਮੰਤਰੀ ਸਾਹਿਬ, ਸਮੂਹ ਕੈਬਨਿਟ ਮੰਤਰੀ ਸਾਹਿਬਾਨ, MLA ਸਾਹਿਬਾਨ, ਸਮੂਹ ਪੰਜਾਬੀਆਂ ਨੂੰ ਮੈਂ ਵਧਾਈ ਦਿੰਦੀ ਹਾਂ। ਭੀਮਰਾਓ ਅੰਬੇਦਕਰ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹੋਏ ਪੂਰੀ ਮਨੁੱਖਤਾ ਨੂੰ ਬਰਾਬਰਤਾ ਤੇ ਅਧਿਕਾਰ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੇ ਤਹਿਤ ਅਨੁਸੂਚਿਤ ਜਾਤੀਆਂ ਦੇ ਸਰਬਪੱਖੀ ਵਿਕਾਸ ਲਈ ਸਿੱਧੇ ਤੌਰ ਤੇ ਲਗਭਗ 900 ਕਰੋੜ ਰੁਪਏ ਪਿਛਲੇ ਵਰੇ ਖਰਚ ਕੀਤੇ ਗਏ ਅਤੇ ਚਾਲੂ ਵਿੱਤੀ ਸਾਲ ਵਿੱਚ ਇਸ ਵਿੱਚ 1.5 ਗੁਣਾ ਵਾਧਾ ਕਰਦੇ ਹੋਏ ਲਗਭਗ 350 ਕਰੋੜ ਰੁਪਏ ਦੀ ਰਾਸ਼ੀ ਦਾ ਉਪਬੰਧ ਕੀਤਾ ਗਿਆ ਹੈ। ਇਸ ਤਹਿਤ ਵੱਖ-ਵੱਖ ਸਕੀਮਾਂ ਰਾਹੀਂ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਅੰਤਰਜਾਤੀ ਵਿਆਹ ਨੂੰ बढ़ावा देना, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਪਹਿਲੀ ਜਮਾਤ ਤੋਂ PhD ਤੱਕ ਦੀ ਪੜ੍ਹਾਈ ਲਈ ਵਜ਼ੀਫੇ ਦੇਣਾ, ਮੁਫਤ ਪਾਠ ਪੁਸਤਕਾਂ ਮੁਹੱਈਆ ਕਰਾਉਣੀਆਂ, ਘੱਟ ਵਿਆਜ ਦਰ ਤੇ ਕਰਜ਼ੇ ਮੁਹੱਈਆ ਕਰਕੇ ਅਨੁਸੂਚਿਤ ਜਾਤੀ ਦੇ ਬੇਰੁਜ਼ਗਾਰਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਾਉਣਾ, 50% ਤੋਂ ਵੱਧ ਅਨੁਸੂਚਿਤ ਜਾਤੀ ਦੀ ਵਸੋਂ ਵਾਲੇ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਾਉਣਾ, ਗਰੀਬ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਦੇ ਵਿਆਹ ਤੇ ਆਸ਼ੀਰਵਾਦ ਸਕੀਮ ਤਹਿਤ ਸ਼ਗਨ ਦੀ ਰਾਸ਼ੀ ਦੇਣਾ ਆਦਿ ਸ਼ਾਮਲ ਹਨ। ਮੈਨੂੰ ਪੂਰੀ ਆਸ ਹੈ ਕਿ ਜੋ ਰਸਤਾ ਬਾਬਾ ਸਾਹਿਬ ਵੱਲੋਂ ਦਿਖਾਇਆ ਗਿਆ ਹੈ, ਜਿਸ ਵਿੱਚ ਉਹਨਾਂ ਵੱਲੋਂ ਸਮੂਹ ਵਰਗਾਂ ਲਈ ਸਮਾਜਿਕ ਨਿਆਂ ਅਤੇ ਬਰਾਬਰਤਾ ਦੇ ਹੱਕ ਦੀ ਗੱਲ ਕੀਤੀ ਹੈ, ਉਸ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਣ ਲਈ ਬੇਨਤੀ ਕਰਾਂਗਾ ਕਿ ਉਹ 2 ਸ਼ਬਦ ਬੋਲੇ। ਮਹਾਰਾਜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ। ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ 130ਵਾਂ ਜਨਮ ਦਿਨ ਅਸੀਂ ਮਨਾ ਰਹੇ ਹਾਂ। ਤੁਹਾਡੀ ਰਹਿਨਮਾਈ ਹੇਠ CM ਸਾਹਿਬ ਔਰ ਮੰਚ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਔਰ ਬਹੁਤ ਹੀ ਸਤਿਕਾਰਯੋਗ ਚੌਧਰੀ ਸੰਤੋਖ ਸਿੰਘ ਜੀ, ਮੈਂਬਰ ਪਾਰਲੀਮੈਂਟ, ਸਾਰਥ ਚਰਨਜੀਤ ਸਿੰਘ ਚੰਨੀ ਜੀ, ਟੈਕਨੀਕਲ ਮਿਨਿਸਟਰ श्रीमती अरुणा चौधरी जी, मंत्री सोशल सिक्योरिटी पंजाब, बहुत ही सत्कारयोग श्री अजैब सिंह भट्टी जी, डिप्टी स्पीकर साहब, मेरे नाल तृप्त रजिंदर बाजवा जी बैठे ने, मिनिस्टर साहब, और अज का जो खुशी का दिहाड़ा जो पंजाब सरकार मनाउण जा रही है और इनू जिन्ने भी सारे MLA साहबान, मिनिस्टर साहबान और पंजाब तो बाहर वसदे सारे ही इस दलितां दे मसीहे भीमराव अंबेदकर साहब का सत्कार करने वाले सारे साथियों को मैं अपने दिल दीयां गहराइयां चों ਵਧਾਈ देनी चाहता हाँ और अरदास करदा कि परमात्मा सानू सारिਆਂ ਨੂੰ ਉਹਨਾਂ ਦੇ ਦਰਸਾਏ ਹੋਏ ਪੂਰਿਆਂ ਤੇ ਚੱਲਣ ਦੀ ਜਾਂਚ ਆ ਜਾਏ और ਜਿਨ੍ਹਾਂ ਨੇ ਸਾਰੀ ਜ਼ਿੰਦਗੀ CM ਸਾਹਿਬ ਦਲਿਤਾਂ ਲਈ ਸਾਰੀ ਜ਼ਿੰਦਗੀ ਲਗਾ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਦਲਿਤਾਂ ਦੇ दुख की हन, दलितां नूं की जोखम उठाने पैंदे हन और उदों है जदों डॉक्टर
डॉक्टर भीमराव अंबेडकर साहब एक गरीब परिवार चों उठ के, अज मैं सवेरे टेलीविजन ते सुन रहा सी, सीएम साहब और इन्नी एक दूजे तो घिरना सी कि डॉक्टर साहब जदों पढ़न जाते सी अपनी बोरी घरों लिजा के स्कूल के बरांडे च बैठते सी और टीचर साहबान उन्होंने पूरी क्लास च नहीं सी बैठन देंदे, इन्ना वितकरा सी। और जदों मैं सवेरे सुनिया रोंगटे खड़े हो गए और वो हीरा इन्ना चमकिया, वो मिट्टी च पिया भी चमके दुनिया का चानर मनारा बनया। देश की आज़ादी तो बाद मैं समझदा कि उदों की सरकार ने, पार्टी ने उन्होंने जो काम सौंपया बड़ी दृढ़ता दे नाल उन्होंने अज भारत का संविधान का निर्माता कहने उन्होंने और पूरे अख्तियार दिते गए उस वेले की सरकार ने कि तुसी दलितां चों हो, इन्हां नूं की तुसी सहूलतां दे सकते हो। और मैं अज नमस्कार करना चाहता उन्होंने चरणों में बाबा साहब दे, जे अज मेरे वर्गा बंदा कोई मंत्री बनया बैठा है, अरुणा चौधरी वर्गी भैन साडी मिनिस्टर बनी बैठी है, ते बाबा अंबेडकर साहब दे किरपा करके होया है। और उदों की सरकार जिन्हां ने ये अलंबरदारी सारी डॉक्टर भीमराव साहब नूं दित्ती, अज 25% जो रिजर्वेशन है, जो भी सानू सुविधा दलितां नूं मिल रही है, डॉक्टर साहब दे करके मिल रही है। मैं समझदा कि ऐसे योधे सूरवीर जिहड़े निर्माता और एक लकीर कट के एक वखरे दबले कुचले लोगों नूं एडा वड्डा महान स्थान दवा के गए ने। मैं समझदा कि उन्हां ते एक बहुत वड्डी गुरुआं दा थापड़ा सी और वख-वख समय ते गुरुआं पीरां ने भी गरीबां नूं उत्ते चुकण दी गल कीती है। सो सीएम साहब मैं एक गल कहनी चाहुंदा कि बड़े लोग हुकूमतां चाहुंदे ने, बड़े बड़े वादे करते ने, बड़ियां बड़ियां गल्लां करते ने, जदों वोटां लैणियां हुंदियां ने उदों दलित याद आउंदे ने सारियां नूं। पर मैं समझदा कि सरकार बनन तो बाद मैं बड़ियां सरकारां देखियां ने, सरकार बनन तो बाद वतीरा कुछ होर ही हो जांदा दलितां प्रति। पर इस गल दी मैं जिथे अपने आप नूं मान समझदा उत्थे तुहानूं वधाई देनी चाहुंदा कि तुसी भावें 2002 च सरकार बनी, भावें हुण 17 च बनी, जिन्ना दलितां लई तुसी सोचदे हो, जिन्नी ठरमे दे नाल सोच के उन्हां ते अमल करने की कोशिश करदे हो, शायद कोई हिंदुस्तान का मुख्यमंत्री दलितां प्रति इन्ना मसीहा बनता है। और मैं तुहानूं दसना चाहुंदा 2002 विच तुहाडी सरकार बनी, आ शगन स्कीम गरीब धीआं जिहदी धी है उन्होंने पता होंदा किवें विआह करना है। 6,000 रुपया उदों शगन स्कीम सी, आशीर्वाद स्कीम। तुसी होए आउंदे साल तुहाडा दिल पिघलिया, उस गरीब दी धी ते 15,000 रुपए का आशीर्वाद दिता, तुसी 9,000 वधा के। समय समय ते जो बनदे हक तुसी उदों दिते, उस तो बाद जिवें सियाणे कहंदे ने गल्लां करन सिखालियां, औखे पालणे बोल। सीएम साहब 10 साल इत्थे सरकार हो भी रही, बीजेपी ते अकाली दल दी गल्लां बड़ियां मारदे ने, असीं एससी लई आ कर दांगे, दलितां लई आ कर दांगे। तुसी 15,000 रुपया गरीब दी धी ते सिर हत्थे रख के गए सी, 10 साल च काणी कौडी 1 रुपया नहीं वधाया, उही 15,000 रहा। और लोग कहते ने अहमद शाह अब्दाली तो बाद जे कोई लुटण वाला वड्डा टोला आया,
10 ਸਾਲ बीजेपी ਤੇ ਅਕਾਲੀ ਦਲ ਦੀ ਸਰਕਾਰ ਆਈ ਸੀ, ਪਰ ਗਰੀਬਾਂ ਦੇ ਸਿਰ ਤੇ ਕੋਈ ਹੱਥ ਨਹੀਂ ਰੱਖਿਆ। ਔਰ ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਆਉਂਦੇ ਸਾਰ ਉਸ 15 ਨੂੰ 2017 ਚ ਮੁੱਖ ਮੰਤਰੀ ਬਣੇ, ਆਉਂਦੇ ਸਾਰ 15,000 ਤੋਂ 21,000 ਰੁਪਇਆ 6,000 ਰੁਪਇਆ ਕੀਤਾ। ਔਰ ਇੱਥੇ ਹੀ ਬਸ ਨਹੀਂ, ਜੋ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕਿਹਾ ਸੀ, ਅੱਜ 51,000 ਰੁਪਇਆ ਗਰੀਬ ਦੀ ਧੀ ਤੇ ਸਿਰ ਤੇ ਆਸ਼ੀਰਵਾਦ ਦਾ ਹੱਥ ਰੱਖਿਆ। ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ। ਇੱਥੇ ਹੀ ਬਸ ਨਹੀਂ, ਪਿੱਛੇ 50,000 ਦੇ ਕਰਜ਼ੇ ਗਰੀਬਾਂ ਤੇ, ਐਸੀ ਕਾਰਪੋਰੇਸ਼ਨ ਦਾ 52 ਕਰੋੜ ਰੁਪਈਆ ਤੁਸੀਂ ਉਹ ਗਰੀਬ ਦੀ ਜੇਬ ਚ ਪਾਇਆ, ਜਿਹੜਾ ਕਦੇ ਭਰ ਨਹੀਂ ਸੀ ਸਕਦਾ। ਛੋਟੀ ਗੱਲ ਨਹੀਂ ਹੈ। ਸੋ ਮੇਰੇ ਕਹਿਣ ਦਾ ਭਾਵ, ਆ ਸ਼ਗਨ ਸਕੀਮ ਆਪਣਾ ਸਕਾਲਰਸ਼ਿਪ ਚੱਲਦੀ ਹੈ, ਡਾਕਟਰ ਮਨਮੋਹਨ ਸਿੰਘ ਜੀ ਇਹਨੂੰ ਲੈ ਕੇ ਆਏ ਸੀ ਗਰੀਬਾਂ ਲਈ, ਕਾਂਗਰਸ ਦੇ ਪ੍ਰਧਾਨ ਮੰਤਰੀ। ਇਹ 2016-17 ਤੱਕ ਚੱਲੀ। ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਬੀਜੇਪੀ ਦੀ ਸਰਕਾਰ ਨੇ ਹੱਥ ਪਿੱਛੇ ਖਿੱਚ ਲਿਆ ਵੀ ਦਲਿਤਾਂ ਦੇ ਬੱਚੇ ਪੜ੍ਹਨ ਨਾ ਪੜ੍ਹਨ, ਅਸੀਂ ਕੋਈ ਇੱਕ ਪੈਸਾ ਨਹੀਂ ਦੇਣਾ। ਤੁਸੀਂ ਵਾਰ-ਵਾਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਿ ਸਾਡੇ 33% ਪੰਜਾਬ ਦੇ ਵਿੱਚ ਵਸੋਂ ਐਸੀ ਦਲਿਤਾਂ ਦੀ, ਇਹ ਜਿਹੜੀ ਸਕਾਲਰਸ਼ਿਪ ਆ ਚਾਲੂ ਕੀਤੀ ਜਾਏ, ਸਾਡੇ ਬੱਚੇ ਪੜ੍ਹਨ ਤੋਂ ਵਾਂਝੇ ਹੋ ਜਾਣਗੇ। ਪਰ ਉਹਨਾਂ ਨੇ ਇੱਕ ਨਹੀਂ ਸੁਣੀ। ਮੈਂ ਧੰਨਵਾਦੀ ਹਾਂ ਤੁਹਾਡਾ, ਤੁਸੀਂ ਆਪ ਮੋਹਰੀ ਬਣੇ। ਪੂਰੇ ਹਿੰਦੁਸਤਾਨ ਚ ਸਕਾਲਰਸ਼ਿਪ ਬੰਦ ਕਰ ਦਿੱਤੀ ਬੀਜੇਪੀ ਦੀ ਸਰਕਾਰ ਨੇ। ਤੁਸੀਂ ਫੈਸਲਾ ਲਿਆ ਵੱਡਾ ਕਿ ਜੇ ਤੁਸੀਂ ਛੱਡਤਾ, ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ, ਮੈਂ ਪੰਜਾਬ ਦਾ ਆਗੂ ਹਾਂ, ਮੈਂ ਆਪਣੇ ਦਲਿਤਾਂ ਦੀ ਪੜ੍ਹਾਈ ਨਹੀਂ ਰਹਿਣ ਦੇਣੀ। ਤੁਸੀਂ ਆਪਣੇ ਕੋਲੋਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਨਾਂ ਤੇ ਸਕਾਲਰਸ਼ਿਪ ਦੀ ਸਕੀਮ ਚਲਾਈ, ਔਰ ਉਹਦਾ ਅਸਰ ਕੀ ਹੋਇਆ? ਮੈਂ ਪਹਿਲਾਂ ਕਿਹਾ, ਗੱਲਾਂ ਹੀ ਕਰਨੀਆਂ ਬੜੀਆਂ ਸੌਖੀਆਂ ਨੇ, ਲੀਹ ਪਾਉਣੀ ਬੜੀ ਔਖੀ ਆ। ਪਹਿਲਾਂ ਬਲਦ ਹੁੰਦੇ ਸੀ, ਕਹਿੰਦਾ ਲੀਹ ਕੌਣ ਖਿੱਚਦਾ, ਉਦੋਂ ਬਾਅਦ ਤਾਂ ਸਾਰੇ ਹੀ ਚਲੇ ਜਾਂਦੇ ਆ। ਤੁਸੀਂ ਇਹ ਚਾਲੂ ਕੀਤੀ, ਮਹੀਨਾ ਨਹੀਂ ਲੰਘਿਆ, ਪਤਾ ਲੱਗ ਗਿਆ ਬੀਜੇਪੀ ਦੀ ਸਰਕਾਰ ਨੂੰ ਹਿੰਦੁਸਤਾਨ ਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਬਾਜੀ ਮਾਰ ਗਿਆ। ਉਹਨੇ ਤਾਂ ਆਪਣੀ ਚਾਲੂ ਕਰਤੀ ਸਕੀਮ। 1 ਮਹੀਨੇ ਬਾਅਦ ਉਹ ਤੁਹਾਡੀ ਲਾਈਨ ਤੇ ਆ ਕੇ ਚੱਲੇ ਨੇ, ਜਿਹਦੇ ਚ ਪਹਿਲਾਂ ਅਸੀਂ 10 ਪੈਸੇ ਦਿੰਦੇ ਸੀ, ਹੁਣ 40 ਪੈਸੇ ਸਟੇਟ ਸ਼ੇਅਰ ਪਾ ਕੇ ਅੱਜ ਪੂਰੇ ਹਿੰਦੁਸਤਾਨ ਚ ਅਗਰ ਜੇ ਸਕਾਲਰਸ਼ਿਪ ਚਾਲੂ ਹੋਈ ਆ, ਇਹਦਾ ਸਿਰਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਜਾਂਦਾ ਹੈ। ਇਹ ਛੋਟੀ ਗੱਲ ਨਹੀਂ। ਕਿਹੜੀ ਗੱਲ ਕਰੀਏ, ਤੁਸੀਂ ਹਰ ਸਮੇਂ ਤੇ ਦਲਿਤਾਂ ਦੇ ਆਗੂ ਬਣੇ ਹੋ। ਸੋ ਮੇਰੇ ਕਹਿਣ ਦਾ ਭਾਵ, ਇੱਕ ਮੈਂ ਬੇਨਤੀ ਕਰਾਂਗਾ, ਤੁਹਾਡੇ ਤੇ ਵੱਡੀਆਂ ਆਸਾਂ ਨੇ। ਸੀਐਮ ਸਾਹਿਬ, ਬਹੁਤ ਆਸਾਂ ਨੇ। ਤੁਸੀਂ ਖੁੱਲਾ ਦਿਲ ਦਿਖਾਇਆ ਹੈ। ਇੱਥੇ 85ਵੀਂ ਸੋਧ ਦੀ ਗੱਲ ਆਈ, ਬੜਾ ਰੋਇਆ ਕੰਮ ਸੀ। ਮੇਰੇ ਯਾਦ ਆ, ਕੈਬਨਿਟ ਦੇ ਵਿੱਚ ਤੁਸੀਂ ਸਾਡੇ ਨਾਲ ਰੱਬ ਵਾਂਗੂ ਖੜ ਗਏ। ਰੱਬ ਵਾਂਗੂ ਖੜ ਕੇ ਉਹ 85ਵੀਂ ਸੋਧ ਨੂੰ ਕੈਬਨਿਟ 'ਚ ਮਨਜ਼ੂਰੀ ਦਿੱਤੀ, ਵਿਧਾਨ ਸਭਾ 'ਚ ਮਨਜ਼ੂਰੀ ਹੋਈ, ਗਵਰਨਰ ਸਾਹਿਬ ਨੇ ਮਨਜ਼ੂਰੀ ਦਿੱਤੀ। ਔਰ ਮੈਨੂੰ ਇਸ ਗੱਲ ਦਾ ਤੁਹਾਨੂੰ ਮੇਰੀ ਬੇਨਤੀ ਹੈ, ਜਿੰਨਾ ਤੁਸੀਂ ਦਿਲੋਂ ਦਲਿਤ ਨੂੰ ਗੱਲ ਨਾਲ ਲਾਉਣਾ ਚਾਹੁੰਦੇ ਹੋ, ਥੋੜੀ ਜਿਹੀ ਕਿਤੇ ਨਾ ਕਿਤੇ ਇਹ ਜਿਹੜੀ 85ਵੀਂ ਸੋਧ ਹੈ ਨਾ, ਇਨ ਬਿਨ ਲਾਗੂ ਨਹੀਂ ਹੋਈ। ਇਨ ਬਿਨ ਲਾਗੂ ਨਹੀਂ ਹੋਈ। ਇਹ ਮੇਰੀ ਬੇਨਤੀ ਹੈ ਤੁਹਾਨੂੰ, ਅਗਰ ਤੁਸੀਂ ਨਾ ਕਰ ਸਕੇ, ਸਾਡੀਆਂ ਆਸਾਂ ਤੇ ਪਾਣੀ ਫਿਰ ਜਾਏਗਾ, ਫਿਰ ਕੋਈ ਹੋਰ ਨਹੀਂ ਕਰ ਸਕੇਗਾ। ਤੁਸੀਂ ਜਾਤੀਵਾਦ ਤੋਂ ਉੱਪਰ ਉੱਠੇ ਹੋ। ਤੁਹਾਡੇ ਕੋਲ ਜਾਤੀਵਾਦ ਨਹੀਂ ਹੈ, ਤੁਹਾਡੇ ਕੋਲ ਕੋਈ ਐਸੀ ਗੱਲ ਨਹੀਂ ਗਰੀਬ ਹੈ ਅਮੀਰ ਹੈ, ਤੁਸੀਂ ਖੁੱਲੇ ਦਿਲ ਨਾਲ ਕੀਤਾ ਹੈ। ਹਰ ਸਮੇਂ ਤੇ ਤੁਸੀਂ ਦਲਿਤ ਨਾਲ ਖੜੇ ਹੋ।
मैं तुहाडा दिलों धन्नवाद करदा। और अज उस मसीहा दे जन्म दिहाड़े ते 130वां जन्म दिहाड़ा है। ਇਹਦੇ ਤੇ ਮੈਨੂੰ ਆਸ ਤੁਹਾਡੇ ਤੇ ਕਰਦਾ ਕਿ ਜਿਵੇਂ ਪਹਿਲਾਂ ਤੁਸੀਂ ਸਾਡੇ ਨਾਲ ਖੜੇ ਹੋ, ਪੰਜਾਬ ਦੇ ਦਲਿਤਾਂ ਨਾਲ ਫੇਰ ਖੜੇ ਰਹੋਗੇ। ਸੋ ਬਹੁਤਾ ਨਾ ਕੁਛ ਕਹਿੰਦਾ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਕਿ ਰਾਜ ਕੁਮਾਰ ਵੇਰਕਾ ਜੀ ਸਾਡੇ ਐਮਐਲਏ ਸਾਹਿਬ ਉਹ ਚੰਦ ਸ਼ਬਦ ਕਹਿਣਗੇ। बाबा साहब अंबेडकर जी का अज पावन पवित्र जन्मदिन है। आज पूरा विश्व, पूरी दुनिया बाबा साहब अंबेडकर को नमन कर रही है। मैं धन्यवाद करता मुख्यमंत्री कैप्टन अमरिंदर सिंह जी का, कांग्रेस के प्रधान सुनील जाखड़ जी का, और अज असी सारे बाबा साहब अंबेडकर को याद कर रहे हैं। बहुत सारे लोग उन्होंने दलितां ने मसीहा करके जानते हैं, लेकिन वो किसानां दे भी मसीहा है, वो महिलावां दे भी मसीहा। और बाबा साहब अंबेडकर ने जिहड़ा अपने ओहदे तो अस्तीफा दिता है वो दलितां करके नहीं। जो महिलावां दे अधिकारां बारे बिल पार्लीमेंट दे विच उन्होंने पेश किया ते कुछ रूढ़ीवादी सोच दे लोगों ने उस बिल दे प्रति बहुत सारे ऑब्जेक्शन फाइल किए ते ओ महिलावां दे प्रति हक्कां दा बिल पास ना हुंदा वेख महिलावां दे सच्चे हमदर्द होने का सबूत देते हुए उन्होंने अपने पद तो अस्तीफा दिता है। एक जड़ी सोच पूरी दुनिया के अंदर जड़ी रूढ़ीवादी सोच सी, जिसनों कहते कि डोल गवार शुदर पशु नारी ये सब ताड़न के अधिकारी। बाबा साहब अंबेडकर ने कहा कि डोल गवार शुदर पशु नारी ये सब सत्कार दे अधिकारी, और महिलावां नूं पूरा अधिकार उन्होंने दिता। आज मैं देख रही है कि हर ऊंचे ओहदे की बनी हकदार बेटियां अब तो चला भी सकती है सरकार। बेटियां विनी महाजन तुहाडे सामने बैठी है, ये पंजाब की बेटी सरकार चला रही है। मैं धन्यवाद करदा मुख्यमंत्री जी तुहाडा, तुसीं महिलावां दे प्रति जिथे 50% आरक्षण तुसीं जिला परिषद ब्लाक समितियां कारपोरेशनां दे विच दिता है, उत्थे 100% बसां दे विच फ्री सफर, 33% नौकरियां दे विच जिहड़ा आरक्षण दिता है। ये साफ दर्शांदा है कि ये कैप्टन अमरिंदर सिंह की सोच बाबा साहब अंबेडकर की सोच है, और तुहाडी ये सोच का नतीजा है कि आज 130 करोड़ रुपए की लागत नाल बाबा साहब अंबेडकर के नाते यादगार बनन जा रही है। आज बाबा साहब अंबेडकर के नाते तुसी यूनिवर्सिटी बना रहे हो, बाबा साहब अंबेडकर के नाते तुसी कॉलेज बना रहे हो, बाबा साहब अंबेडकर के नाम के ऊपर तुसी बहुत सारी यूनिवर्सिटियों के अंदर चेयर स्थापित की है। ये तो दर्शाता है कि कैप्टन अमरिंदर सिंह जी की सोच बाबा साहब की सोच के प्रति बिल्कुल ईमानदार है। मैं धन्यवाद करदा मुख्यमंत्री जी। आज क्योंकि बाबा साहब अंबेडकर का दिन है, अगर मैं समाज दियां जड़ियां मुश्किल है उहदे प्रति तुहानू जानू ना करावां ते मैं समझना है कि मेरा इत्थे बैठना गैर वाजिब होएगा। मैं तुहानू बेनती करना चाहना, उन्हें जिक्र होया 85th अमेंडमेंट का, और 85th अमेंडमेंट जिहड़ी है मैनू पूरी उम्मीद है, क्योंकि मैं बहुता इनू विस्तार च गल्लां नहीं करांगा।
मैं ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਹੈਡ ਹੇਠ ਜਿੰਨੀਆਂ ਵੀ ਇਹ ਗਰੀਬ ਦਲਿਤਾਂ ਦੇ ਪ੍ਰਤੀ ਮੁਸ਼ਕਲਾਂ ਹੈ ਉਹਦੀ ਹਾਈ ਪਾਵਰ ਕਮੇਟੀ ਦਾ ਗਠਨ ਕਰੋ। ਸਕਾਲਰਸ਼ਿਪ ਦੀਆਂ ਬਹੁਤ ਸਾਰੀਆਂ ਅੜਚਨਾਂ ਅਜੇ ਵੀ ਬਾਕੀ ਹੈ ਜਿਹੜਾ ਕਿ ਬਹੁਤ ਸਾਰਾ ਰਿਵਿਊ ਕਰਨ ਦੀ ਅੱਜ ਵੀ ਜ਼ਰੂਰਤ ਹੈ। ਔਰ ਦੂਸਰੀ ਮੈਂ ਗੱਲ ਕਹਾਂਗਾ ਕਿ ਅੱਜ 36% ਪਾਪੂਲੇਸ਼ਨ ਦਲਿਤਾਂ ਦੀ ਪੰਜਾਬ ਦੇ ਵਿੱਚ ਹੈ ਤੇ ਜਿਹੜੀ ਲੈਂਡ ਹੋਲਡਿੰਗ ਹੈ ਉਹ ਸਿਰਫ 2% ਹੈ। ਔਰ ਉਹਦੀ ਵੀ ਜਿਹੜੀ ਹੈ ਉਹਨਾਂ ਦੇ ਵੀ ਮਾਲਕੀ ਦੇ ਜਿਹੜੇ ਹੱਕ ਹੈ ਉਹਨਾਂ ਦੇ ਵੀ ਜਿਹੜੇ ਡਾਕੂਮੈਂਟ ਹੈ ਉਹ ਪੂਰੇ ਨਾ ਹੋਣ ਕਰਕੇ ਬਹੁਤ ਸਾਰੀਆਂ ਕੋਰਟਾਂ ਦੇ ਫੈਸਲੇ ਆ ਰਹੇ ਹੈ ਔਰ ਜ਼ਮੀਨਾਂ ਦੇ ਹੱਕਾਂ ਤੋਂ ਉਹਨਾਂ ਨੂੰ ਵਾਂਝਾ ਕੀਤਾ ਜਾ ਰਿਹਾ। दूसरी मैं गल कहना चाहना कि बई ग्रुप डी और सी दियां जड़ियां नौकरियां बई जड़ा अमीर आदमी दियां नौकरियां वो ते सारियां पक्कियां रख लो, जड़े गरीब आदमियां दियां नौकरियां वो ठेके ते कर दो। ते मैनू बड़ी हैरानगी हुंदी है, मैनू बहुत सारे लोग कहते हैं कि जे गरीब दी नौकरी ठेके ते करन दे नाल कोई सरकार नूं बहुते पैसे मिलते हैं ते फिर डीसी और एसएसपी भी ठेके ते रख लेने चाहिए। सानू हैरानगी है इस गल की कि अज गरीबां दियां जिहड़ियां नौकरियां सी और डी इहनूं फौरी तौर ते ठेकेदारी सिस्टम खत्म करना चाहिए ताकि गरीब आदमी जिहड़ा है वो सरकारी नौकरी पा सके। अज गरीब आदमी नौकरियां तो वांझ है। दूसरी गल मैं कहना चाहना कि जिहड़े सफाई कर्मचारी है, सफाई कर्मचारियों दियां मुश्किलां सीएम साहब बड़े लंबे समय तो लटकदियां आ रही हैं, जिसनूं कहंदे कि सरहद पे जो दम तोड़े शहीद वो कहलाएं और गट्टों में दम जो तोड़े कोई पास भी ना आए। अज कूड़े दे ढेर ते गरीबां दियां लाशां हैं ते स्वच्छ भारत किद्दां कहलाएगा। मेरी तुहानूं बेनती है कि अज उन्हां नूं जिहड़े मिनिमम वेज मिल रहे हैं वो बहुत घट आ। हरियाणे दे विच सफाई कर्मचारी नूं मिनिमम वेज जिहड़े है वो 14,000 रुपया है, पंजाब दे विच सिर्फ 8,000 रुपया है। इनू रिव्यू करना चाहिए, इन्हां दियां मुश्किलां नूं देखा जाना चाहिए और खास करके जिहड़ियां गरीबां दियां नौकरियां इन्हां नूं ठेकेदारी सिस्टम चों बाहर करना चाहिए। मैं समझना कि तुहाडी दलेरी तुहाडी रहनुमाई दा ये गरीब आदमी नूं मैक्सिमम फायदा पहुंचना चाहिए। मैं उम्मीद करदा कि जिथे तुसीं बाबा साहब अंबेडकर दे पूर्णिया दे चलते हुए बाकी सारिया मुश्किलों को हल किया है, इस मुश्किल को भी हल करोगे। आज के दिन बाबा साहब अंबेडकर दे आज पावन पवित्र जन्म दिहाड़े की मैं सारे पंजाब वासियों को देश वासियों को बहुत बहुत शुभकामना देना। बहुत ही सत्कारयोग डिप्टी स्पीकर अजैब सिंह भट्टी जी कुछ कहेंगे। मानजो ठीक है, मानजो कैप्टन अमरिंदर सिंह जी जो पंजाब के बहुत ही हरमन प्यारे मुख्यमंत्री हैं, अज उन्हां दी सोच दे कारण जिस विलखण ढंग दे नाल अंबेडकर साहब जी का जन्म दिहाड़ा मनाउण दे लई उपराला किया गया। महाराज साहब इस गल का प्रमाण है कि बाबा साहब की सोच जिस ढंग दे नाल उन्हां हालातां विच उदों ते अज तक जिस तरह दलित और डिप्राइव्ड पीपल इस अपने वाजिब समाजिक आर्थिक पोलीटिकल रिलीजियस हकों तो वांझ रहे हैं, उन्हां नूं पूरा करन दे लई तुसीं तहैया कीता। और मैं तुहानूं अपने वल्लों अपने दलित समाज दे कल्ले कल्ले व्यक्ति वल्लों तुहानूं और तुहाडी सरकार दे सारे मानयोग मंत्री साहबान नूं मुबारकबाद दिंदा हां। मैं आस करदा हां कि अज दे इस दिहाड़े ते सानूं उस लीजेंडरी वर्सटाइल लर्नड परसनैलिटी दे जीवन तो कुछ ना कुछ सीख के परतना चाहिए। बाबा साहब 130 साल पहला
ਅਜਿਹੇ ਮਹਾਰ ਜਾਤੀ ਦੇ ਦਲਿਤ ਪਰਿਵਾਰ ਦੇ ਵਿੱਚ ਪੈਦਾ ਹੋਏ। ਉਹਨਾਂ ਦਾ ਪਰਿਵਾਰ ਫੌਜੀਆਂ ਦਾ ਪਰਿਵਾਰ ਕਰਕੇ ਜਾਣਿਆ ਸੀ। ਉਸ ਵੇਲੇ ਮਹਾਓ ਕੰਟੋਨਮੈਂਟ ਦੇ ਵਿੱਚ ਉਸਦੇ ਫਾਦਰ ਬਤੌਰ ਸੂਬੇਦਾਰ ਤਾਇਨਾਤ ਸੀ। ਤੇ ਇਹ ਦੱਸਣਾ ਵੀ ਮੈਂ ਵਾਜਬ ਸਮਝਦਾ ਹਾਂ ਕਿ ਉਹ ਆਪਣੇ 14 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਤੇ ਲਾਡਲਾ ਸੀ। ਔਰ ਜਦੋਂ ਬਾਬਾ ਸਾਹਿਬ ਆਪਣੇ ਕੁਝ ਸੁਰਤ ਸੰਭਾਲੀ ਤਾਂ ਉਹਨਾਂ ਨੂੰ ਸਕੂਲ ਭੇਜਣ ਦਾ ਉਹਨਾਂ ਦੇ ਪੇਰੈਂਟਸ ਨੇ ਉਪਰਾਲਾ ਕੀਤਾ। ਤਾਂ ਉਸ ਵੇਲੇ ਦੇ ਹਾਲਾਤਾਂ ਦੇ ਵਿੱਚ, ਉਸ ਵੇਲੇ ਦੇ ਜੋ ਸਮਾਜਿਕ ਪ੍ਰਤੀ ਸਥਿਤੀਆਂ ਸਨ, ਉਹਨਾਂ ਦਾ ਵਰਣਨ ਕਰਨਾ ਮੈਂ ਅੱਜ ਅਤੀ ਜ਼ਰੂਰੀ ਸਮਝਦਾ। ਉਸ ਵੇਲੇ ਸਮਾਜ ਦੇ ਵਿੱਚ ਜਾਤ ਪਾਤ, ਊਚ ਨੀਚ, ਆਰਥਿਕ ਨਾ ਬਰਾਬਰੀ ਨਾਂ ਦੀ ਚੀਜ਼ ਪ੍ਰਚਲਿਤ ਸੀ। ਔਰ ਬਾਬਾ ਸਾਹਿਬ ਜਦੋਂ ਸਕੂਲ ਗਏ ਤਾਂ ਉਹਨੂੰ ਇਹ ਹੱਕ ਨਹੀਂ ਸੀ ਕਿ ਉਹ ਆਪਣੇ ਸਕੂਲ ਦੇ ਸਾਥੀਆਂ ਦੇ ਨਾਲ ਬੈਠ ਕੇ ਆਪਣੀ ਐਜੂਕੇਸ਼ਨ ਹਾਸਲ ਕਰੇ। ਉਹਨੂੰ ਪਾਸੇ ਬਿਠਾਇਆ ਜਾਂਦਾ ਸੀ ਤੇ ਉਹਦੇ ਨਾਲ ਦੂਸਰਿਆਂ ਦਾ ਕੋਈ ਵਿਵਹਾਰ ਨਹੀਂ ਸੀ ਹੁੰਦਾ, ਕੋਈ ਲੈਣ ਦੇਣ ਨਹੀਂ ਸੀ ਹੁੰਦਾ। ਸਭ ਤੋਂ ਮਾੜੀ ਇਨਹਿਊਮਨ ਐਕਟੀਵਿਟੀ ਜਿਹੜੀ ਮੈਂ ਨੋਟ ਕੀਤੀ ਆ ਬਾਬਾ ਸਾਹਿਬ ਦੇ ਜੀਵਨ ਦੇ ਵਿੱਚ, ਅਗਰ ਬੱਚੇ ਨੂੰ ਸਕੂਲ ਦੇ ਵਿੱਚ ਪਾਣੀ ਪੀਣ ਦੀ ਲੋੜ ਪੈ ਜਾਵੇ ਤਾਂ ਉਹ ਉਸੇ ਸੋਰਸ ਤੋਂ ਪਾਣੀ ਨਹੀਂ ਸੀ ਪੀ ਸਕਦਾ ਜਿੱਥੋਂ ਕਿ ਸਕੂਲ ਦੇ ਬਾਕੀ ਬੱਚੇ ਪਾਣੀ ਪੀਂਦੇ ਸੀ। ਔਰ ਉਸ ਦੇ ਲਈ ਵੱਖਰੇ ਤੌਰ ਤੇ ਇੱਕ ਬੰਦਾ ਡੈਜ਼ਿਗਨੇਟ ਕੀਤਾ ਸੀ, ਉਹ ਵੀ ਸਕੂਲ ਦਾ ਪੀਐਨ ਸੀ ਤੇ ਬਾਈ ਸਬ ਕਾਸਟ ਅੰਬੇਦਕਰ ਸੀ। ਅੰਬੇਦਕਰ ਵੈਸੇ ਇਹਨਾਂ ਦੇ ਪਿੰਡ ਦਾ ਨਾਂ। ਅੰਬੇਦਕਰ ਬਹੁਤ ਉੱਚੀ ਥਾਂ ਤੋਂ ਪਾਣੀ ਪੀਂਦਾ ਸੀ ਤੇ ਇਹ ਪਾਣੀ ਪੀਂਦੇ ਸੀ। ਅਗਰ ਪਾਣੀ ਪੀਣਾ ਤਾਂ ਅੰਬੇਦਕਰ ਚਾਹੀਦਾ ਤੇ ਜੇ ਅੰਬੇਦਕਰ ਨਹੀਂ ਤਾਂ ਪਾਣੀ ਨਹੀਂ। ਬੱਚੇ ਨੂੰ ਸਾਰਾ ਦਿਨ ਪਿਆਸੇ ਮਰਨਾ ਸਕੂਲ ਦੇ ਵਿੱਚ ਪੈਂਦਾ ਸੀ। ਮਹਾਰਾਜ ਸਾਹਿਬ ਉਸ ਵੇਲੇ ਦੀ ਇੱਕ ਮੈਂ ਹੋਰ ਤੁਹਾਨੂੰ ਜਿਹੜੀ ਵਿਸ਼ੇਸ਼ ਗੱਲ ਦੱਸਣੀ ਚਾਹੁੰਦਾ ਉਹ ਇਹ ਹੈ ਕਿ ਜਦੋਂ ਇਸ ਬੱਚੇ ਨੂੰ ਸਕੂਲ ਦੇ ਵਿੱਚ ਪੜ੍ਹਾਈ ਦੇ ਲਈ ਪਾਇਆ ਤਾਂ ਜਦੋਂ ਇਸ ਮਹਾਰ ਜਾਤੀ ਦੇ ਬੱਚੇ ਨੇ ਚੌਥੀ ਕਲਾਸ ਪਾਸ ਕੀਤੀ ਤਾਂ ਯਕੀਨ ਨਹੀਂ ਆਉਂਦਾ। ਅੱਜ ਕੱਲ੍ਹ ਸਾਡੇ ਸਾਰੇ ਦਲਿਤ ਭਰਾ ਬੈਠੇ ਆ ਇੱਥੇ, ਮੰਤਰੀ ਸਾਹਿਬਾਨ ਵੀ ਬੈਠੇ ਆ, ਹੋਰ ਵੀ ਪੜ੍ਹੀਆਂ ਲਿਖੀਆਂ ਸ਼ਖਸੀਅਤਾਂ ਬੈਠੀਆਂ, ਬਿਊਰੋਕਰੈਟ ਵੀ ਬੈਠੇ ਆ। ਤਾਂ ਚੌਥੀ ਜਮਾਤ ਜਦੋਂ ਇਹਨੇ ਪਾਸ ਕੀਤੀ ਤਾਂ ਮਹਾਰ ਜਾਤੀ ਦੇ ਲੋਕਾਂ ਨੇ ਇਹਨੂੰ ਸੈਲੀਬ੍ਰੇਟ ਕਰਨ ਦੇ ਲਈ ਇੱਕ ਮੇਲਾ ਲਾਇਆ ਤੇ ਉਹਦੇ ਵਿੱਚ ਬੱਲੇ ਬੱਲੇ ਹੋਈ ਕਿ ਮਹਾਰ ਜਾਤੀ ਦਾ ਇੱਕ ਬੱਚਾ ਚੌਥੀ ਜਮਾਤ ਪਾਸ ਕਰ ਗਿਆ। ਔਰ ਬਾਬੇ ਦੀ ਰਹਿਮਤ ਹੋਈ। ਉਹ ਦਿਨ ਤੋਂ ਬਾਅਦ ਇਹ ਲੋਕਾਂ ਦੀਆਂ, ਵੱਡੇ ਵਿਅਕਤੀਆਂ ਦੀਆਂ ਨਜ਼ਰਾਂ 'ਚ ਆਇਆ ਤਾਂ ਬਰੋਦਾ ਦੇ ਉਸ ਪ੍ਰਿੰਸਲੀ ਸਟੇਟ ਦੇ ਜਿਹੜੇ ਮਾਲਕ ਸੀ ਉਹਨਾਂ ਦੀ ਨਜ਼ਰ ਇਸ ਬੱਚੇ ਤੇ ਗਈ। ਉਹਨਾਂ ਨੇ ਇਸ ਬੱਚੇ ਨੇ ਉਹਨਾਂ ਨਾਲ ਸੰਪਰਕ ਕੀਤਾ। ਦੇ ਵਾਂਟਡ ਟੂ ਪ੍ਰਮੋਟ ਐਜੂਕੇਸ਼ਨ। ਉਹਨਾਂ ਨੇ 3 ਸਾਲ ਦੇ ਲਈ ਇਹਨੂੰ ਸਟਾਈਪੈਂਡ ਦੇ ਕੇ ਹਾਇਰ ਐਜੂਕੇਸ਼ਨ ਦੇ ਲਈ ਬਾਹਰ ਭੇਜਿਆ। ਜਦੋਂ ਬਾਬਾ ਸਾਹਿਬ ਨੇ ਆਪਣੀ ਸਕੂਲ ਐਜੂਕੇਸ਼ਨ ਪੂਰੀ ਕੀਤੀ ਤਾਂ ਉਸ ਵੇਲੇ ਬਾਬਾ ਸਾਹਿਬ 15 ਸਾਲ ਦੇ ਸੀ, ਜੋ ਦੱਸਦੇ ਆ ਇਤਿਹਾਸ ਦੱਸਦਾ। ਤਾਂ 15 ਸਾਲ ਦੀ ਉਮਰ ਤੇ ਦਾ 9 ਸਾਲ ਦੀ ਕੁੜੀ ਨਾਲ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇਹ ਆਪਣੀ ਹਾਇਰ ਐਜੂਕੇਸ਼ਨ ਲਈ ਇੰਗਲੈਂਡ, USA ਵਗੈਰਾ ਰਾਜਾਂ ਵਿੱਚ ਜਾ ਕੇ ਇਹਨੇ ਇਕਨੋਮਿਕਸ ਦੀ, ਪੋਲੀਟੀਕਲ ਸਾਇੰਸ ਦੀ, ਰਿਲੀਜਨ ਦੀ, ਲਾ ਦੀ, ਉਸ ਪੱਧਰ ਤੱਕ ਦੀ ਐਜੂਕੇਸ਼ਨ ਹਾਸਲ ਕੀਤੀ ਕਿ ਜਿਸ ਨੂੰ ਅੱਜ ਵੀ ਭਾਰਤ ਵਿੱਚ ਉਂਗਲਾਂ ਤੇ ਗਿਣਿਆ ਜਾਂਦਾ ਹੈ। ਇਹ ਇਤਿਹਾਸ ਦੱਸਦਾ ਹੈ ਕਿ ਹੀ ਵਾਸ ਦਾ ਫਸਟ ਇੰਡੀਅਨ who did doctorate in economics। ਤੇ ਜਦੋਂ ਆਇਆ ਤਾਂ ਉਸ ਨੇ ਤਹੀਆ ਕੀਤਾ ਕਿ ਇਸ ਭਾਰਤ ਦੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਦਾ ਰਾਜਨੀਤਿਕ, ਪੋਲੀਟੀਕਲ, ਸਮਾਜਿਕ ਵਖਰੇਵਾਂ ਹੈ, ਮੈਂ ਇਸ ਨੂੰ ਖਤਮ ਕਰਨ ਦੇ ਲਈ ਉਹਨੇ ਤਹੀਆ ਕੀਤਾ। ਉਹ ਦਿਨ ਤੋਂ ਬਾਅਦ ਬਾਬਾ ਸਾਹਿਬ ਨੇ ਇੱਕ ਦਿਨ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਦ੍ਰਿੜਤਾ ਦੇ ਨਾਲ ਜੋ ਵੀ ਉਹਨੇ ਆਪਣਾ ਟਾਰਗੇਟ ਫਿਕਸ ਕੀਤਾ ਉਸ ਨੂੰ ਪੂਰਾ ਕੀਤਾ।
ਔਰ ਅੱਜ ਸਾਰੇ ਇਸ ਦਲਿਤ ਪਰਸਨੈਲਿਟੀ ਦੇ ਨਾਲ ਜੁੜੇ ਹੋਏ ਵਿਅਕਤੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਆ ਤੇ ਬਾਕੀ ਲੋਕ ਵੀ ਇਹਨਾਂ ਦੇ ਸਟੈਚੂ ਥਾਂ ਥਾਂ ਤੇ ਲਾ ਕੇ ਪੂਜਾ ਕਰਦੇ ਆ। ਯੂਨੀਵਰਸਿਟੀਆਂ ਦੇ ਨਾਂ ਰੱਖਦੇ ਆ, ਸਕੂਲਾਂ ਦੇ ਨਾਂ ਰੱਖਦੇ ਆ, ਇਹਨਾਂ ਦੇ ਨਾਂ ਤੇ ਬੁੱਕਸ ਦਾ ਨਾਂ ਪਤਾ ਨਹੀਂ ਕਿੰਨੀਆਂ ਲੋਕਾਂ ਨੇ ਬੁੱਕਸ ਲੈ ਕੇ ਸਟਾਲਾਂ ਲਗਾਈਆਂ ਤਾਂ ਕਿ ਇਹਨਾਂ ਦੀ ਸੋਚ ਲੋਕਾਂ ਦੇ ਵਿੱਚ ਜਾਵੇ ਔਰ ਸਾਡੀ ਜਿਹੜੀ ਇਕਨੋਮਿਕ ਪੋਲੀਟੀਕਲ ਐਂਡ ਸੋਸ਼ਲ ਇਕੁਐਲਿਟੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸਿਵਲ ਲਿਬਰਟੀਜ਼ ਸਾਰਿਆਂ ਦੇ ਲਈ ਮੁਹੱਈਆ ਹੋਣ। ਇਸ ਤਰ੍ਹਾਂ ਦੀ ਸੋਚ ਫੈਲਾਉਣ ਦੇ ਲਈ ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਦਾ 1891 ਤੋਂ ਲੈ ਕੇ 1956 ਤੱਕ ਜਦੋਂ ਸੁਲਤਾ ਪਿਆ ਆਪਣੇ ਗੁਰੂ ਘਰ ਨੂੰ ਪਿਆਰਾ ਹੋ ਗਿਆ ਉਦੋਂ ਤੱਕ ਇੱਕ ਇੱਕ ਪਲ ਉਸਨੇ ਇਹਨਾਂ ਦਲਿਤਾਂ ਔਰ ਡਿਪਰਾਈਵਡ ਪੀਪਲ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਸਨ ਉਹਨਾਂ ਦੇ ਲਈ ਆਪਣਾ ਜੀਵਨ ਨਿਛਾਵਰ ਕੀਤਾ। ਬਾਬਾ ਸਾਹਿਬ ਦੇ ਇੱਕ ਚਾਨਣ ਮਨਾਰਾ ਸੀ ਸਾਡੇ ਦਲਿਤ ਸਮਾਜ ਦੇ ਲਈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਰਾਜਨੀਤਿਕ ਜੀਵਨ ਦੇ ਵਿੱਚ ਵੀ ਅਹਿਮ ਰੋਲ ਅਦਾ ਕਰਕੇ ਔਰ ਬਹੁਤ ਸਾਰਾ ਜਿਹੜਾ ਦਲਿਤ ਸਮਾਜ ਹੈ ਡਿਪਰਾਈਵਡ ਕਲਾਸਿਸ ਹੈ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਵੱਖ-ਵੱਖ ਖੇਤਰਾਂ ਦੇ ਵਿੱਚ ਭਾਈਵਾਲਤਾ ਪੈਦਾ ਕਰਨ ਦੇ ਵਾਸਤੇ ਉਹਨਾਂ ਨੇ ਰਿਜ਼ਰਵੇਸ਼ਨ ਔਰ ਪੂਨਾ ਪੈਕਟ ਦੇ ਤਹਿਤ ਉਹਨਾਂ ਨੇ ਇਹਨਾਂ ਨੂੰ ਰਿਜ਼ਰਵੇਸ਼ਨ ਲੈ ਕੇ ਦਿੱਤੀ। ਡਿਟੇਲ ਦੇ ਵਿੱਚ ਜਾਣਾ ਤਾਂ ਇਹਦਾ ਕੋਈ ਅੰਤ ਨਹੀਂ, ਬੜਾ ਲੰਬਾ ਚੌੜਾ ਇਤਿਹਾਸ ਹੈ ਔਰ ਇਹਨਾਂ ਦੇ ਬਾਰੇ ਇਕੱਲੇ ਸਬਜੈਕਟ ਤੇ ਕਿੰਨਾ ਕੁਝ ਵੀ ਕਿਹਾ ਜਾਵੇ ਉਹਨਾਂ ਥੋੜਾ ਹੈ। ਔਰ ਉਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਇੱਕ ਤਬਦੀਲੀ ਆਈ। ਸਾਡੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਅਸੀਂ ਵੀ ਕੁਝ ਕਰਨ ਦੀ ਸਮਰੱਥਾ ਰੱਖਦੇ ਹਾਂ ਔਰ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਇਹਨਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸੇ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਲੈਜਿਸਲੇਟਿਵ ਬੋਡੀਜ਼ ਹੈ ਚਾਹੇ ਵਿਧਾਨ ਸਭਾਵਾਂ ਪਾਰਲੀਮੈਂਟ ਹੈ ਜਾਂ ਦੂਜੀਆਂ ਬੋਡੀਜ਼ ਹੈ ਉਹਦੇ ਵਿੱਚ ਰਿਜ਼ਰਵੇਸ਼ਨ ਲੈ ਕੇ ਦਿੱਤੀ ਔਰ ਖਾਸ ਕਰਕੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦੇ ਇਸ ਗੱਲ ਦਾ ਸੁਪਨਾ ਵੀ ਨਹੀਂ ਲਿਆ ਸੀ ਉਹਨਾਂ ਨੂੰ ਉਸ ਗੱਲ ਦੇ ਕਾਬਿਲ ਬਣਾਇਆ ਤੇ ਆਪ ਵੀ ਇਹਨਾਂ ਨੇ ਭਾਰਤ ਦੇ ਪਹਿਲੇ ਲਾਅ ਮਿਨਿਸਟਰ ਹੋਣ ਦਾ ਮਾਣ ਹਾਸਲ ਕੀਤਾ। ਔਰ ਇਹ ਗੱਲ ਦੱਸੀਏ ਤੇ ਵਾਜਬ ਹੈ ਕਿ ਇਸਤਰੀਆਂ ਦੇ ਲਈ ਜਦੋਂ ਹਿੰਦੂ ਕੋਡ ਐਕਟ ਆਇਆ ਤਾਂ ਇਹਨਾਂ ਨੇ ਉਸ ਢੰਗ ਦਾ ਜਿਸ ਤਰ੍ਹਾਂ ਦਾ ਡਰਾਫਟ ਆਇਆ ਉਹਦਾ ਵਿਰੋਧ ਕੀਤਾ ਔਰ ਅਲਟੀਮੇਟਲੀ ਗਵਰਨਮੈਂਟ ਨੂੰ ਇਸ ਗੱਲ ਤੇ ਝੁਕਣਾ ਪਿਆ ਕਿ ਇਹਨਾਂ ਦੀ ਗੱਲ ਸੁਣੀ ਜਾਵੇ। ਤਾਂ ਇਹਨਾਂ ਨੇ ਲੇਡੀਜ਼ ਨੂੰ ਉਹਨਾਂ ਦੇ ਪੇਰੈਂਟਸ ਦੀ ਵਿਰਾਸਤ ਦੇ ਵਿੱਚੋਂ ਜੋ ਬਣਦਾ ਹੱਕ ਹੈ ਉਹ ਦਵਾ ਕੇ ਇੱਕ ਇਨਕਲਾਬੀ ਕੰਮ ਕੀਤਾ। ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਬਾਬਾ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਇੱਕ ਇੱਕ ਪਲ ਇਹਨਾਂ ਗਰੀਬਾਂ ਦੇ ਲਈ, ਇਹਨਾਂ ਦਲਿਤਾਂ ਦੇ ਲਈ ਔਰ ਜਿਹੜੇ ਲੋਕ ਵੰਚਿਤ ਸੀ ਚਾਹੇ ਉਹ ਕਰਮਚਾਰੀ ਸੀ ਚਾਹੇ ਉਹ ਮਜ਼ਦੂਰ ਸੀ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਉਹਨਾਂ ਨੂੰ ਉਸ ਦੇ ਕਾਬਿਲ ਬਣਾਇਆ। ਔਰ ਅੱਜ ਅਸੀਂ ਮਾਣ ਨਾਲ ਬਾਬਾ ਸਾਹਿਬ ਦਾ ਜਿਹੜਾ ਜੀਵਨ ਹੈ ਉਸ ਤੇ ਅਸੀਂ ਗੱਲ ਕਰਕੇ ਆਪਣਾ ਮਾਣ ਮਹਿਸੂਸ ਕਰਦੇ ਹਾਂ। ਬਾਬਾ ਸਾਹਿਬ ਦੇ ਉਸ ਵੇਲੇ ਦੀ ਇਸ ਡਿਸਪੈਰਿਟੀਜ਼ ਨੂੰ ਦੇਖਦੇ ਹੋਏ ਚਾਹਿਆ ਕਿ ਮੈਂ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਵੋ ਸਿੱਖ ਧਰਮ ਦੇ ਵਿੱਚੋਂ ਨੇ ਸੁਣਿਆ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹਾ ਧਰਮ ਵੀ ਪ੍ਰਚਲਿਤ ਹੈ ਜਿੱਥੇ ਲੋਕ ਹਰ ਇੱਕ ਇਨਸਾਨ ਨੂੰ ਬਰਾਬਰ ਸਮਝਦੇ ਆ ਜਿਹਦੀ ਖਾਤਰ ਉਹ ਸੰਘਰਸ਼ ਕਰ ਰਿਹਾ ਸੀ, ਸਟਰਗਲ ਕਰ ਰਿਹਾ ਸੀ। ਉਹ ਆਇਆ ਇੱਥੇ ਜਦੋਂ ਆ ਕੇ ਦੇਖਿਆ, ਪੜ੍ਹਿਆ, ਦੇਖਿਆ ਤੇ ਪ੍ਰੈਕਟੀਕਲ ਇਹ ਚੀਜ਼ ਉਹਨਾਂ ਦੇ ਧਿਆਨ ਵਿੱਚ ਆਈ ਕਿ ਡਿਸਪੈਰਿਟੀ ਇਸ ਧਰਮ ਦੇ ਵਿੱਚ ਵੀ ਬਹੁਤ ਹੈ। ਕਹਿਣਾ ਕੁਛ ਕਰਨਾ ਕੁਛ। ਅਫਸੋਸ ਇਸ ਗੱਲ ਦਾ ਕਿ ਖਾਲਸਾ ਦੇ 300 ਤੋਂ ਉੱਪਰ ਸਥਾਪਨਾ ਹੋਣ ਦੇ ਬਾਅਦ ਵੀ ਉਹ ਗੁਰੂ ਸਾਹਿਬਾਨ ਦੇ ਫਰਮਾਨ ਤੇ ਅੱਜ ਤੱਕ ਵੀ ਅਮਲ ਨਹੀਂ। ਜਾਤ ਪਾਤ, ਊਚ ਨੀਚ, ਧਾਰਮਿਕ ਸਥਾਨਾਂ ਦੇ ਵਿੱਚ ਐਂਟਰੀ
ਤੇ ਜਿਹੀਆਂ ਹੋਰ ਬਹੁਤ ਸਾਰੀਆਂ ਅਲਾਮਤਾਂ ਮਹਾਰਾਜ ਸਾਹਿਬ ਅੱਜ ਵੀ ਪ੍ਰਚਲਿਤ ਹੈ। ਉਹਨਾਂ ਨੂੰ ਦੂਰ ਕਰਨ ਦੇ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ। ਇੱਥੋਂ ਨਿਰਾਸ਼ ਹੋ ਕੇ ਪੰਜਾਬ ਤੋਂ ਜਦੋਂ ਉਹ ਵਾਪਸ ਗਿਆ ਤਾਂ ਮਜਬੂਰੀ 'ਚ ਉਹਨੂੰ ਬੁੱਧ ਧਰਮ ਅਪਣਾਉਣਾ ਪਿਆ, ਔਰ ਬੁੱਧ ਧਰਮ ਅਪਣਾ ਕੇ ਤੇ ਉਹਨੇ ਆਪਣੇ ਸੰਪਰਕ ਦੇ ਵਿੱਚ ਆਏ ਕਰੋੜਾਂ ਲੋਕਾਂ ਨੂੰ ਉਹਨੇ ਨਾਲ ਜੋੜਿਆ ਔਰ ਉਹਨਾਂ ਨੂੰ ਉਹ ਧਰਮ ਦੇ ਲਈ ਅਪਣਾਉਣ ਵਾਸਤੇ ਪ੍ਰੇਰਿਤ ਕੀਤਾ। ਮਹਾਰਾਜ ਸਾਹਿਬ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਨਿਤ ਨਹੀਂ ਹੁੰਦੇ, ਜਿਹਨੇ ਹਰ ਇੱਕ ਦੇ ਵਾਸਤੇ ਇਹ ਸੋਚਿਆ ਹੋਵੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ, ਆਤਮ ਨਿਰਭਰਤਾ ਲਈ, ਯੂਨੀਫਾਰਮਿਟੀ ਲਿਆਉਣ ਲਈ ਹਰ ਖੇਤਰ, ਚਾਹੇ ਐਜੂਕੇਸ਼ਨ ਹੋਵੇ, ਚਾਹੇ ਉਹਨਾਂ ਦੀ ਪ੍ਰੋਫੈਸ਼ਨ ਹੋਵੇ। ਤਾਂ ਇੰਨੇ ਜਿਹੜੇ ਇਨਕਲਾਬੀ ਸਟੈਪ ਬਾਬਾ ਸਾਹਿਬ ਨੇ ਆਪਣੇ ਜੀਵਨ 'ਚ ਇਸ ਮਨੁੱਖਤਾ ਲਈ, ਇਸ ਵਰਗ ਦੇ ਲੋਕਾਂ ਦੇ ਲਈ ਚੁੱਕੇ, ਉਹਨਾਂ ਦੀ ਸੋਚ ਸਦਕਾ ਅੱਜ ਅਸੀਂ ਲੋਕ ਇੱਥੇ ਇਸ ਥਾਵਾਂ ਤੇ ਪਹੁੰਚੇ ਹਾਂ। ਔਰ ਮੈਂ ਆਪਣੇ ਦਿਲੋਂ ਤੁਹਾਡਾ ਧੰਨਵਾਦ ਇਸ ਲਈ ਕਰਦਾ ਹਾਂ, ਕੋਈ ਮੈਂ ਚਾਪਲੂਸੀ ਨਹੀਂ ਕਰ ਰਿਹਾ, ਮੈਂ ਇਸ ਲਈ ਕਰ ਰਿਹਾ ਕਿ ਤੁਹਾਡੇ ਵਿੱਚ ਉਹਨਾਂ ਦੀ ਸੋਚ ਨੇ ਤੁਹਾਨੂੰ ਐਡਾ ਇਨਕਲਾਬੀ ਸਟੈਪ ਚੁੱਕਣ ਦੇ ਲਈ ਕਿਹਾ। ਔਰ ਅੱਜ ਸਾਡਾ ਸਮਾਜ ਅੱਜ ਦੀ ਇਸ ਐਕਟੀਵਿਟੀ ਨੂੰ ਦੇਖ ਕੇ ਮਹਿਸੂਸ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਦਲਿਤ ਔਰ ਬਾਕੀ ਡਿਪਰਾਈਵਡ ਲੋਕ ਸੇਫ ਹਨ। ਤਾਂ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦੀਆਂ ਜੋ ਮੇਰੇ ਸਾਥੀ ਮਿਨਿਸਟਰ ਸਾਹਿਬਾਨ ਨੇ ਜਿਹੜਿਆਂ ਤੋਂ ਇਹਨਾਂ ਨੂੰ ਹਾਲ ਤੱਕ ਵਾਂਝੇ ਰੱਖਿਆ ਗਿਆ, ਬੰਦ ਦੇ ਹੱਕ ਇਹਨਾਂ ਨੂੰ ਦੇਣ ਤੋਂ ਹਜੇ ਪ੍ਰਕਿਰਿਆ ਦੇ ਵਿੱਚ ਹੈ, ਉਹਨਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਔਰ ਜ਼ਿਆਦਾਤਰ ਲੋਕ ਇਕਨੋਮਿਕਲੀ ਕਮਜ਼ੋਰ ਹੈ, ਕਮਜ਼ੋਰ ਤਾਂ ਸਾਰੇ ਹੀ ਆ, ਜੋ ਜਿਹੜੇ ਸਾਡੇ ਕਿਸਾਨ ਵੀਰ ਹੈ ਉਹ ਵੀ ਸਰਹੱਦਾਂ ਤੇ ਬੈਠੇ ਇਸੇ ਗੱਲ ਦੀ। ਅਗਰ ਉਹਦਾ ਇਹ ਦਿੱਤਾ ਹੋਇਆ ਮੈਸੇਜ ਐਜੂਕੇਟ, ਐਜੀਟੇਟ ਐਂਡ ਆਰਗੇਨਾਈਜ਼ ਅਪਣਾਇਆ ਹੁੰਦਾ ਤਾਂ ਅੱਜ ਭਾਰਤ ਉਹ ਡਿਵੈਲਪਿੰਗ ਜਾਂ ਅੰਡਰ ਡਿਵੈਲਪਡ ਕੰਟਰੀ ਦੀ ਲਿਸਟ 'ਚ ਸ਼ਾਮਲ ਨਾ ਹੁੰਦਾ। ਕਿਸਾਨ ਆਪਣੇ ਤੌਰ ਤੇ ਦੁਖੀ, ਮਜ਼ਦੂਰ ਆਪਣੇ ਤੌਰ ਤੇ ਦੁਖੀ, ਬੇਰੁਜ਼ਗਾਰੀ ਸਿਰੇ ਦੀ, ਲੋਕਾਂ ਦੇ ਅੰਦਰ ਬਾਕੀ ਪਤਾ ਨਹੀਂ ਕਿੰਨੀਆਂ ਕਿੰਨੀਆਂ ਅਲਾਮਤਾਂ ਜਿਨ੍ਹਾਂ ਨੂੰ ਅਸੀਂ ਖਤਮ ਕਰਨ ਦੇ ਲਈ ਉਪਰਾਲੇ ਕਰ ਰਹੇ ਹਾਂ। ਤਾਂ ਮੈਂ ਮਹਾਰਾਜ ਸਾਹਿਬ ਇਹ ਗੱਲ ਤੁਹਾਡੇ ਸਨਮੁਖ ਪੇਸ਼ ਕਰਨੀ ਚਾਹੁੰਦਾ ਕਿ ਅੱਜ ਆਰਥਿਕ, ਸਮਾਜਿਕ ਔਰ ਪੋਲੀਟੀਕਲੀ ਬੇਸ਼ੱਕ ਸਾਨੂੰ ਕਿਤਨੀਆਂ ਵੀ ਸਹੂਲਤਾਂ ਦੇ ਦਿੱਤੀਆਂ, ਪਰ ਜਦ ਤੱਕ ਆਰਥਿਕ ਤੌਰ ਤੇ ਇਹ ਲੋਕ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ ਉਹਨਾਂ ਚਿਰ ਉਹਨਾਂ ਨੂੰ ਪੋਲੀਟੀਕਲ ਜਾਂ ਸੋਸ਼ਲ ਜਿਹੜੀ ਅਸੀਂ ਪਾਵਰ ਜਾਂ ਉਹਨਾਂ ਨੂੰ ਸਨਮਾਨ ਦਿੱਤਾ ਉਹ ਉਹਦੇ ਮਾਨੇ ਨਹੀਂ ਰੱਖਦਾ। ਮੇਰੇ ਸਾਥੀਆਂ ਨੇ ਕਿਹਾ ਕਿ ਜਦੋਂ ਭਰਤੀ ਕਰਦੇ ਹਾਂ ਅਸੀਂ ਬੇਰੁਜ਼ਗਾਰ, ਖਾਸ ਤੌਰ ਤੇ ਗਰੀਬ ਲੋਕ ਹੀ ਜਾਂਦੇ ਆ, ਕਿਸੇ ਨੂੰ ਕੰਟਰੈਕਟ ਦਾ ਕਹਿੰਦੇ ਆ, ਕਿਸੇ ਨੂੰ ਅਸੀਂ ਕਹਿੰਦੇ ਆ ਵੀ ਆਰਜੀ ਤੌਰ ਤੇ ਭਰਤੀ ਕਰਨਾ, ਤਾਂ ਬਹੁਤ ਹੀ ਨੋਮੀਨਲ ਅਮਾਊਂਟ ਉਹਨਾਂ ਨੂੰ ਉਹਨਾਂ ਦੇ ਕੰਮ ਵਾਲੇ ਮਹੀਨੇ ਦੀ ਦਿੱਤੀ ਜਾਂਦੀ ਹੈ। ਔਰ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਕੋਈ ਵਿਅਕਤੀ ਉਸ ਨਾਲ ਇੱਕ ਹਫ਼ਤੇ ਤੱਕ ਰੋਟੀ ਨਹੀਂ ਖਾ ਸਕਦਾ। ਔਰ ਮੈਂ ਬੇਨਤੀ ਕਰਾਂਗਾ ਕਿ ਤੁਹਾਡਾ ਜਿਸ ਤਰ੍ਹਾਂ ਦਾ ਸਿਸਟਮ ਹੈ ਇਸ ਦੇ ਵਿੱਚ ਇਸ ਨੂੰ ਸੋਧ ਕੇ ਇੱਕ ਅਜਿਹੀ ਇਨਕਲਾਬੀ ਸੋਚ ਉਹਨਾਂ ਦੇ ਵਿੱਚ ਭਰੀਏ ਕਿ ਉਹ ਇਹ ਸੋਚਣ ਕਿ ਸਾਨੂੰ ਖਾਣ ਨੂੰ, ਪੀਣ ਨੂੰ, ਰਹਿਣ ਨੂੰ, ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ, ਉਹਨਾਂ ਪਰਿਵਾਰਕ ਮੈਂਬਰਾਂ ਦੀ ਸਿਹਤ ਲਈ, ਉਹਨਾਂ ਦਾ ਅਲਾਮਤਾਂ ਦਾ ਸਾਹਮਣਾ ਕਰਨ ਲਈ ਤਿਆਰ ਹੋਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮਹਾਰਾਜ ਸਾਹਿਬ, ਜਿੱਥੇ ਮੈਂ ਤੁਹਾਨੂੰ ਅੱਜ ਦੇ ਇਸ ਮੁਬਾਰਕ ਦਿਹਾੜੇ ਤੇ ਤੁਹਾਨੂੰ ਮੁਬਾਰਕਬਾਦ ਦਿੰਦਾ, ਉੱਥੇ ਆਸ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਡਿਪਰਾਈਵਡ ਲੋਕਾਂ ਲਈ, ਚਾਹੇ ਕੋਈ ਐਜੂਕੇਸ਼ਨ ਪਛੜਿਆ ਵਾ, ਕੋਈ ਆਰਥਿਕ ਤੌਰ ਤੇ ਪਛੜਿਆ ਵਾ, ਕੋਈ ਸਮਾਜਿਕ ਤੌਰ ਤੇ ਪਛੜਿਆ ਵਾ, ਚਾਹੇ ਕਾਨੂੰਨ ਦੇ ਵਿੱਚ ਬਹੁਤ ਕੁਝ ਆ ਪਰੰਤੂ ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ, ਫੀਲਡ ਦੇ ਵਿੱਚ ਕਾਫੀ ਕਮੀਆਂ ਆਉਂਦੀਆਂ, ਉਹਨਾਂ ਵੱਲ ਧਿਆਨ ਦੇ ਕੇ ਆਪਾਂ ਬਾਬਾ ਸਾਹਿਬ ਦੇ ਇਸ ਜਨਮ ਦਿਹਾੜੇ ਤੇ ਇਹ ਅਸੀਂ ਪਾਰਨ ਕਰੀਏ ਕਿ ਬਾਬਾ ਸਾਹਿਬ ਦੇ ਸੁਪਨਿਆਂ ਦਾ ਅਸੀਂ ਆਪਣਾ ਦੇਸ਼ ਅਸੀਂ ਬਣਾਈਏ ਔਰ ਇਹੀ ਉਹਨਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ
ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਦੇਸ਼ ਵਿਦੇਸ਼ ਵਿੱਚ ਔਰ ਪੰਜਾਬ ਵਿੱਚ ਸਾਰੇ ਸਾਥੀਆਂ ਦਾ, ਮੰਤਰੀ ਸਾਹਿਬਾਨ ਦਾ ਔਰ ਅਫੀਸਰ ਸਾਹਿਬਾਨ ਦਾ ਔਰ ਹੋਰ ਲੋਕਾਂ ਦਾ ਮੈਂ ਧੰਨਵਾਦ ਕਰਦਾ, ਮੁਬਾਰਕਬਾਦ ਦਿੰਦਾ ਔਰ ਉਚੇਚੇ ਤੌਰ 'ਤੇ ਮੈਂ ਤੁਹਾਡਾ ਅਤੀ ਰਿਣੀ ਹਾਂ ਜਿਸ ਤਰ੍ਹਾਂ ਦਾ ਸਟੈਪ ਤੁਸੀਂ ਲੈ ਕੇ ਬਾਬਾ ਸਾਹਿਬ ਦੀ ਸੋਚ ਨੂੰ ਸਾਡੇ ਦਲਿਤ ਪਰਿਵਾਰ ਦੇ ਲੀਡਰ ਸਾਹਿਬਾਨ ਦੀ ਮਦਦ ਦੇ ਨਾਲ ਮੈਸੇਜ ਦੇਣਾ ਚਾਹਿਆ। ਇਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਨਤੀਜੇ ਦੇਵੇਗਾ। ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀਮਤੀ ਅਰੁਣਾ ਚੌਧਰੀ ਜੀ, ਮੰਤਰੀ ਸੋਸ਼ਲ ਸਿਕਿਉਰਿਟੀ, ਆਪਣੇ ਵਿਚਾਰ ਰੱਖਣ। ऑनरेबल मुख्यमंत्री कैप्टन अमरिंदर सिंह जी, पीपीसीसी के प्रेजिडेंट सुनील जाखड़ जी, मेरे साथी साधु सिंह धर्मसोत जी, तृप्त राजेंद्र बाजवा जी और विधान सभा के स्पीकर अजैब सिंह भट्टी जी, कैबिनेट मंत्री चरणजीत सिंह चन्नी जी, मैंबर पार्लियामेंट संतोख सिंह जी और राजकुमार वेरका जी, राजकुमार ਚੱਬੇਵਾਲ जी और मेरे साथी सारे ही साथी ਜਿਹੜੇ ਇਸ BC ਰਾਹੀਂ ਸਾਨੂੰ ਸਾਡੇ ਨਾਲ ਜੁੜੇ ਹੋਏ ਨੇ। ਇਸ ਸਮਾਗਮ ਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਵਾਸਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਅੱਜ ਸਭ ਤੋਂ ਪਹਿਲੇ ਮੈਂ ਭਾਰਤ ਦੇ ਨਿਰਮਾਤਾ ਔਰ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੀ 130ਵੀਂ ਜਨਮ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਆ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਸੀ ਕਿ ਜੇਕਰ ਤੁਸੀਂ ਕਿਸੇ ਵੀ ਵਰਗ ਦਾ ਬਿਹਤਰੀ ਚਾਹੁੰਦੇ ਹੋ ਤੇ ਉਸ ਸਮਾਜ ਦੇ ਦਬੇ ਕੁਚਲੇ ਲੋਕ ਜਾਂ ਉੱਥੋਂ ਦਾ ਕਮਜ਼ੋਰ ਵਰਗ ਨੂੰ ਉੱਪਰ ਚੁੱਕਣਾ ਚਾਹੀਦਾ। ਐਸੀ ਉਹ ਸੋਚ, ਕਿਉਂਕਿ ਉਹ ਆਪ ਵੀ ਉਸ ਪਰਿਵਾਰ ਚੋਂ ਆਏ ਸੀ ਔਰ ਉਹਨਾਂ ਨੇ ਇਸੇ ਕੰਮ ਲਈ ਤੇ ਕੰਮ ਕਰਕੇ ਸਾਰੇ ਦੇਸ਼ ਨੂੰ ਇੱਕ ਮਾਲਾ ਦੇ ਵਿੱਚ ਪਰੋ ਦਿੱਤਾ। ਡਾਕਟਰ ਅੰਬੇਦਕਰ ਜੀ ਨੇ ਜਿੱਥੇ ਬਹੁਤ ਸਾਰਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਚੱਕਣ ਦਾ ਕੰਮ ਕੀਤਾ ਔਰ ਸੰਵਿਧਾਨ ਦੇ ਵਿੱਚ ਬਰਾਬਰੀ ਦਾ ਹੱਕ ਦਿੱਤਾ, ਉੱਥੇ ਉਹਨਾਂ ਦੀ ਸੋਚ ਸੀ ਕਿ ਸਮਾਜ ਦੇ ਵਿੱਚ ਜੇ ਤਰੱਕੀ ਨੂੰ ਨਾਪਣਾ ਹੈ ਤੇ ਸਮਾਜ ਦੀਆਂ ਔਰਤਾਂ ਦੀ ਤਰੱਕੀ ਤੋਂ ਹੀ ਅੰਦਾਜ਼ਾ ਲਗਾਉਣਾ ਚਾਹੀਦਾ ਹੈ। ਔਰਤਾਂ ਨੂੰ ਵਿਰਾਸਤੀ ਜਾਇਦਾਦ ਦੇ ਵਿੱਚ ਇਕੁਅਲ ਪ੍ਰੋਪਰਟੀ ਰਾਈਟਸ ਦੇਣ ਵਾਲੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਸੀਗੇ, ਜਿਨ੍ਹਾਂ ਨੇ ਅਸਲ ਮਾਨਿਆਂ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਇਹ ਆਜ਼ਾਦੀ ਜਿਹੜੀ ਹੈ, ਇਹ ਬਰਾਬਰੀ ਦਾ ਹੱਕ ਜਿਹੜਾ ਹੈ, ਇਹ ਔਰਤਾਂ ਨੂੰ ਦਿੱਤਾ। ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਕਨਸਟੀਟਿਊਸ਼ਨ ਦੀ ਧਾਰਾ 14, 15 and 16 ਦੇ ਵਿੱਚ ਪੁਰਸ਼ਾਂ ਦੇ ਬਰਾਬਰੀ ਦਾ ਹੱਕ ਔਰਤਾਂ ਨੂੰ ਦਿੱਤਾ। ਜਿੱਥੇ ਉਹ ਦਬੇ ਕੁਚਲੇ ਲੋਕਾਂ ਦੇ ਮਸੀਹਾ ਸੀ, ਉੱਥੇ ਔਰਤਾਂ ਵਾਸਤੇ ਵੀ ਉਹਨਾਂ ਦੇ ਉਥਾਨ ਦੇ ਵਾਸਤੇ, ਉਹਨਾਂ ਨੂੰ ਉੱਪਰ ਚੱਕਣ ਵਾਸਤੇ, ਉਹਨਾਂ ਨੂੰ ਬਰਾਬਰੀ ਦਾ ਹੱਕ ਦੇਣ ਵਾਸਤੇ ਉਹਨਾਂ ਨੇ ਬਹੁਤ ਉਪਰਾਲੇ ਕੀਤੇ। ਇਸ ਤੋਂ ਇਲਾਵਾ ਔਰਤਾਂ ਨੂੰ ਤਲਾਕ ਦਾ ਹੱਕ ਦੇਣ ਵਾਲੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਸੀਗੇ ਔਰ ਇਕੁਅਲ ਵਰਕ ਫॉर ਇਕੁਅਲ ਪੇ ਫॉर ਇਕੁਅਲ ਵਰਕ ਵੀ ਔਰਤਾਂ ਨੂੰ ਦਿਵਾਉਣ ਦਾ ਜਿਹੜਾ ਕ੍ਰੈਡਿਟ ਹੈ ਉਹ ਡਾਕਟਰ ਸਾਹਿਬ ਨੂੰ ਜਾਂਦਾ ਹੈ, ਤਾਂ ਕਿ ਉਹਨਾਂ ਦੀ ਮੰਨਣਾ ਸੀ ਕਿ ਔਰਤਾਂ ਆਰਥਿਕ ਰੂਪ ਤੇ ਮਜ਼ਬੂਤ ਹੋ ਕੇ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾ ਸਕਣ, ਆਪਣੀ ਥਾਂ ਸੁਰੱਖਿਅਤ ਕਰ ਸਕਣ। ਸਰ ਕੈਪਟਨ ਸਾਹਿਬ, ਜਿੱਥੇ ਭੀਮ ਰਾਓ ਅੰਬੇਦਕਰ ਜੀ ਨੇ ਦਬੇ ਕੁਚਲੇ ਲੋਕਾਂ ਵਾਸਤੇ ਔਰ ਔਰਤਾਂ ਨੂੰ ਬਰਾਬਰੀ ਦਾ ਹੱਕ, ਸਮਾਨਤਾ ਦਾ ਹੱਕ ਦੇਣ ਵਾਸਤੇ ਕੰਮ ਕੀਤਾ, ਉੱਥੇ ਤੁਹਾਡੀ ਦੂਰਅੰਦੇਸ਼ੀ ਔਰ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਦੇ ਹੋਏ ਪੰਜਾਬ ਸਰਕਾਰ ਨੇ ਵੀ ਔਰਤਾਂ ਦੇ ਵਾਸਤੇ ਕਾਫੀ ਕੁਝ ਕੀਤਾ। ਜੇ ਮੈਂ ਕਹਾਂ ਕਿ ਪਿਛਲਾ ਬਜਟ ਔਰਤਾਂ ਦੇ ਮਤਲਬ ਵਿਮਨ ਬੇਸਡ ਸੀ ਤੇ ਕੋਈ ਗਲਤ ਨਹੀਂ ਹੋਏਗਾ। ਜਿਵੇਂ ਕਿ ਪੰਜਾਬ ਨੇ ਪੰਚਾਇਤਾਂ ਔਰ ਲੋਕਲ ਗਵਰਨਮੈਂਟ ਦੇ ਵਿੱਚ 50% ਰਿਜ਼ਰਵੇਸ਼ਨ ਔਰਤਾਂ ਨੂੰ ਦੇ ਕੇ ਉਹਨਾਂ ਨੂੰ ਮਜ਼ਬੂਤ ਕੀਤਾ, ਤਾਂ ਕਿ ਉਹ ਗਰਾਊਂਡ ਲੈਵਲ ਤੇ ਔਰ ਸ਼ਹਿਰਾਂ ਦੇ ਜਿੱਥੇ ਸ਼ਹਿਰਾਂ ਦੇ ਵਿੱਚ ਉੱਥੇ ਉਸੇ ਤਰ੍ਹਾਂ ਹੀ ਪਿੰਡਾਂ ਦੇ ਲੈਵਲ ਦੇ ਉੱਤੇ ਵੀ ਉਹ
ਬਰਾਬਰ ਦੀ ਸ਼ਮੂਲੀਅਤ ਉਹਨਾਂ ਦੀ ਹੋਏ, ਪਿੰਡਾਂ ਦੇ ਵਿਕਾਸ ਔਰ ਸ਼ਹਿਰਾਂ ਦੇ ਵਿਕਾਸ ਦੇ ਵਿੱਚ ਵੀ ਉਹਨਾਂ ਦੀ ਗੱਲ ਜਿਹੜੀ ਉਹ ਸੁਣੀ ਜਾਵੇ। ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਪੰਜਾਬ ਪਹਿਲਾ ਹੀ ਸੂਬਾ ਹੈ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਦੇ ਵਿੱਚ, ਗਵਰਨਮੈਂਟ ਜੌਬਸ ਦੇ ਵਿੱਚ 33% ਰਿਜ਼ਰਵੇਸ਼ਨ ਜਿਹੜੀਆਂ ਆਪਣੀ ਪੜ੍ਹੀ ਲਿਖੀ ਬੇਟੀਆਂ ਨੂੰ ਦਿੱਤੀਆਂ ਨੇ। ਸੋ ਇਹ ਸੋਚ ਹੈ ਕਿ ਲੜਕੀਆਂ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜਗ੍ਹਾ ਨੂੰ ਮਜ਼ਬੂਤ ਕਰ ਸਕਣ। ਹੁਣ ਸਰ ਤੁਹਾਡੀ ਅਗਵਾਈ ਹੇਠ, ਤੁਹਾਡੀ ਗਤੀਸ਼ੀਲ ਅਗਵਾਈ ਦੇ ਹੇਠ ਔਰਤਾਂ ਲਈ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਉਹ ਹੈ ਕਿ ਔਰਤਾਂ ਲਈ ਪੰਜਾਬ ਦੇ ਵਿੱਚ, ਪੰਜਾਬ ਦੀ ਬੱਸਾਂ ਦੇ ਵਿੱਚ ਮੁਫਤ ਜਿਹੜਾ ਸਫ਼ਰ ਤੁਸੀਂ ਹੁਣੇ 1 ਅਪ੍ਰੈਲ ਤੋਂ ਸ਼ੁਰੂ ਕੀਤਾ ਹੈ, ਇਹ ਵੀ ਇੱਕ ਬਹੁਤ ਹੀ ਹਿਸਟੋਰੀਕਲ ਔਰ ਆਈਕੋਨਿਕ ਕਦਮ ਹੈ ਜਿਹੜਾ ਕਿ ਬਹੁਤ ਹੀ ਸਰਾਹਿਆ ਜਾ ਰਿਹਾ ਹੈ ਔਰਤਾਂ ਦੇ ਵਿੱਚ। ਖਾਸ ਤੌਰ 'ਤੇ ਮਹਿਲਾਵਾਂ ਜਿਹੜੀਆਂ ਪਿੰਡਾਂ ਦੀਆਂ ਨੇ ਉਹ ਵੀ ਬਹੁਤ ਇਸ ਗੱਲ ਨੂੰ ਸਰਾਹ ਰਹੀਆਂ ਨੇ। ਸੋ ਇਹ ਵੱਡੇ ਵੱਡੇ ਕਦਮ ਜਿਹੜੇ ਨੇ ਤੁਸੀਂ ਚੱਕੇ ਨੇ, ਇਹ ਤੁਹਾਡੀ ਵਿਜ਼ਨਰੀ ਸੋਚ ਦਾ ਨਤੀਜਾ ਹੈ ਔਰ ਇਹ ਸੰਵਿਧਾਨਿਕ ਸੋਚ ਦੇ ਵਿੱਚ ਔਰਤਾਂ ਦੀ ਬਰਾਬਰੀ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਹੈ। ਸ਼ਗਨ ਸਕੀਮ ਜਿਹੜੀ ਗਰੀਬ ਲੜਕੀਆਂ ਦੇ ਵਿਆਹ ਦੇ ਵਾਸਤੇ 21,000 ਤੋਂ ਵਧਾ ਕੇ 51,000 ਕਰਨੀ ਵੀ ਇੱਕ ਬਹੁਤ ਵੱਡਾ ਇੱਕ ਕਦਮ ਹੈ ਕਿ ਗਰੀਬ ਦੀ ਲੜਕੀ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਵਿਆਹ ਦੇ ਵੇਲੇ। ਸੋ ਇਹ ਵੀ ਇੱਕ ਬਹੁਤ ਵੱਡਾ ਕਦਮ ਸੀ ਜਿਹੜਾ ਚੱਕਿਆ ਹੈ ਸਰਕਾਰ ਵੱਲੋਂ। ਅੱਜ ਜਿਵੇਂ ਕਿ ਮੋਹਾਲੀ ਦੇ ਕਾਲਜ ਦਾ ਨਾਂ ਡਾਕਟਰ ਅੰਬੇਦਕਰ ਜੀ ਦੇ ਨਾਂ ਤੇ ਰੱਖਿਆ, ਹੋਰ ਵੀ ਬਿਲਡਿੰਗਸ ਜਿਹੜੀਆਂ ਨੇ ਇਹਨਾਂ ਦੇ ਨਾਂ, ਇਹੀ ਸੱਚੀ ਸ਼ਰਧਾਂਜਲੀ ਹੈ ਜਿਹੜੀ ਅਸੀਂ ਉਸ ਚਾਨਣ ਮੁਹਾਰੇ ਨੂੰ ਅਸੀਂ ਦੇ ਸਕਦੇ ਹਾਂ। ਔਰ ਇਸ ਤੋਂ ਇਲਾਵਾ ਸਾਡੀਆਂ ਲੜਕੀਆਂ ਬੇਟੀਆਂ ਜਿਹੜੀਆਂ ਸਕੂਲਾਂ 'ਚ ਪੜ੍ਹ ਰਹੀਆਂ ਨੇ ਉਹਨਾਂ ਵਾਸਤੇ 86,000 ਜਿਹੜੇ ਮੋਬਾਈਲਸ ਨੇ ਉਹ ਦਿੱਤੇ ਤਾਂ ਕਿ ਇਸ ਕੋਵਿਡ ਦੀ ਮਹਾਮਾਰੀ ਦੇ ਦੌਰਾਨ, ਇਸ ਪੈਂਡੈਮਿਕ ਦੇ ਦੌਰਾਨ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਰੁਕਾਵਟ ਨਾ ਆਏ ਔਰ ਉਹਨਾਂ ਦੀ ਆਨਲਾਈਨ ਪੜ੍ਹਾਈ ਜਿਹੜੀ ਹੈ ਉਹ ਜਾਰੀ ਰਹੇ। ਸੋ ਇਹੋ ਜਿਹੇ ਕਦਮ ਸਾਡੀ ਸਰਕਾਰ ਨੇ ਜਿਹੜੇ ਚੱਕੇ ਨੇ, ਇਹ ਸੰਵਿਧਾਨ ਨਿਰਮਾਤਾ ਦੇ ਦੱਸੇ ਹੋਏ ਰਾਹਾਂ ਤੇ ਦੱਸੇ ਹੋਏ ਨਿਰਦੇਸ਼ਾਂ ਦੇ ਉੱਤੇ ਹੀ ਕੀਤੇ ਗਏ ਨੇ। ਸੋ ਇਸ ਕਰਦੀ ਸਰ ਮੈਂ ਤੁਹਾਡੀ ਬਹੁਤ ਬਹੁਤ ਸ਼ਲਾਘਾ ਕਰਦੀ ਹਾਂ। ਜਿੱਥੇ ਡਾਕਟਰ ਅੰਬੇਦਕਰ ਜੀ ਨੇ ਇੰਨੇ ਵੱਡਾ ਕੰਮ ਕੀਤਾ ਕਿ ਸੰਵਿਧਾਨ ਜਿਹੜਾ ਪੂਰੇ ਵਰਲਡ 'ਚ ਫੇਮਸ ਹੈ, ਸਾਡਾ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਆ, ਕਿਉਂਕਿ ਡਿਟੇਲ ਦੇ ਵਿੱਚ ਉਹਦੇ 'ਚ ਸਾਰਾ ਕੁਝ, ਸਾਰੇ ਜਿਹੜੇ ਚੀਜ਼ਾਂ ਨੇ ਉਹਦੇ ਵਿੱਚ ਕਵਰ ਕੀਤੀਆਂ ਗਈਆਂ ਨੇ। ਉਹਦੇ ਨਾਲ ਨਾਲ ਉਹ ਇੱਕ ਸੋਸ਼ਲ ਰਿਫਾਰਮਰ ਵੀ ਸੀਗੇ ਜਿਨ੍ਹਾਂ ਨੇ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਵਾਸਤੇ ਬਹੁਤ ਵੱਡਾ ਕੰਮ ਕੀਤਾ। ਸੋ ਅੱਜ ਮੈਂ ਡਾਕਟਰ ਅੰਬੇਦਕਰ ਜੀ ਦੇ 130ਵੇਂ ਸ਼ੁਭ ਦਿਹਾੜੇ ਤੇ ਉਹਨਾਂ ਨੂੰ ਜਿੱਥੇ ਸ਼ਰਧਾਂਜਲੀ ਪੇਸ਼ ਕਰਦੀ ਹਾਂ, ਉੱਥੇ ਮੈਂ ਇਹ ਵੀ ਆਸ ਕਰਦੀ ਹਾਂ ਕਿ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਪੰਜਾਬ ਸਰਕਾਰ ਸਮਾਜਿਕ ਬਰਾਬਰੀ ਲਈ ਦੀ ਪੂਰਤੀ ਵਾਸਤੇ ਕੰਮ ਕਰੇਗੀ ਔਰ ਦਲਿਤ ਵਰਗ ਔਰ ਔਰਤਾਂ ਦੇ ਵਾਸਤੇ ਜਿਹੜੇ ਰਹਿੰਦੇ ਹੋਏ ਕੰਮ ਨੇ, ਜਿਵੇਂ 85th ਅਮੈਂਡਮੈਂਟ ਹੈ ਜਾਂ ਦੂਸਰੇ ਕੰਮ ਜਿਹੜਾ ਹੁਣੇ ਰਾਜਕੁਮਾਰ ਵੇਰਕਾ ਜੀ ਨੇ ਜ਼ਿਕਰ ਕੀਤਾ ਹੈ ਕਿ ਉਹਦੇ ਵਾਸਤੇ ਇਸ ਸਾਲ ਦੇ ਵਿੱਚ ਇਹ ਜਿਹੜੀਆਂ ਕੰਮ ਜਿਹੜੇ ਰਹਿੰਦੇ ਪੈਂਡਿੰਗ ਕੰਮ ਨੇ ਇਹ ਵੀ ਪੂਰੇ ਕੀਤੇ ਜਾਣਗੇ ਔਰ ਪੂਰਾ ਯਤਨ ਪੰਜਾਬ ਦੀ ਸਰਕਾਰ ਕਰੇਗੀ ਔਰ ਤੁਹਾਡੀ ਅਗਵਾਈ ਦੇ ਹੇਠ ਕਰੇਗੀ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਇਸ VC ਰਾਹੀਂ ਜੁੜੇ ਮੇਰੇ ਸਾਥੀ ਸਾਹਿਬਾਨ, ਮੈਂਬਰ ਸਾਹਿਬਾਨ, ਅਫਸਰ ਸਾਹਿਬਾਨ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਚਰਨਜੀਤ ਸਿੰਘ ਜੀ ਚੰਨੀ, ਟੈਕਨੀਕਲ ਮਿਨਿਸਟਰ ਪੰਜਾਬ, ਉਹ ਆਪਣੇ ਵਿਚਾਰ ਰੱਖਣ। ਮਾਨਯੋਗ ਮੁੱਖ ਮੰਤਰੀ ਪੰਜਾਬ ਚੱਲ ਪਿਆ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ, ਸਾਰੇ ਮੰਤਰੀ ਸਾਹਿਬਾਨ, MLA ਸਾਹਿਬਾਨ, ਸਾਡੇ ਬਹੁਤ ਹੀ ਹੋਣਹਾਰ ਅਫਸਰ, ਚੀਫ ਸੈਕਟਰੀ ਬਿਨੀ ਮਹਾਜਨ ਜੀ ਤੇ ਹੋਰ ਅਫਸਰ ਸਾਹਿਬਾਨ ਤੇ ਮੈਨੂੰ ਸੁਣ ਰਹੇ ਸਾਰੇ ਹੀ ਪਤਵੰਤੇ ਸੱਜਣੋ, ਮੈਂ ਅੱਜ ਇਸ ਸ਼ੁਭ ਮੌਕੇ ਤੇ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਦਿੰਦਾ ਜਦੋਂ ਕਿ ਆਪਾਂ ਦੇਸ਼ ਦੇ ਮਹਾਨ ਸਪੂਤ ਡਾਕਟਰ BR ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ।
ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਗੁਰਬਾਣੀ ਦਾ ਵਾਕ ਹੈ। ਡਾਕਟਰ BR ਅੰਬੇਦਕਰ ਜੀ ਸੱਚੇ ਮਾਰਗ ਤੇ ਚੱਲੇ ਤੇ ਸਰਦਾਰ ਊਧਮ ਸਿੰਘ ਜੀ ਨੇ ਕਿਹਾ ਸੀ ਕਿ ਸੇਵਾ ਦੇਸ਼ ਤੇ ਕੌਮ ਦੀ ਬੜੀ ਔਖੀ, ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ, ਜਿਨ੍ਹਾਂ ਇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਘਾਲੀਆਂ ਨੇ। BR ਅੰਬੇਦਕਰ ਸਾਹਿਬ ਨੇ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਉਸ ਸਮੇਂ ਜਨਮ ਲਿਆ ਜਦੋਂ ਦਲਿਤ ਵਰਗ ਦੇ ਚਾਰੇ ਪਾਸੇ ਦੁਸ਼ਮਣ ਸੀ। ਹਰ ਕੋਈ ਦਲਿਤ ਵਰਗ ਨੂੰ ਲਤਾੜ ਰਿਹਾ ਸੀ, ਨਕਾਰ ਰਿਹਾ ਸੀ। ਜੇ ਕੋਈ ਪਾਣੀ ਵੀ ਘਾਟ ਤੋਂ ਪੀ ਲੈਂਦਾ ਸੀ ਤਾਂ ਉਸਦੀ ਜੀਭ ਕੱਟ ਦਿੱਤੀ ਜਾਂਦੀ ਸੀ। ਕੋਈ ਮੰਦਿਰ ਦੇ ਵਿੱਚ ਗੁਰਬਾਣੀ ਬਾਹਰ ਬੈਠ ਕੇ ਵੀ ਸੁਣ ਲੈਂਦਾ ਸੀ ਤਾਂ ਉਹਦੇ ਕੰਨਾਂ ਦੇ ਵਿੱਚ ਨੀਲਾ ਥੋਥਾ ਪਾ ਦਿੱਤਾ ਜਾਂਦਾ ਸੀ। ਉਸ ਸਮੇਂ ਅੰਬੇਦਕਰ ਸਾਹਿਬ ਨੇ ਜਨਮ ਲੈ ਕੇ ਦਲਿਤਾਂ ਵਾਸਤੇ ਲੜਾਈ ਲੜੀ ਤੇ ਜਦੋਂ ਪੜ੍ਹਾਈ ਦੇ ਸਾਧਨ ਨਹੀਂ ਸੀ ਉਸ ਸਮੇਂ ਦੇ ਵਿੱਚ ਪੜ੍ਹ ਕੇ ਹਿੰਦੁਸਤਾਨ ਦੇ ਸਭ ਤੋਂ ਪੜ੍ਹੇ ਲਿਖੇ ਲੀਡਰ ਬਣੇ। ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਮੈਂ ਇਸ ਲਈ ਮਾਨਯੋਗ ਮੁੱਖ ਮੰਤਰੀ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਖਾਸ ਉਪਰਾਲਾ ਕਰਕੇ ਇਸ ਰਹਿਬਰ ਦਾ ਜਨਮ ਦਿਹਾੜਾ ਮਨਾਇਆ ਹੈ। ਜਦੋਂ ਅੰਬੇਦਕਰ ਸਾਹਿਬ ਇਸ ਜਹਾਨ ਨੂੰ ਸਰੀਰਕ ਤੌਰ ਤੇ ਛੱਡ ਕੇ ਗਏ ਤਾਂ ਪਾਕਿਸਤਾਨ ਦੇ ਇੱਕ ਮਸ਼ਹੂਰ ਅਖਬਾਰ ਦੇ ਵਿੱਚ ਇੱਕ ਸੁਰਖੀ ਬਣੀ ਸੀ, ਉਹ ਮੈਂ ਆਪ ਦੇ ਸਾਹਮਣੇ ਰੱਖਣਾ ਚਾਹਨਾ कि अब चैन से रहे दुनिया में जमाने वाले, अब चैन से रहे दुनिया में जमाने वाले, सो गए कब के लोगों को जगाने वाले, कहने को तो करोड़ों हैं पर कितने हैं, कहने को तो करोड़ों हैं पर कितने हैं, जुल्म के आगे सर कभी ना झुकाने वाले। BR ਅੰਬੇਦਕਰ साहब ने जुल्म के अगे कदे सिर नहीं झुकाया ते दलित ते पिछड़े वर्ग के लिए उन्होंने हमेशा लड़ाई लड़ी। सानू संविधान दिता, संविधान दे विच रिजर्वेशन दी। एक बड़ा भारी कदम सी आजाद भारत दे विच रिजर्वेशन जेड़ा दलित वर्ग नू ਜਿਹੜੀ ਕਿ BR ਅੰਬੇਦਕਰ जी ने प्रपोज की थी और उस समय ਦੇ कांग्रेस लीडर जवाहर लाल नेहरू जी ਤੇ ਸਰਕਾਰ ਨੇ कांग्रेस पार्टी ਦੀ ਨੇ ਇਸ ਨੂੰ ਮੰਨਿਆ। देखो ਗੱਲ ਇਹ ਹੈ ਕਿ ਅੱਜ ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ ਹੈ। ਮੈਂ ਕੋਈ ਗੱਲ ਐਜ਼ ਮੰਤਰੀ ਲੈ ਕੇ ਜਾਵਾਂ, ਮੁੱਖ ਮੰਤਰੀ ਜੀ ਰਾਜੀ ਨਾ ਹੋਣ ਤਾਂ ਉਹ ਲਾਗੂ ਨਹੀਂ ਹੋ ਸਕਦੀ। ਅੰਬੇਦਕਰ ਜੀ ਰਿਜ਼ਰਵੇਸ਼ਨ ਲੈ ਕੇ ਆਏ, ਕਾਂਗਰਸ ਪਾਰਟੀ ਨੇ ਉਸ ਨੂੰ ਵੈਲਕਮ ਕੀਤਾ ਤੇ ਦੇਸ਼ ਦੇ ਵਿੱਚ ਰਿਜ਼ਰਵੇਸ਼ਨ ਮਿਲੀ ਤੇ ਅੱਜ ਅਸੀਂ ਰਿਜ਼ਰਵੇਸ਼ਨ ਹੋਣ ਕਰਕੇ ਅੱਜ ਇਹਨਾਂ ਸੀਟਾਂ ਤੇ ਬੈਠੇ ਆ। ਅੱਜ ਪੰਜਾਬ ਦੇ ਵਿੱਚ 31.4% ਦਲਿਤ ਵਰਗ ਚੋਂ ਲੋਕ ਆਉਂਦੇ ਆ। ਜੇ ਰਿਜ਼ਰਵੇਸ਼ਨ ਨਾ ਮਿਲਦੀ ਤਾਂ ਸ਼ਾਇਦ ਮੈਂ ਨਾ ਪੜ੍ਹ ਸਕਦਾ, ਸ਼ਾਇਦ ਮੇਰੇ ਪਰਿਵਾਰ ਦੇ ਵਿੱਚ ਐਸੀ ਹਿੰਮਤ ਨਹੀਂ ਸੀ ਕਿ ਮੈਂ ਪੜ੍ਹ ਸਕਾਂ। ਮੇਰੇ ਵਰਗੇ ਬਹੁਤ ਨੌਜਵਾਨ ਹੈ ਜਿਹੜੇ ਸਕਾਲਰਸ਼ਿਪ ਔਰ ਰਿਜ਼ਰਵੇਸ਼ਨ ਕਰਕੇ ਪੜ੍ਹ ਕੇ ਅੱਗੇ ਨੌਕਰੀਆਂ ਮਿਲੀਆਂ ਉਹਨਾਂ ਨੂੰ, ਕੋਈ MLA ਬਣਿਆ, ਕੋਈ ਗ੍ਰਹਿ ਮੰਤਰੀ ਬਣਿਆ, ਕੋਈ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਪ੍ਰੈਜ਼ੀਡੈਂਟ ਬਣਿਆ। ਸੋ ਮੈਂ ਇਸ ਲਈ ਅੰਬੇਦਕਰ ਸਾਹਿਬ ਨੂੰ ਅੱਜ ਯਾਦ ਕਰ ਰਿਹਾ ਔਰ ਉਹਨਾਂ ਦੀ ਨੂੰ ਇਹ ਆਪਣਾ ਅਕੀਦਾ ਪੇਸ਼ ਕਰ ਰਿਹਾ ਕਿ ਉਹਨਾਂ ਨੇ ਕਾਂਗਰਸ ਪਾਰਟੀ ਦਾ ਰਲ ਕੇ ਜੋ ਦਲਿਤ ਵਰਗ ਨੂੰ ਰਿਜ਼ਰਵੇਸ਼ਨ ਦਿੱਤੀ ਹੈ, ਦਲਿਤ ਵਰਗ ਹਮੇਸ਼ਾ ਉਹਨਾਂ ਦਾ ਤੇ ਕਾਂਗਰਸ ਪਾਰਟੀ ਦਾ ਰਿਣੀ ਰਹੇਗਾ। ਮਾਨਯੋਗ ਮੁੱਖ ਮੰਤਰੀ ਜੀ, ਮੈਂ ਆਪ ਜੀ ਦਾ ਕੁਝ ਗੱਲਾਂ ਲਈ ਧੰਨਵਾਦ ਕਰਨਾ ਚਾਹੁੰਦਾ। ਆਪ ਜੀ ਨੇ ਮੈਨੂੰ ਲਗਭਗ 6 ਮਹੀਨੇ ਪਹਿਲਾਂ ਬੁਲਾਇਆ ਸੀ ਤੇ ਮੈਨੂੰ ਕਿਹਾ ਸੀ, ਇਹ ਮੈਂ ਸਾਰੇ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਵੀ ਮੈਨੂੰ ਸੁਣ ਰਹੇ ਹੈ, ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਕਿਹਾ ਸੀ ਕਿ BR ਅੰਬੇਦਕਰ ਸਾਹਿਬ ਦੀ ਬਹੁਤ ਬੜੀ ਸ਼ਖਸੀਅਤ ਹੈ। ਉਹਨਾਂ ਨੇ ਗਰੀਬ ਲੋਕਾਂ ਦੇ ਹੀ ਲਈ ਬਲਕਿ ਪੂਰੇ ਹਿੰਦੁਸਤਾਨ ਦੇ ਲਈ ਬਹੁਤ ਬੜਾ ਕੰਮ ਕੀਤਾ। ਉਹਨਾਂ ਵਰਗਾ ਸਕਾਲਰ ਕਿਤੇ ਮਿਲਣਾ ਮੁਸ਼ਕਿਲ ਹੈ, ਤੁਹਾਡੇ ਆਪਣੇ ਸ਼ਬਦ ਤੇ
ਤੁਸੀਂ ਮੈਨੂੰ ਕਿਹਾ ਸੀ ਉਹਨਾਂ ਦੀ ਇੱਕ ਬਹੁਤ ਬੜੀ ਯਾਦਗਾਰ ਬਣਨੀ ਚਾਹੀਦੀ ਹੈ। ਸੋ ਮੈਂ ਅੱਜ ਆਪਣੇ ਆਪ ਨੂੰ ਧੰਨਭਾਗੀ ਸਮਝ ਰਿਹਾ। ਕਈ ਮੈਨੂੰ ਕਹਿੰਦੇ ਜੀ ਤੈਨੂੰ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਦੇਤਾ ਜੀ, ਤੈਨੂੰ ਛੋਟੇ ਡਿਪਾਰਟਮੈਂਟ ਦੇਤੇ, ਲੇਕਿਨ ਮੈਂ ਆਪਣੇ ਆਪ ਨੂੰ ਧੰਨਭਾਗੀ ਸਮਝ ਰਿਹਾ ਕਿ ਟੈਕਨੀਕਲ ਐਜੂਕੇਸ਼ਨ ਔਰ ਜਿਹੜਾ ਕਲਚਰ ਡਿਪਾਰਟਮੈਂਟ ਤੁਸੀਂ ਮੈਨੂੰ ਦਿੱਤਾ ਉਹਦੇ ਵਿੱਚ ਤੁਹਾਡੇ ਨਿਰਦੇਸ਼ਾਂ ਅਨੁਸਾਰ ਅਸੀਂ BR ਅੰਬੇਦਕਰ ਸਾਹਿਬ ਦੀ ਬਹੁਤ ਬੜੀ ਯਾਦਗਾਰ ਕਪੂਰਥਲਾ ਦੇ ਵਿੱਚ ਸਾਡੀ PTU ਯੂਨੀਵਰਸਿਟੀ ਦੇ ਵਿੱਚ ਬਣਾਉਣੀ ਜਾ ਰਹੇ ਹੈ। 100 ਕਰੋੜ ਰੁਪਇਆ ਲੱਗ ਕੇ ਜਿਹੜਾ ਕਿ ਟੈਕਨੀਕਲ ਐਜੂਕੇਸ਼ਨ ਵੱਲੋਂ ਹੀ ਯੂਨੀਵਰਸਿਟੀ ਦੀ ਵੱਲੋਂ ਲੱਗਣਾ ਹੈ। 25 ਏਕੜ ਦੇ ਵਿੱਚ BR ਅੰਬੇਦਕਰ ਸਾਹਿਬ ਦੀ ਜੋ ਤੁਸੀਂ ਸਾਨੂੰ ਪਾਸ ਕੀਤਾ ਹੈ ਕਿ BR ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣੇ, ਉਹ ਆਉਣ ਵਾਲੇ ਸਮੇਂ ਦੇ ਲਈ ਜਿਸ ਤਰ੍ਹਾਂ BR ਅੰਬੇਦਕਰ ਸਾਹਿਬ ਸਾਡੇ ਚਾਨਣ ਮਨਾਰਾ ਹੈ, ਇਸ ਉਹਨਾਂ ਦੀ ਯਾਦ ਨੂੰ ਲੋਕ ਦੇਖ ਕੇ ਇੱਥੇ ਦੇ ਇੰਸਪੀਰੇਸ਼ਨ ਸਾਡੇ ਨੌਜਵਾਨਾਂ ਨੂੰ ਮਿਲੇਗੀ ਤੇ ਲੰਬੇ ਸਮੇਂ ਦੇ ਲਈ BR ਅੰਬੇਦਕਰ ਸਾਹਿਬ ਤੋਂ ਇੰਸਪੀਰੇਸ਼ਨ ਲੈ ਕੇ ਸਾਡੇ ਨੌਜਵਾਨ ਹੈ ਜਿਹੜੇ ਅੱਗੇ ਵਧਣਗੇ। ਇਹ 100 ਕਰੋੜ ਰੁਪਏ ਜੋ ਮਿਊਜ਼ੀਅਮ ਡਾਕਟਰ ਅੰਬੇਦਕਰ ਦੇ ਨਾਮ ਤੇ ਤੁਸੀਂ ਬਣਵਾ ਰਹੇ ਹੋ, ਉਸ ਲਈ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਤੇ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ। ਅੱਜ ਦੇ ਦਿਨ ਦੱਸ ਕੇ ਇਹਦੀ ਅਸੀਂ ਕੰਸਲਟੈਂਟ ਹਾਇਰ ਕਰ ਲਿਆ ਹੈ। ਬੜੀ ਛੇਤੀ ਮਾਨਯੋਗ ਮੁੱਖ ਮੰਤਰੀ ਜੀ ਇਹਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਅਗਲਾ ਤੁਸੀਂ ਜੋ ਰਾਮ ਤੀਰਥ ਭਗਵਾਨ ਵਾਲਮੀਕ ਜੀ ਦੇ ਨਾਮ ਤੇ ਅੰਮ੍ਰਿਤਸਰ ਦੇ ਵਿੱਚ ਬਣਿਆ, ਉਹਦੇ ਲਈ ਸਾਨੂੰ 35 ਕਰੋੜ ਰੁਪਇਆ ਦਿੱਤਾ ਹੈ, ਜਿਹਦੇ ਵਿੱਚ ਅਸੀਂ ਭਗਵਾਨ ਵਾਲਮੀਕ ਜੀ ਨੂੰ ਦੀਆਂ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦਾ ਜੀਵਨ ਨੂੰ ਪਨੋਰਮਾ ਦੇ ਵਿੱਚ ਦਰਸਾਵਾਂਗੇ ਤੇ ਨਾਲ ਨਾਲ ਜੋ ਬਕਾਇਆ ਕੰਮ ਸੀ ਉੱਥੇ ਦੇ ਕੋਈ ਵੀ ਵੇਰਕਾ ਸਾਹਿਬ ਬੈਠੇ ਹੈ, ਅਸੀਂ ਦੋਨੋਂ ਭਰਾਵਾਂ ਨੇ ਜਾ ਕੇ ਜੋ ਵੀ ਕੰਮ ਲੋਕਾਂ ਨੇ ਜਾਂ ਅਸੀਂ ਉੱਥੇ ਹੁਣ ਦੇਖਿਆ ਉਹਦੇ ਵਾਸਤੇ ਤੁਸੀਂ ਤੇ ਵਿੱਤ ਮੰਤਰੀ ਜੀ ਨੇ ਪੈਸੇ ਪਾਸ ਕਰਕੇ ਉਦੋਂ ਹੀ ਸਾਨੂੰ ਅਲਾਉਡ ਕਰਤੇ, ਅਸੀਂ ਸਾਰਾ ਕੰਮ ਉੱਥੇ ਪੂਰਾ ਕਰਨ ਜਾ ਰਹੇ ਹਾਂ। ਉਹਦੇ ਲਈ ਵੀ ਮੈਂ ਤੁਹਾਡਾ ਧੰਨਵਾਦ ਕਰਦਾ। ਗੁਰੂ ਰਵਿਦਾਸ ਜੀ ਦੀ ਯਾਦਗਾਰ ਖੁਰਾਕਗੜ੍ਹ ਦੇ ਵਿੱਚ ਬਣ ਰਹੀ ਹੈ, ਉਹਦੇ ਪੈਂਡਿੰਗ ਕੰਮਾਂ ਦੇ ਲਈ ਤੁਸੀਂ ਟੋਟਲ ਪੈਸਾ ਸਾਨੂੰ ਦੇ ਦਿੱਤਾ ਹੈ। ਕੰਮ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ, ਅਸੀਂ ਬੜੀ ਛੇਤੀ ਉਸ ਸੰਗਤਾਂ ਨੂੰ ਸਮਰਪਿਤ ਕਰ ਦਾਂਗੇ। ਉਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਜੋ ਗੱਲਾਂ ਸਾਡੇ ਪਹਿਲਾਂ ਮੈਂਬਰ ਸਾਹਿਬਾਨ ਕਰ ਚੁੱਕੇ ਹੈ ਮੈਂ ਉਹਨਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ, ਲੇਕਿਨ ਜੋ ਆਪ ਜੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਗਰੀਬ ਵਰਗ ਦੇ ਲਈ ਪੈਨਸ਼ਨਾਂ, ਸ਼ਗਨ ਸਕੀਮਾਂ, ਸਕਾਲਰਸ਼ਿਪ ਦੁਬਾਰੇ ਤੋਂ ਸ਼ੁਰੂ ਕਰਨ ਵਰਗੇ ਕੰਮ ਕੀਤੇ ਆ, ਉਹ ਬਾਕੀ ਸਰਾਹਣੇ ਆ ਤੇ ਦਲਿਤ ਵਰਗ ਨੂੰ, ਗਰੀਬ ਵਰਗ ਨੂੰ, ਅੰਬੇਦਕਰ ਜੀ ਦੇ ਮੰਨਣ ਵਾਲਿਆਂ ਨੂੰ ਜਾਂ ਅੰਬੇਦਕਰ ਜੀ ਦੇ ਵਰਗ ਦੇ ਲੋਕਾਂ ਨੂੰ ਇਸ ਦਾ ਬੜਾ ਭਾਰੀ ਫਾਇਦਾ ਹੋਣਾ ਹੈ। ਤੁਸੀਂ ਮੈਡੀਕਲ ਕਾਲਜ BR ਅੰਬੇਦਕਰ ਜੀ ਦੇ ਨਾਮ ਤੇ ਮੋਹਾਲੀ ਬਣਾ ਰਹੇ ਹੋ ਤੇ ਗੁਰੂ ਰਵਿਦਾਸ ਜੀ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਿੱਚ ਬਣ ਰਹੀ ਹੈ, ਉਸ ਲਈ ਵੀ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਲੇਕਿਨ ਮੈਂ ਇੱਥੇ ਕੇਂਦਰ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਰਵੱਈਆ ਦਲਿਤਾਂ ਦੇ ਪ੍ਰਤੀ ਹੈ, ਉਸ ਦੇ ਪ੍ਰਤੀ ਇਹਨਾਂ ਦਾ ਮਨੋਵਾਦੀ ਸੋਚ ਦੇ ਨਾਲ ਇਹਨਾਂ ਨੇ 2016 ਦੇ ਵਿੱਚ, ਜੋ ਕਿ ਮੇਰੇ ਵੱਡੇ ਭਰਾ ਧਰਮਸੋਤ ਜੀ ਨੇ ਵੀ ਕਿਹਾ, ਸਕਾਲਰਸ਼ਿਪ ਜਿਹੜੀ ਸਕੀਮ ਬੰਦ ਕੀਤੀ ਆ, ਉਹ ਦਲਿਤ ਲੋਕਾਂ ਦੇ ਪੇਟ ਵਿੱਚ ਲੱਤ ਮਾਰਨਾ ਤੇ ਦਲਿਤ ਲੋਕਾਂ ਦੇ ਨਾਲ ਬਹੁਤ ਬੜਾ ਕਾਨੂੰਨਾ ਅਪਰਾਧ ਇਹਨਾਂ ਨੇ ਕੀਤਾ ਕਿ ਸਾਡੀ ਪੜ੍ਹਾਈ ਹੋਣ ਦੀ ਕੋਸ਼ਿਸ਼ ਕੀਤੀ ਹੈ। 3 ਸਾਲ ਇਹਨਾਂ ਨੇ ਉਹ ਸਕੀਮ ਬੰਦ ਰੱਖੀ, ਲੇਕਿਨ ਮੈਂ ਹੁਣ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਪਹਿਲਾਂ ਸਕੀਮ ਲੈ ਕੇ ਆਏ 60-40 ਦੇ ਨਾਲ, ਉਸ ਨੂੰ ਇਹਨਾਂ ਨੇ ਕਾਪੀ ਕਰਕੇ ਹੁਣ ਨਵੀਂ ਸਕੀਮ ਦਿੱਤੀ ਹੈ। ਲੇਕਿਨ ਪਿਛਲੇ 3 ਸਾਲਾਂ ਦੇ ਟੈਕਨੀਕਲ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ ਸਾਰਿਆਂ ਦੇ ਪੈਸੇ ਰੁਕੇ ਹੋਏ ਹੈ। ਉਹ ਵੀ ਕੇਂਦਰ ਸਰਕਾਰ ਦੇ ਨਾਲ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਇਸੇ 60-40 ਸਕੀਮ ਦੇ ਨਾਲ ਹੀ ਉਹ ਪੁਰਾਣੇ ਪੈਸੇ ਵੀ ਦੇਣ ਤੇ ਆਪਾਂ 40% ਦਈਏ ਤੇ ਜੋ ਤੁਸੀਂ ਇਹ ਸਕੀਮ ਲੈ ਕੇ ਆਏ ਹੈ, ਇਸ ਲਈ ਮੈਂ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਆਪ ਜੀ ਨੂੰ ਬੇਨਤੀ ਕਰਦਾ ਕਿ ਇਸ ਨੂੰ ਸਟ੍ਰਿਕਟ ਇੰਸਟਰਕਸ਼ਨਾਂ ਕਰਕੇ ਤੁਸੀਂ ਸਾਰੇ ਦਲਿਤ ਵਰਗ ਦੇ ਲੋਕਾਂ ਦੇ ਸਰਟੀਫਿਕੇਟ ਦਵਾਤੇ ਨੌਜਵਾਨਾਂ ਦੇ ਜਿਹੜੇ ਪੜ੍ਹ ਕੇ ਆਏ ਸੀ, ਪੁਰਾਣੇ ਰੁਕੇ ਹੋਏ ਸੀ। ਇਸ ਸਕੀਮ ਨੂੰ ਵੀ ਇਸੇ ਤਰ੍ਹਾਂ ਸਖਤੀ ਨਾਲ ਲਾਗੂ ਕਰਨ ਦੀ ਕਿਰਪਾਲਤਾ ਕਰੋ। CM ਸਾਹਿਬ, ਮੈਂ ਆਪ ਦਲਿਤ ਪਰਿਵਾਰ ਚੋਂ ਆਇਆ, ਮੈਂ ਵੀ ਉਸ ਘਰ ਦੇ ਵਿੱਚ ਜੰਮਿਆ ਜਿਹਦੇ ਉੱਪਰ ਫੂਸ ਸੀ ਤੇ ਥੱਲੇ ਕੱਚਾ ਸੀ ਤੇ ਮੈਂ ਅੱਜ MLA ਵੀ ਬਣਿਆ, ਪੜ੍ਹਾਈ ਵੀ ਕੀਤੀ ਹੈ
ਉਸ ਵਾਸਤੇ ਰਿਜ਼ਰਵੇਸ਼ਨ ਪਾਲਿਸੀ ਵੀ ਆਰ ਅੰਬੇਦਕਰ ਜੀ ਤੇ ਕਾਂਗਰਸ ਪਾਰਟੀ ਦਾ ਯੋਗਦਾਨ ਹੈ ਜਿਹੜਾ ਉਹ ਮੈਂ ਕਦੇ ਭੁੱਲ ਨਹੀਂ ਸਕਦਾ। ਲੇਕਿਨ ਮੇਰੀ ਇੱਕ ਜ਼ਿੰਮੇਵਾਰੀ ਹੈ ਕਿ ਜੇ ਮੈਂ ਦਲਿਤ ਵਰਗ ਦੇ ਸੀਟ ਤੋਂ ਇਲੈਕਸ਼ਨ ਲੜਨਾ ਹੈ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਦਲਿਤ ਵਰਗ ਦੀ ਗੱਲ ਆਪ ਜੀ ਦੇ ਸਾਹਮਣੇ ਹਰ ਤਰੀਕੇ ਨਾਲ ਰੱਖਾਂ। ਤੇ ਮੈਂ ਹਮੇਸ਼ਾ ਕੈਬਨਿਟ ਦੇ ਵਿੱਚ ਤੇ ਹਰ ਪਲੇਟਫਾਰਮ ਤੇ ਕੋਸ਼ਿਸ਼ ਕੀਤੀ ਹੈ ਕਿ ਦਲਿਤ ਵਰਗ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਜਾ ਸਕੇ, ਮਨਾਈ ਜਾ ਸਕੇ। ਅੱਜ ਵੀ ਮੈਂ ਕੁਝ ਗੱਲਾਂ ਆਪ ਜੀ ਦੇ ਸਾਹਮਣੇ ਰੱਖਣੀਆਂ ਚਾਹੁੰਦਾ। ਆਪ ਤੋਂ ਸਾਨੂੰ ਆਸ ਉਮੀਦ ਹੋ ਹੈ ਹਮੇਸ਼ਾ ਤੁਸੀਂ ਦਲਿਤ ਵਰਗ ਦੇ ਨਾਲ ਖੜੇ ਹੋ। 2006 ਦੇ ਵਿੱਚ ਵੀ ਤੁਸੀਂ ਦਲਿਤ ਵਰਗ ਦੇ ਹੱਕ ਦੇ ਵਿੱਚ ਕਾਨੂੰਨ ਪਾਸ ਕੀਤਾ, ਲੇਕਿਨ ਅੱਜ ਇੰਪਲੀਮੈਂਟੇਸ਼ਨ ਦੀ ਜ਼ਰੂਰਤ ਹੈ। 20 ਕਲਾਸ ਦੇ ਕਰਮਚਾਰੀਆਂ ਦੀਆਂ ਸਾਰੀਆਂ ਪੋਸਟਾਂ ਖਤਮ ਕਰਕੇ ਆਊਟਸੋਰਸ ਭਰੀਆਂ ਜਾਣ ਦੀ ਤਜਵੀਜ਼ ਆਈ ਹੈ, ਕੈਬਨਿਟ ਪਾਸ ਕੀਤਾ ਹੈ। ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਕੈਬਨਿਟ ਵਿੱਚ ਵੀ ਮੈਂ ਕਿਹਾ ਸੀ ਇਹ ਸੀਟਾਂ ਦੇ ਸਿਰਫ ਦਲਿਤ ਵਰਗ ਦੇ ਜਾਂ ਗਰੀਬ ਲੋਕ ਹੀ ਲੱਗਦੇ ਆ, ਇਹਨਾਂ ਨੂੰ ਖਤਮ ਨਾ ਕਰੋ। ਇਹ ਵੀ ਰੈਗੂਲਰ ਭਰਤੀ ਹੋਣੀਆਂ ਚਾਹੀਦੀਆਂ। ਭਾਵੇਂ ਤੁਸੀਂ ਹਾਈ ਪੋਸਟਾਂ ਜਿਹੜੀਆਂ 20 ਕਲਾਸ ਦੀਆਂ, A ਕਲਾਸ ਦੀਆਂ, ਉਹਨਾਂ ਨੂੰ ਵੀ 25% ਆਊਟਸੋਰਸ ਕਰ ਲਓ, 25% ਇਹਨਾਂ ਨੂੰ ਕਰ ਲਓ, ਲੇਕਿਨ ਇਹ ਸਾਰੀਆਂ ਖਤਮ ਨਹੀਂ ਹੋਣੀਆਂ ਚਾਹੀਦੀਆਂ। ਇਸ ਲਈ ਮੈਨੂੰ ਆਪ ਜੀ ਨੂੰ ਬੇਨਤੀ ਹੈ, 85th ਅਮੈਂਡਮੈਂਟ ਪੰਜਾਬ ਦੇ ਵਿੱਚ ਸਹੀ ਤਰੀਕੇ ਨਾਲ ਲਾਗੂ ਨਹੀਂ ਹੋ ਰਹੀ, ਸਾਰੇ ਦੇਸ਼ ਵਿੱਚ ਲਾਗੂ ਹੈ। ਸਾਡੀ 35% ਆਬਾਦੀ ਪੰਜਾਬ ਦੇ ਵਿੱਚ ਦਲਿਤ ਵਰਗ ਦੀ ਹੈ। ਇਸ ਨੂੰ ਆਪ ਹੀ ਕਰ ਸਕਦੇ ਹੋ, ਸਹੀ ਤਰੀਕੇ ਦੇ ਨਾਲ ਇੰਪਲੀਮੈਂਟ ਕਰੋ, ਇਨ ਬਿਨ ਲਾਗੂ ਕਰੋ। ਮੇਰੇ ਮੁੰਡੇ ਨੇ ਕਿਸੇ ਨੇ ਨੌਕਰੀ ਨਹੀਂ ਲੱਗਣਾ, ਮੈਂ ਕੈਬਨਿਟ ਵਿੱਚ ਵੀ ਕਿਹਾ ਸੀ, ਨਾ ਹੀ ਕਿਸੇ ਕੈਬਨਿਟ ਦੇ ਬੰਦੇ ਨੇ ਲੱਗਣਾ। ਇਹ ਟੋਟਲ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਹੈ, ਇਹ ਆਪ ਜੀ ਦੀ ਆਈਡੀਓਲੋਜੀ ਹੈ। 2006 ਦੇ ਵਿੱਚ ਤੁਸੀਂ ਕਾਨੂੰਨ ਬਣਾਇਆ ਸੀ, 85th ਅਮੈਂਡਮੈਂਟ ਲਾਗੂ ਹੋਣੀ ਚਾਹੀਦੀ ਹੈ। ਮਾਨਯੋਗ ਮੁੱਖ ਮੰਤਰੀ ਜੀ, ਰਾਈਟ ਟੂ ਐਜੂਕੇਸ਼ਨ ਐਕਟ ਪੰਜਾਬ ਦੇ ਵਿੱਚ ਲਾਗੂ ਨਹੀਂ ਹੈ। ਇਸ ਨੂੰ ਸਹੀ ਤਰੀਕੇ ਦੇ ਨਾਲ ਇੱਕ ਚਿੱਠੀ ਕੱਢ ਦਿੱਤੀ ਹੈ, ਕੁਝ ਕਾਲਜਾਂ ਸਕੂਲਾਂ ਨੇ ਮਿਲ ਮਿਲਾ ਕੇ ਇੱਕ ਚਿੱਠੀ ਲਿਖਾਤੀ ਕਿ ਜੀ ਪਹਿਲਾਂ ਗਰੀਬ ਦਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਜਾਵੇ, ਜੇ ਉੱਥੇ ਜਗ੍ਹਾ ਨਹੀਂ ਮਿਲਦੀ ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਜਾਵੇ। ਇਹ ਕਾਨੂੰਨ ਨਹੀਂ ਹੈ। ਕਾਨੂੰਨ ਇਹ ਹੈ ਕਿ 25% ਜਗ੍ਹਾ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਲਣੀ ਚਾਹੀਦੀ, ਉਹ ਪਲੀਜ਼ ਲਾਗੂ ਕਰਾਓ। ਇਸ ਦੇ ਨਾਲ ਹੀ ਮੈਂ ਇੱਕ ਦੋ ਬੇਨਤੀਆਂ ਹੋਰ ਕਰਨਾ ਚਾਹੁੰਦਾ ਕਿ ਸ਼ਡਿਊਲਡ ਕਾਸਟ ਮਸਟ ਬੀ given adequate representation in top bureaucratic state posts like SSP, DC, directors, secretaries, etc., which involve public dealings at large. ਇਹ DC ਜਿਹੜੇ SSP ਲੱਗਦੇ ਆ ਸਾਡੇ ਦਲਿਤ ਵਰਗ ਦੇ ਵੀ, ਜੇ ਤੀਜਾ ਹਿੱਸਾ ਨਹੀਂ ਤਾਂ 25% ਤਾਂ ਜ਼ਰੂਰ ਲੱਗਣ। ਅੱਛੀਆਂ ਪੋਸਟਾਂ ਜਿੰਨੀਆਂ ਹੈਗੀਆਂ, ਜਿੱਥੇ ਤੁਹਾਡੀ ਡਿਸਕ੍ਰਿਸ਼ਨ ਹੈ ਉੱਥੇ ਘੱਟੋ ਘੱਟ 33% ਸਾਡੇ ਦਲਿਤ ਵਰਗ ਦੇ ਅਫਸਰ ਲੱਗਣੇ ਚਾਹੀਦੇ ਆ। ਟੌਪ ਪੋਸਟਾਂ ਤੇ ਵੀ ਦਲਿਤ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਰਿਜ਼ਰਵੇਸ਼ਨ ਫॉर SC ਇਨ ਦਾ ਆਫਿਸ ਆਫ ਐਡਵੋਕੇਟ ਜਨਰਲ 150 ਵਕੀਲ ਭਰਤੀ ਹੁੰਦਾ ਹੈ। 70 ਸਾਲ ਤੋਂ ਦਲਿਤਾਂ ਦੇ ਸਿਰਫ 2, 4 ਜਾਂ 5 ਹੁੰਦੇ ਆ। ਬਾਕੀ ਸਾਡੇ ਦਲਿਤਾਂ ਦੇ ਵੀ ਹੁਣ ਮੁੰਡੇ ਪੜ ਗਏ ਆ, ਉਹ ਵੀ ਸਮਝ ਰੱਖਦੇ ਹਰ ਤਰ੍ਹਾਂ ਦੀ, ਉਹਨਾਂ ਨੂੰ ਪ੍ਰੋਪਰ ਉਹਦੇ 'ਚ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ। ਰਿਜ਼ਰਵੇਸ਼ਨ ਬਣਾ ਕੇ ਦਿਓ। ਇਹ ਪਾਲਿਸੀ providing reservation to Dalit weaker sections in most influential and prime government positions must be formulated and effectively implemented. It was passed in the Punjab cabinet that chairman, director of various important commissions, bodies, wings, etc. must be from Dalit backward weaker sections, but the decision has not come to force. मैं आप जी ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ मैनिफेस्टो सी और आपने बड़ी किरपा की कि कैबिनेट दे विच पास कर दिता है कि 30% चेयरमैनिया ते बोर्ड दे मैंबर है जिहड़े वो दलित वर्ग दे होने चाहिए। मैं आप दा बड़ा धन्नवादी हां, लेकिन धर्मसोच जी दे महकमे ने उहदी नोटिफिकेशन करनी है। जब तक नोटिफिकेशन नहीं हुंदी, लागू नहीं हुंदी, साडे बंदियां नूं बोर्डां दे विच चेयरमैनिया मैंबरियां उस लैवल दियां नहीं मिलदियां, उस रिप्रेजेंटेशन नाल नहीं मिलती जिस रिप्रेजेंटेशन साडी पॉपुलेशन है। इसलिए अज दे शुभ मौके ते मैं आप जी नूं बेनती करना चाहता कि तुसी दयालु हो, तुसी महाराजा खानदान दे चिराग हो,
ਤੁਸੀਂ ਹਮੇਸ਼ਾ ਦਲਿਤ ਦੀ ਬਾਹ ਫੜੀ ਹੈ। ਇਹ ਸਾਡੀਆਂ ਕੁਝ ਡਿਮਾਂਡਾਂ ਹੈ ਜਿਹੜੀਆਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ। ਇਲੈਕਸ਼ਨ ਨੂੰ ਦੇਖ ਕੇ ਨਹੀਂ, ਇਲੈਕਸ਼ਨ ਆਉਣਾ ਹੈ, परमात्मा ने ਤੁਹਾਨੂੰ फिर मौका देना है। इलेक्शन ਦੇ ਵਿੱਚ ਅਸੀਂ ਤੁਹਾਡੇ ਨਾਲ हर बंदा खड़ा है। इलेक्शन तो इलावा एक साडी ड्यूटी समझ के साडी जिस तरीके का ਤੁਹਾਡਾ मन है कि सारे बराबर रखना, जो अंबेडकर की सोच है कि समाजिक बराबरता आवे, वो समाजिक बराबरता जब तक दलित ਨੂੰ पावर ਦਾ शेयर नहीं मिलेगा नहीं आ सकेगी। खाली आटा दाल ਦੇ ਨਾਲ दलित ਦਾ पेट जरूर भर जाएगा लेकिन गरीबी दूर नहीं होएगी। जब तक सही एजुकेशन नहीं मिलती दलित तरक्की नहीं कर सकेगा। जे मेरा बापू मैनू ना पढ़ाता तो मैं MLA या कुछ नहीं बनना सी। पढ़ाई रिजर्वेशन ने दी। अज भी आप जी तो लोड़ है, आप जी दयालु हो, हमेशा जेड़ा भी काम है दलित वर्ग का थोड़े पास लेके गया, तुसी हमेशा मैनू थापड़ा दिता और होया है। इसलिए मैं अगे नु भी आप जी तो यही आस रखदा है। अज दे दिन ते जो आपने ये जश्न रचाए है उस लिए आप जी का बहुत बहुत धन्यवाद। ते मैनू उम्मीद है कि जिस तरह की थोड़ी सोच है उस तरीके दे नाल पंजाब दे विच दलित नू अगे बढ़ाया जाएगा, बराबर उठाया जाएगा। मैं अगे बढ़ाना नहीं मानता, मैं बराबरी की गल करदा है। इसलिए आप सारे जने उन्होंने जिक्र किया। मैं समझदा कि जो डॉक्टर अंबेडकर साहब जी ने अज तो 130 साल पहला जो जन्म लिया तो देश विच एक नफरत का माहौल सी, छूआछात का माहौल सी, ना बराबरी का माहौल सी। उस माहौल सुनते हुए भी डॉक्टर साहब ने उच्ची विद्या हासिल की, विदेश गए, अर्थशास्त्र की PhD की। पहले भारतवासी सी जिन्होंने अर्थशास्त्र की PhD की और देश के पहले कानून मंत्री बने। CM साहब जो उस वक्त जो डिप्रेस्ड क्लास, जो पिछड़ा वर्ग, जो उसकी पीड़ा सी, उसनू डॉक्टर अंबेडकर साहब जी ने महसूस किया और उन्होंने मन में फैसला किया है कि ये जिहड़े हालात है, ये जिहड़ी ना बराबरी है, इस तरफ विरुद्ध संघर्ष करना। और उन्होंने अखबारां भी कढ़ियां, स्कूल भी चलाए, क्योंकि उन्होंने कहना सी एजुकेट, ऑर्गेनाइज एंड एजिटेट। विद्या नूं वो बहुत प्रायोरिटी दिंदे सी। वो समझ सन कि जिहड़ा डिप्रेस क्लास जिन्नी देर तक उन्होंने विद्या नहीं मिलेगी वो समाज में अगे नहीं बढ़ सकेंगे। मेरे साथियों ने पानी दा बार बार जिक्र किया कि उस वक्त पानी नहीं सी पीण देंदे, खूहां ते नहीं चढ़न देंदे। ठीक है, मेरे साथियों ने डॉक्टर अंबेडकर साहब जी ने 1927 में सब नों पहला जिहड़ा महाड़ सत्याग्रह उन्होंने किया और उन्होंने जिहड़ा पब्लिक वेल सी उत्थे संघर्ष करने वास्ते बहुत वड्डी एजिटेशन वो लैके गए और उन्होंने उस खूह का जिहड़ा जल स्रोत सीगा पब्लिक उत्थे जाके पानी ग्रहण किया और वो एक बहुत वड्डी कॉन्फ्रेंस की थी। डॉक्टर साहब ने उस वक्त कहा सी, वी आर नॉट गोइंग टू द चवाडर टैंक टू merely drink its water. We are going to the tank to assert that we too are human beings like others. It must be clear that this meeting has been called to set up the norms of equality. So उस वक्त ही उन्होंने बराबरी दी जिहड़ी समाज विच उन्होंने नींह रख दी और लगातार उन्होंने संघर्ष जारी रहा और वो एक नैशनल साडे देश के जिहड़े दलित समाज के नेता बन के वो उभरे। CM साहब 1930 में पहली राउंड टेबल कॉन्फ्रेंस ब्रिटिश सरकार ने सदी। उस वक्त भी ये संघर्ष चल रहा सी कि कौन
ਦਲਿਤਾਂ ਵੱਲੋਂ ਬੈਠੇ। ਸੋ ਮੈਂ ਇਹ ਇਤਿਹਾਸ ਗਵਾਹ ਹੈ ਕਿ ਮੈਂ ਜਲੰਧਰ, ਇਸ ਵੇਲੇ ਜਲੰਧਰ ਤੋਂ ਬੋਲ ਰਿਹਾ। ਜਲੰਧਰ ਵਿੱਚ ਇੱਕ ਆਧਰਮ ਮੰਡਲ, ਅੱਜ ਜਿੱਥੋਂ ਮੈਂ ਬੈਠਾ ਇਹਦੇ ਨਾਲ ਹੀ ਇੱਕ ਆਧਰਮ ਮੰਡਲ ਦੀ ਸੰਸਥਾ ਜੀ, ਜਿਸ ਦੇ ਮੁਖੀ ਬਾਬੂ ਮੰਗੂ ਰਾਮ ਸਨ ਔਰ ਉਸਦੇ ਸੈਕਟਰੀ ਮੇਰੇ ਵਾਲਿਦ ਮਾਸਟਰ ਗੁਰਵੰਤਾ ਸਿੰਘ ਸਨ। ਤਾਂ ਉਸ ਵਕਤ ਉਹਨਾਂ ਨੇ ਇੱਥੋਂ ਸੈਂਕੜੇ ਟੈਲੀਗ੍ਰਾਮਸ ਜਲੰਧਰ ਚੋਂ ਬ੍ਰਿਟਿਸ਼ ਸਰਕਾਰ ਨੂੰ ਭੇਜੀਆਂ ਕਿ ਡਾਕਟਰ ਅੰਬੇਡਕਰ ਸਾਹਿਬ ਸਾਡਾ ਨੇਤਾ ਹੈ, ਸਾਡੇ ਵੱਲੋਂ ਰਾਉਂਡ ਟੇਬਲ ਕਾਨਫਰੰਸ ਵਿੱਚ ਡਾਕਟਰ ਅੰਬੇਡਕਰ ਸਾਹਿਬ ਬੈਠਣਗੇ। ਡਾਕਟਰ ਸਾਹਿਬ ਬੈਠੇ ਔਰ ਅੱਜ ਜਿਹੜੀ ਪੀੜਾ ਦੀਆਂ ਗੱਲਾਂ ਆਪਾਂ ਅੱਜ ਸਾਰਿਆਂ ਨੇ ਕੀਤੀਆਂ, ਪਹਿਲੀ ਦਫਾ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਜੋ ਡਿਪਰੈਸ ਕਲਾਸ ਸਮਾਜ ਦੇ ਲੋਕ ਸੀ, ਜੋ ਉਹਨਾਂ ਦੀ ਪੀੜਾ ਸੀ, ਜੋ ਦੇਸ਼ ਵਿੱਚ ਅਨਟਚੇਬਿਲਿਟੀ ਦੀ ਪ੍ਰਥਾ ਸੀ, ਉਸ ਨੂੰ ਰਾਉਂਡ ਟੇਬਲ ਕਾਨਫਰੰਸ ਵਿੱਚ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਰੱਖਿਆ ਔਰ ਰੱਖਦੇ ਨਾਲ ਹੀ ਉਹਨਾਂ ਨੇ ਸੈਪਰੇਟ ਇਲੈਕਟੋਰੇਟ ਦੀ ਮੰਗ ਕੀਤੀ, ਜਿਹੜਾ ਕਿ ਬਾਅਦ ਵਿੱਚ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਅਵਾਰਡ ਦਿੱਤਾ। ਫਿਰ ਮਹਾਤਮਾ ਗਾਂਧੀ ਜੀ ਨੇ ਵਰਤ ਰੱਖਿਆ। ਤਾਂ ਉਸ ਤੋਂ ਬਾਅਦ ਫਿਰ ਪੂਨਾ ਪੈਕਟ 1932 ਵਿੱਚ ਹੋਇਆ ਔਰ ਪੂਨਾ ਪੈਕਟ ਵਿੱਚ ਸਹੀ ਮਾਇਨੇ 'ਚ ਪਹਿਲੀ ਜਿਹੜੀ ਪੌੜੀ ਸੀ ਰਿਜ਼ਰਵੇਸ਼ਨ ਦੀ, ਉਹ ਰੱਖੀ ਗਈ। ਪੂਨਾ ਪੈਕਟ ਦੇ ਤਹਿਤ 148 ਜਿਹੜੀਆਂ ਪ੍ਰੋਵਿੰਸ਼ੀਅਲ ਅਸੈਂਬਲੀਜ਼, ਉਹਨਾਂ ਵਿੱਚ ਸੀਟਾਂ ਰੱਖੀਆਂ ਗਈਆਂ, ਰਿਜ਼ਰਵ ਕਰ ਦਿੱਤੀਆਂ ਗਈਆਂ, ਜਿਸ ਦੇ ਵਿੱਚ ਮੈਨੂੰ ਮਾਣ ਹੈ ਕਿ ਉਹਨਾਂ 48 ਦੇ ਵਿੱਚ ਜਿਹੜੇ ਪਹਿਲਾ ਇਲੈਕਸ਼ਨ ਹੋਇਆ ਉਸ ਵਿੱਚ ਮੇਰੇ ਵਾਲਿਦ ਨੇ ਵੀ, ਮਾਸਟਰ ਗੁਰਵੰਤਾ ਸਿੰਘ ਨੇ ਵੀ ਇਲੈਕਸ਼ਨ ਲੜਿਆ, ਫਿਰ 45 'ਚ ਲੜਿਆ, ਫਿਰ 52 'ਚ ਲੜਿਆ। ਸੋ ਇੱਕ ਉਹ ਸ਼ੁਰੂਆਤ ਸੀ ਰਿਜ਼ਰਵੇਸ਼ਨ ਦੀ ਜਦ। ਔਰ ਇਹ ਨਹੀਂ ਸਿਰਫ ਡਾਕਟਰ ਅੰਬੇਡਕਰ ਸਾਹਿਬ ਨੂੰ ਜੇ ਜੋੜਿਆ ਜਾਵੇ ਕਿ ਅਨੁਸੂਚਿਤ ਜਾਤੀ ਦਾ ਹੀ ਉਹਨੇ ਗੱਲ ਕੀਤੀ, ਨਹੀਂ, ਡਾਕਟਰ ਅੰਬੇਡਕਰ ਸਾਹਿਬ ਇੱਕ ਬਹੁਤ ਮਹਾਨ ਇੰਟੈਲੈਕਚੁਅਲ ਔਰ ਬਹੁਤ ਵੱਡੇ ਵਿਜ਼ਨਰੀ ਉਹਨਾਂ ਦੀ ਸ਼ਖਸੀਅਤ ਸੀ। ਜਦੋਂ ਵਾਇਸਰਾਏ ਕੌਂਸਲ ਜਿਹੜੀ ਹੈ 1942 ਔਰ 46 ਵਿੱਚ ਜਦੋਂ ਰਹੇ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਲੇਬਰ ਰਿਫਾਰਮਸ ਹੈ, ਇਹ ਡਾਕਟਰ ਅੰਬੇਡਕਰ ਸਾਹਿਬ ਦੀ ਦੇਣ ਹੈ, ਜਿਹੜੇ ਉਹਨਾਂ ਨੇ ਲਿਆਂਦੇ। ਇੰਪਲੋਇਮੈਂਟ ਐਕਸਚੇਂਜਸ ਉਸ ਵਕਤ ਬਣੀਆਂ, ਜਿਹੜੀਆਂ ਲੀਵ ਬੈਨੀਫਿਟ, ਇੰਪਲੋਇਮੈਂਟ ਇਕੁਅਲ ਫॉर ਇਕੁਅਲ ਪੇ ਫॉर ਇਕੁਅਲ ਇੰਪਲੋਇਮੈਂਟ, ਜਿਹੜੀਆਂ ਹੋਰ ਸਾਰੀਆਂ ਮੈਡੀਕਲ ਲੀਵਸ, ਇੰਸ਼ੋਰੈਂਸਿਸ, ਇਹ ਸਾਰੀਆਂ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਉਸ ਵਕਤ ਜਿਹੜੀਆਂ ਲਿਆਂਦੀਆਂ ਔਰ ਉਹਨਾਂ ਨੇ ਦੇਸ਼ ਵਿੱਚ, ਮੈਂ ਸਮਝਦਾ ਕਿ ਇੱਕ ਵੱਡੀ ਲਹਿਰ ਲੇਬਰ ਮੂਵਮੈਂਟ ਜਿਹੜੀ ਹੈ ਉਹ ਡਾਕਟਰ ਅੰਬੇਡਕਰ ਸਾਹਿਬ ਨੇ ਉਸ ਵਕਤ ਲਿਆਂਦੀ ਹੈ। ਔਰ ਇਹ ਨਹੀਂ, ਅੱਜ ਪਾਣੀ ਦੀ ਗੱਲ ਹੁੰਦੀ ਹੈ, ਅੱਜ ਬਿਜਲੀ ਦੀ ਗੱਲ ਹੁੰਦੀ ਹੈ, ਇਸ ਨੂੰ ਆਰਗੇਨਾਈਜ਼ ਕਰਨ ਵਾਲਾ ਕੌਣ ਹੈ? ਇਹ ਡਾਕਟਰ ਅੰਬੇਡਕਰ ਸਾਹਿਬ ਹੈ। ਡਾਕਟਰ ਅੰਬੇਡਕਰ ਸਾਹਿਬ ਨੇ ਸੈਂਟਰਲ ਵਾਟਰਵੇ ਐਂਡ ਨੈਵੀਗੇਸ਼ਨ ਕਮਿਸ਼ਨ ਦੀ ਸਥਾਪਨਾ ਪਹਿਲੀ ਉਹਨਾਂ ਨੇ ਕੀਤੀ, ਜਿਹੜਾ ਕਿ ਅੱਜ ਜਿਹਨੂੰ ਸੈਂਟਰਲ ਵਾਟਰ ਕਮਿਸ਼ਨ ਕਹਿੰਦੇ हैं। ਇਸੇ ਤਰ੍ਹਾਂ ਡਾਕਟਰ ਸਾਹਿਬ ਨੇ ਸੈਂਟਰਲ ਟੈਕਨੀਕਲ ਪਾਵਰ ਬੋਰਡ ਉਹਦੀ ਗਠਨ ਕੀਤਾ, ਜਿਸ ਨੂੰ ਅੱਜ ਸੈਂਟਰਲ ਇਲੈਕਟ੍ਰਿਸਿਟੀ ਜਿਹੜੀ ਰੈਗੂਲੇਟਰੀ ਜਿਹੜੀ ਅਥਾਰਟੀ ਕਹਿੰਦੇ। ਅੱਜ ਜਿਹੜੇ ਹਾਈਡਲ ਪ੍ਰੋਜੈਕਟਸ, ਵੱਡੇ ਵੱਡੇ ਜਿਹੜੇ ਰਿਵਰ ਵੈਲੀ ਪ੍ਰੋਜੈਕਟਸ, ਇਹ ਕੌਣ ਲਿਆ? ਦਮੋਦਰ ਰਿਵਰ ਵੈਲੀ ਪ੍ਰੋਜੈਕਟ ਡਾਕਟਰ ਅੰਬੇਡਕਰ ਲਿਆਏ, ਸੋਨੀ ਰਿਵਰ ਵੈਲੀ ਉਹ ਲਿਆਏ, ਮਹੇਦੀ ਜਿਹੜੇ ਹੀਰਾਕੁੰਡ ਜਿਹੜਾ ਵੈਲੀ ਪ੍ਰੋਜੈਕਟ ਉਹ ਲਿਆਏ, ਚੰਬਾ ਪ੍ਰੋਜੈਕਟ। ਸੋ ਡਾਕਟਰ ਅੰਬੇਡਕਰ ਸਾਹਿਬ ਨੇ ਸਮੁੱਚੇ ਤੌਰ ਤੇ ਦੇਸ਼ ਦੇ ਨਿਰਮਾਣ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਦੇਸ਼ ਨੂੰ ਅੱਗੇ ਲਿਜਾਣ ਵਿੱਚ ਉਹਨਾਂ ਨੇ ਯੋਗਦਾਨ ਪਾਇਆ। ਵੂਮਨ ਐਮਪਾਵਰਮੈਂਟ ਦੀ ਗੱਲ ਹੋਈ ਹੈ, ਆਪਾਂ ਵੀ ਵੂਮਨ ਐਮਪਾਵਰਮੈਂਟ ਕਰਦੇ ਹਾਂ। ਐਨਡੀਏ ਗਵਰਨਮੈਂਟ, ਯੂਪੀਏ ਗਵਰਨਮੈਂਟ ਨੇ ਬੜੀ ਕੀਤੀ, ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਬਹੁਤ ਕੀਤੀ ਹੈ, ਜਿਹੜੀਆਂ ਸਾਰੇ ਮੰਤਰੀ ਸਾਹਿਬਾਨ ਨੇ ਕੀਤੀਆਂ। ਪਰ ਪਹਿਲਾਂ ਜਿਹੜਾ ਫਸਟ ਜਿਹੜਾ ਹਿੰਦੂ ਕੋਡ ਬਿੱਲ ਉਹ ਕੀ ਸੀ? ਉਹ ਮਹਿਲਾਵਾਂ ਨੂੰ ਬਰਾਬਰ ਦਾ ਹੱਕ ਦੇਣਾ, ਮਹਿਲਾਵਾਂ ਨੂੰ ਡਿਵੋਰਸ ਕਰਨ ਦਾ ਹੱਕ ਦੇਣਾ, ਅਡਾਪਸ਼ਨ ਦਾ ਹੱਕ ਦੇਣਾ, ਜਿਹੜੀ ਡਬਲ ਮੈਰਿਜ ਹੈ ਉਸ ਨੂੰ ਰੋਕਣਾ। ਇਹ ਸਾਰੀਆਂ ਚੀਜ਼ਾਂ ਡਾਕਟਰ ਅੰਬੇਡਕਰ ਸਾਹਿਬ ਉਸ ਹਿੰਦੂ ਕੋਡ ਬਿੱਲ ਵਿੱਚ ਲਿਆਏ, ਜਿਹੜਾ ਕਿ ਪਹਿਲੇ ਸੰਸਦ ਵਿੱਚ ਰਹਿ ਗਿਆ ਔਰ ਬਾਅਦ ਵਿੱਚ 55-56 ਦੀ ਜਿਹੜੀ ਸੰਸਦ ਸੀ ਉਸ ਦੇ ਵਿੱਚ ਉਸ ਨੂੰ ਪਾਸ ਕੀਤਾ ਗਿਆ। ਔਰ ਜਵਾਹਰ ਲਾਲ ਨਹਿਰੂ ਜੀ ਨੇ ਬੜੇ ਵੱਡੇ ਕੰਪਲੀਮੈਂਟਸ ਇਸ ਨੂੰ ਬਿੱਲ ਪਾਸ ਹੁੰਦੇ ਡਾਕਟਰ ਅੰਬੇਡਕਰ ਸਾਹਿਬ ਜਿਹੜੇ ਨੂੰ ਦਿੱਤੇ। ਸੋ ਮੈਂ ਸਮਝਦਾ ਹਾਂ
ਕਿ ਡਾਕਟਰ ਅੰਬੇਡਕਰ ਸਾਹਿਬ ਇੱਕ ਬਹੁਤ ਹੀ ਇਤਿਹਾਸ ਵਿੱਚ, ਦੇਸ਼ ਦੇ ਇਤਿਹਾਸ ਵਿੱਚ ਉਹਨਾਂ ਦਾ ਸੁਨਹਿਰੀ ਅੱਖਰਾਂ ਨਾਲ ਨਾਂ ਹੈ, ਕਿਉਂਕਿ ਦੇਸ਼ ਦਾ ਜਿਹੜਾ ਸੰਵਿਧਾਨ ਹੈ, ਹਿੰਦੁਸਤਾਨ ਦਾ, ਭਾਰਤ ਵਰਸ਼ ਦਾ ਸੰਵਿਧਾਨ, ਜਿਸ ਨੂੰ ਸਾਰੀ ਦੁਨੀਆ ਵਿੱਚ ਉੱਤਮ ਸੰਵਿਧਾਨ ਮੰਨਿਆ ਜਾਂਦਾ, ਜਿਸ ਦੇ ਵਿੱਚ ਵੱਖ-ਵੱਖ ਪ੍ਰੋਵੀਜ਼ਨ ਕਰਕੇ, ਚਾਹੇ ਉਹ ਫੰਡਾਮੈਂਟਲ ਰਾਈਟਸ ਹੈ, ਚਾਹੇ ਉਹ ਦੂਸਰੀਆਂ ਚੀਜ਼ਾਂ ਜਿਹੜੀਆਂ ਪ੍ਰੋਵੀਜ਼ਨ ਰੱਖੇ, ਜਾਂ ਰਿਜ਼ਰਵੇਸ਼ਨ ਪਾਲਿਸੀ ਹੈ, ਸਾਰੀਆਂ ਚੀਜ਼ਾਂ ਨੂੰ ਬਰਾਬਰ, ਸਾਰਿਆਂ ਨੂੰ ਇਕੁਅਲ ਫਰੈਂਚਾਈਜ਼, ਸਾਰਿਆਂ ਨੂੰ ਵੋਟ ਦਾ ਹੱਕ, ਇਹ ਸਾਰੀਆਂ ਚੀਜ਼ਾਂ, ਔਰ ਇੱਕ ਦੇਸ਼ ਨੂੰ ਸੈਕੂਲਰ ਸਟੇਟ ਜਿਹੜਾ ਡਿਕਲੇਅਰ ਕਰਕੇ, ਮੈਂ ਸਮਝਦਾ ਕਿ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਜਿਹੜੀ ਇੱਕ ਨਵੀਂ ਚੀਜ਼ ਜਿਹੜੀ ਦੇਸ਼ ਨੂੰ ਦਿੱਤੀ, ਔਰ ਜਿਹੜਾ ਉਸ ਦੇ ਕਰਕੇ ਹੀ, ਉਸ ਸੰਵਿਧਾਨ ਦੇ ਕਰਕੇ ਹੀ ਅੱਜ ਦੇਸ਼ ਇੰਨਾ ਅੱਗੇ ਵਧਿਆ, ਔਰ ਅੱਜ ਆਪਾਂ ਦੁਨੀਆ ਦੀਆਂ ਪਹਿਲੀਆਂ ਜਿਹੜੀਆਂ ਤਾਕਤਾਂ ਉਸ ਦੇ ਵਿੱਚ ਅੱਜ ਅਸੀਂ ਖੜੇ ਹਾਂ। ਡਾਕਟਰ ਅੰਬੇਡਕਰ ਸਾਹਿਬ ਜੀ ਦਾ ਜਿਹੜਾ ਯੋਗਦਾਨ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ 'ਚ ਜੋ ਚੀਜ਼ਾਂ ਰੱਖ ਦਿੱਤੀਆਂ, ਉਹ ਮੈਂ ਸਮਝਦਾ ਕਿ ਉਸ ਦੇ ਨਾਲ ਹੀ ਸਾਡਾ ਦੇਸ਼ ਅੱਗੇ ਵਧਿਆ। ਪਰ ਇਸ ਦੇ ਨਾਲ ਨਾਲ ਮੈਂ ਸੀਐਮ ਸਾਹਿਬ ਇਹ ਵੀ ਕਹਿਣਾ ਚਾਹੁੰਦਾ ਕਿ ਅੱਜ ਇੰਨੇ ਅਰਸੇ ਬਾਅਦ ਵੀ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਕਿਹਾ ਸੀਗਾ ਕਿ ਧਰਮ ਜਿਹੜਾ ਦੇਸ਼ ਹੈ ਉਹ ਧਰਮ ਔਰ ਜਾਤ ਪਾਤ ਤੋਂ ਉੱਪਰ ਹੈ। ਜਦੋਂ ਧਰਮ ਔਰ ਜਾਤ ਪਾਤ ਦੇਸ਼ ਤੋਂ ਉੱਪਰ ਚਲੇ ਗਈ ਤਾਂ ਫਿਰ ਦੇਸ਼ ਮੁੜ ਕੇ ਗੁਲਾਮ ਹੋ ਜਾਏਗਾ, ਜਿਹੜਾ ਕਿ ਮੁੜ ਕੇ ਕਦੀ ਵੀ ਇਸ ਨੂੰ ਫਰੀडम नहीं मिलेगी। वो चीज़ां इसी करके उन्होंने इनकॉर्पोरेट कीतियां हिंदुस्तान के कॉन्स्टिट्यूशन दे विच। पर अज भी मैनू इस गल का दुख है कि जिहड़ा माइंड सैट है, जिहड़ा डॉक्टर अंबेडकर साहब जात पात का जिहड़ा माइंड सैट ब्रेक करना चाहते सी, अज भी वो माइंड सैट सैक रहा है। इसी करके बहुत सारिया वड्डियां मुश्किलों का सानू सामना करना पिया। डॉक्टर अंबेडकर साहब जिहड़ियां चीज़ां दे गए सी, अज की जिहड़ी मौजूदा देश की सरकार है उसनूं एक एक करके उसनूं डिल्यूट करना चाहते हैं। अज की हो रहा है, अज फिर जात पात और धर्म नूं उच्चा चक्या जा रहा है, देश नूं नीचा किया जा रहा है। अज देश दे विच जो वड्डे जिहड़ियां संस्थावां सी उन्हां नूं प्राइवेट हत्थां दे विच दित्ता जा रहा है। अज देश विच प्राइवेटेशन की जा रही ताकि जिहड़ी डॉक्टर अंबेडकर साहब जी ने रिजर्वेशन दी सी उसनूं डिल्यूट कर दिता जाए। अज देश की जिहड़ी कमिटेड भारत सरकार की जिहड़ी कमिटेड लाइबिलिटी है, पोस्ट मैट्रिक स्कॉलरशिप 100% जिहड़ी लाइबिलिटी सी, अज देश की सरकार उस तो भज गई। और ये तो तुसीं जदों अपनी जिहड़ी डॉक्टर अंबेडकर साहब जी के नां स्कीम लियाए और असीं वो रौला पाया तो फिर वो 60% ते मनी। पर हाले भी असीं बार बार कह रहे हैं कि जिहड़ा ਜਿਹੜੇ 17 ਤੋਂ ਬਾਅਦ ਜਿਹੜਾ ਗੈਪ ਹੈ ਅੱਜ ਤੱਕ ਦਾ, ਉਸ ਦੇ ਨਾਲ ਇੱਕ ਬਹੁਤ ਵੱਡੀ ਇਨਕਨਵੀਨੀਅੰਸ ਦੇਸ਼ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਸਾਹਮਣੇ ਆ ਰਹੀ ਹੈ। ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ, ਸਕੂਲ ਕਈ ਬੰਦ ਹੋ ਰਹੇ, ਟੀਚਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਸੋ ਇੱਕ ਬੜੀ ਸੱਚੀ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਡਾਕਟਰ ਅੰਬੇਡਕਰ ਸਾਹਿਬ ਦਾ ਦਿਨ ਤਾਂ ਮਨਾਏਗੀ, ਸਬ ਕੌਂਸਟੀਟਿਊਸ਼ਨ ਡੇ ਵੀ ਮਨਾਏਗੀ ਪਾਰਲੀਮੈਂਟ ਵਿੱਚ, और भावपूर्ण जी है श्रद्धांजलि भी डॉक्टर अंबेडकर साहब को देगी। पर डॉक्टर अंबेडकर साहब दी जिहड़ियां बनाईयां हुई पॉलिसीज उन्हां दी जिहड़ी विचार दायरा बहुत वड्डा है। तुहाडी जिहड़ी सोच है वो ब्रॉड है, तुहाडी जिहड़ी सोच है जिस दूसरे लीडरां दी है जात पात जा वो तुहाडी नहीं, क्योंकि तुहाडे शरीर में एक रॉयल खून चल रहा है। क्योंकि जिहड़ा रॉयल जिहड़ा किंग हुंदा, जिहड़ा राजा हुंदा, उसका जिहड़ा नज़रिया वो प्रजा का वखरा हुंदा, जिहड़ी पोलीटिकल हैड हुंदा उसका वखरा हुंदा। सो तुहाडे रगां चों खून चल रहा है, इस करके तुसीं बहुत ब्रॉड माइंडेड हो। और असीं समझते हैं कि जदों भी कोई ऐसी चीज़ तुहाडे सामने रखी है तुसीं अज तक ना नहीं कीती। मैनूं याद है जदों भी मैं कोई चाहे वो रिजर्वेशन पॉलिसी जां होर जदों भी मैं तुहाडे कोल फाइल ले जांदा सी तो जे मैं तुहानूं दस्सण भी लगदा सी भी दिस इज़ रिगार्डिंग तो तुसीं कहिंदे सी दस्तखत कित्थे करने, तुहाडा एडा जिगरा वड्डा, तुसीं इन्ने ब्रॉड माइंडेड हो। पर इस गल दा थोड़ा दुख है कि अज भी जिहड़ी 85th कॉन्स्टिट्यूशनल अमेंडमेंट है
2002 ਚ ਐਜ਼ ਅ ਵੈਲਫੇਅਰ ਮਿਨਿਸਟਰ ਮੈਂ ਮੂਵ ਕੀਤੀ ਸੀ। ਉਸ ਤੋਂ ਬਾਅਦ ਤੁਸੀਂ ਉਸ ਨੂੰ ਅਮਲੀ ਜਾਮਾ ਪਹੁੰਚਾਉਣ ਵਾਸਤੇ ਵਿਧਾਨ ਸਭਾ 'ਚ ਕਾਨੂੰਨ ਵੀ ਬਣਾਇਆ। ਉਸ ਤੋਂ ਬਾਅਦ ਫਿਰ ਦੁਬਾਰਾ ਹੁਣ ਵੀ ਤੁਸੀਂ ਉਸ ਨੂੰ ਕੀਤਾ। ਇਹ ਮਾਈਂਡ ਸੈਟ ਹੈ ਦੇਸ਼ ਦਾ ਹੀ, ਸਮਾਜ ਦਾ, ਕਿ ਬਾਰ-ਬਾਰ ਸਾਨੂੰ ਰਿਗਾਰਡਿੰਗ ਰਿਜ਼ਰਵੇਸ਼ਨ ਦਲਿਤਾਂ ਵਾਸਤੇ ਬਾਰ-ਬਾਰ ਕਨਸਟੀਟਿਊਸ਼ਨਲ ਅਮੈਂਡਮੈਂਟਸ ਕਿਉਂ ਲਿਆਉਣੀਆਂ ਪੈ ਰਹੀਆਂ। ਇਹ ਗੱਲ ਇਹੀ ਦੱਸਦੀ ਹੈ ਕਿ ਬਾਰ-ਬਾਰ ਅਸੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਲੈ, ਹੁਣ ਫਿਰ ਦੁਬਾਰਾ ਲੈ ਪਾਰਲੀਮੈਂਟ ਵਿੱਚ। ਸੋ ਇਸ ਕਰਕੇ ਇਹਨਾਂ ਨੂੰ ਗੰਭੀਰਤਾ ਦੇ ਨਾਲ ਦੇਖਣ ਦੀ ਜ਼ਰੂਰਤ ਹੈ। ਔਰ ਇਹ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, 85th ਅਮੈਂਡਮੈਂਟ ਹੈ, ਇਹ ਬਹੁਤ ਸਾਰੀ ਜਗ੍ਹਾ ਇਹ ਲਾਗੂ ਹੋਈ ਹੈ, ਪਰ ਬਹੁਤ ਸਾਰੀਆਂ ਐਸੀਆਂ ਜਥੇਬੰਦੀਆਂ ਜੋ ਇਸ ਨੂੰ ਤਾਰ ਪੀੜੋ ਕਰਨਾ ਚਾਹੁੰਦੀਆਂ। ਕਿ ਮੈਂ ਖੁਦ ਮੰਤਰੀ ਰਿਹਾ ਇਸ ਮਹਿਕਮੇ ਦਾ, ਮੈਨੂੰ ਪਤਾ ਕਿ ਕਿਹੜੀ ਜਥੇਬੰਦੀਆਂ ਇਸ ਨੂੰ ਤਾਰ ਪੀੜੋ ਕਰਦੀਆਂ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ, ਇਹ ਇੱਕ ਦਫਾ ਇਸ ਨੂੰ ਸਾਰੀ ਜਿਹੜੀ 85th ਕਨਸਟੀਟਿਊਸ਼ਨ ਅਮੈਂਡਮੈਂਟ ਹੈ, ਇਸ ਨੂੰ ਇਨ ਲੈਟਰ ਐਂਡ ਸਪਿਰਿਟ ਇਸ ਨੂੰ ਲਾਗੂ ਕਰ ਦਿਓ, ਇੰਸਟਰਕਸ਼ਨਸ ਜਾਰੀ ਕਰ ਦਿਓ, ਔਰ ਸਾਰੇ ਹੀ ਹੈਡਸ ਜਿਹੜੇ ਡਿਪਾਰਟਮੈਂਟਸ ਦੇ ਸੈਕਟਰੀ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਕਹਿ ਦਿਓ ਕਿ ਆਪਣੇ ਆਪਣੇ ਜਿਹੜਾ ਡਿਪਾਰਟਮੈਂਟ ਹੈ ਉਸ ਦੇ ਵਿੱਚ ਇਸ ਨੂੰ ਲਾਗੂ ਕਰੋ। ਮੈਨੂੰ ਪੂਰਾ ਯਕੀਨ ਹੈ, ਕਿਉਂਕਿ ਪਹਿਲਾਂ ਵੀ ਤੁਸੀਂ ਬੜੇ ਦ੍ਰਿੜਤਾ ਦੇ ਨਾਲ ਇਸ ਨੂੰ ਲਾਗੂ ਕਰਾਇਆ ਔਰ ਇਸ ਨੂੰ ਗੰਭੀਰਤਾ ਦੇ ਨਾਲ ਲਿਆ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਨੂੰ, ਜਿੱਦਾਂ ਮੇਰੇ ਸਾਥੀ ਮਿਨਿਸਟਰ ਸਾਹਿਬਾਨ ਨੇ ਕਿਹਾ, ਇਸ ਨੂੰ ਜਲਦੀ ਤੱਕ ਕਰੋ, ਤਾਂ ਕਿ ਇੱਕ ਜਿਹੜੀ ਫੀਲਿੰਗ ਹੈ ਅਮੰਗ ਸੀਐਮ ਸਾਹਿਬ, ਜਿਹੜੀ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਵੀ ਦੱਸਿਆ ਕਿ ਮੋਰ ਦੈਨ ਤਕਰੀਬਨ 32% ਜਿਹੜੀ 11 ਦੀ ਸੈਂਸਸ ਉਸ ਦੇ ਮੁਤਾਬਕ ਸਾਡੀ ਵਾਧੀ ਹੈ, ਔਰ ਜਿਹੜੀ ਹੁਣ ਹੋਈ ਹੈ ਉਸ ਦੇ ਮੁਤਾਬਕ ਸਾਡੀ ਹੋਰ ਵੱਧ ਗਈ ਹੈ। ਕਈ ਜ਼ਿਲ੍ਹੇ ਐਸੇ ਜਿੱਥੇ ਜਿੱਦਾਂ ਮੁਕਤਸਰ ਹੈ ਜਾਂ ਹੋਰ ਹੈ, ਉੱਥੇ 43% ਹੈ। ਕਈ ਐਸੇ ਸੈਗਮੈਂਟਸ ਹੈ ਜਿੱਥੇ 50% ਵੀ ਇਹਨਾਂ ਦੀ ਵਾਧੀ। ਔਰ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਕਿ ਬਹੁਤ ਜਿਹੜੀ ਹੋਲਡਿੰਗ ਉਹਦਾ ਬਹੁਤ ਨੈਗਲੀਜੀਬਲ ਹਿੱਸਾ ਜਿਹੜਾ ਮੇਰੇ ਸਮਾਜ ਦੇ, ਸਾਡੇ ਸਮਾਜ ਦੇ ਲੋਕ ਲੈਂਡ ਹੋਲਡਰ ਨਹੀਂ ਗਏ। ਇਹਨਾਂ ਦਾ ਸਿਰਫ ਤੇ ਸਿਰਫ ਕਿੱਤਾ ਜਾਂ ਮਜ਼ਦੂਰੀ ਹੈ ਜਾਂ ਇੰਪਲੋਇਮੈਂਟ ਹੈ ਜਾਂ ਨੌਕਰੀ ਹੈ। ਔਰ ਇਸ ਕਰਕੇ ਇਹਨਾਂ ਦੀਆਂ ਨੌਕਰੀਆਂ ਨੂੰ ਪ੍ਰੋਟੈਕਟ ਕਰਨਾ, ਮੈਂ ਸਮਝਦਾ ਇਹੀ ਸ਼ਰਧਾਂਜਲੀ ਹੈ ਡਾਕਟਰ ਅੰਬੇਡਕਰ ਸਾਹਿਬ ਨੂੰ, ਤਾਂ ਕਿ ਇਹ ਸਮਾਜ ਜਿਹੜਾ ਅੱਗੇ ਵੱਧ ਸਕੇ। ਅੱਜ ਜਿਹੜੀਆਂ ਛੋਟੀਆਂ ਹੋਰ ਗੱਲਾਂ ਕੀਤੀਆਂ ਕਿ ਜਿਹੜੇ ਆਊਟਸੋਰਸ ਤੋਂ ਕਰਦੇ ਰੈਗੂਲਰ ਕਰੋ। ਜਿਹੜੇ ਸਫਾਈ ਕਰਮਚਾਰੀ ਹੈ, ਜਿਹੜੇ ਸਾਡਾ ਮੈੜਾ ਹਟਾਉਂਦੇ ਹੈ, ਉਹ ਲਗਾਤਾਰ ਕਹੀ ਜਾ ਰਹੇ ਵੀ ਸਾਨੂੰ ਰੈਗੂਲਰ ਕਰ ਦਿਓ। ਇਹ ਮਤਲਬ ਇਹਨਾਂ ਜਿਹੜੇ ਲੋਕ ਹੈ, ਇਹਨਾਂ ਦੀਆਂ ਸਮੱਸਿਆ ਨੂੰ ਇਮੀਡੀਏਟਲੀ ਜਿਹੜਾ ਲਾਗੂ ਕਰਨਾ ਦੀ ਜ਼ਰੂਰਤ ਹੈ। ਅੱਜ ਅਸੀਂ ਡਾਕਟਰ ਅੰਬੇਡਕਰ ਸਾਹਿਬ ਜੀ ਦਾ ਜਨਮ ਮਨਾਉਂਦੇ। ਚੰਨੀ ਸਾਹਿਬ ਨੇ ਕਿਹਾ, ਠੀਕ ਹੈ ਕਿ ਪਾਪੂਲੇਸ਼ਨ ਦੇ ਮੁਤਾਬਕ 33% ਦੇ ਮੁਤਾਬਕ ਜਿੱਥੇ ਜਿੱਥੇ ਵੀ ਸਾਡੇ ਜਿਹੜੇ ਇੰਪਲੋਈਜ਼ ਹੈ, ਚਾਹੇ ਉਹ ਡਿਸਟ੍ਰਿਕਟ ਹੈਡਸ ਹੈ, ਚਾਹੇ ਉਹ ਸਿਵਲ ਹੈ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਹੈਡ ਆਫ ਦੀ ਡਿਪਾਰਟਮੈਂਟਸ ਹੈ, ਚਾਹੇ ਉਹ ਦੂਸਰੀਆਂ ਸਾਡੇ ਜਿਹੜੇ ਯੂਨੀਵਰਸਿਟੀਜ਼ ਹੈ, ਵੱਡੇ ਹਾਇਰ ਐਜੂਕੇਸ਼ਨ ਵਿੱਚ ਹੈ, ਇੱਥੇ ਬਿਲਕੁਲ ਹੈ ਨਹੀਂ ਗੇ। ਸੋ ਇਹਨਾਂ ਚੀਜ਼ਾਂ ਨੂੰ ਇੱਕ ਮੋਨੀਟਰ ਕਰਕੇ, ਆਨਲਾਈਨ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਆਪਣਾ ਆਪਣਾ ਸਥਾਨ ਦਿਓ, ਤਾਂ ਕਿ ਜਿਹੜੀ ਫੀਲਿੰਗ ਹੈ ਇਸ ਸਮਾਜ ਦੇ ਵਿੱਚ ਇਹ ਜਾਵੇ, ਜਿਹੜੀ ਕਿ ਤੁਹਾਡੇ ਤੋਂ ਬਹੁਤ ਆਸ ਰੱਖਦੇ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਇਹ ਸਮਾਜ ਇਹ ਸਮਝਦਾ ਕਿ ਸਾਡਾ ਹੱਕ ਜਿਹੜਾ ਅਗਰ ਕੋਈ ਪੰਜਾਬ ਦਵਾ ਸਕਦੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਦਵਾ ਸਕਦਾ, ਕਿਉਂਕਿ ਤੁਹਾਡੀ ਸੋਚ ਬੜੀ ਮਜ਼ਬੂਤ ਹੈ, ਤੁਹਾਡਾ ਵਿਜ਼ਨ ਬੜਾ ਸਟਰੋਂਗ ਹੈ। ਸੋ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਨੂੰ ਅੱਜ ਧਿਆਨ ਵਿੱਚ ਲਿਆਉਣ ਦੀ ਜ਼ਰੂਰਤ ਹੈ। ਔਰ ਹੋਰ ਵੱਡੇ ਵੱਡੇ ਪ੍ਰੋਜੈਕਟ ਸਾਰੇ ਮੇਰੇ ਮੰਤਰੀ ਸਾਹਿਬਾਨ ਨੇ ਦੱਸੇ, ਉਹ ਮੈਂ ਕਹਿੰਦਾ ਵੈਲਕਮ ਹੈ ਕਿ ਡਾਕਟਰ ਅੰਬੇਡਕਰ ਸਾਹਿਬ ਦਾ ਨਾਂ ਤੁਸੀਂ ਉੱਚਾ ਕਰ ਰਹੇ ਹੋ ਔਰ ਦਲਿਤ ਸਮਾਜ ਨੂੰ ਅੱਗੇ ਲਿਜਾਣ ਦਾ ਪੂਰਾ ਯਤਨ ਕਰ ਰਹੇ ਹੋ। ਆਪਾਂ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਹੈ, ਆਪਣੇ ਜਿਹੜੇ ਲੈਂਡਲੈਸ ਲੇਬਰ ਹੈ ਉਹਦੇ ਵਿੱਚੋਂ ਮੈਜੋਰਟੀ ਜਿਹੜੇ ਉਹ ਐਸੀ ਸਮਾਜ ਦੇ ਲੋਕ ਹੈ ਉਹਨਾਂ ਦੇ ਕਰੋ, ਉਹਨਾਂ ਦੇ ਇਮੀਡੀਏਟਲੀ ਕਰੋ। ਔਰ ਇੱਕ ਬਹੁਤ ਹੋਰ ਉਹ ਜਿਹੜੇ ਤੁਸੀਂ ਹੈਡ ਪੈਸੇ ਰੱਖੇ ਵੀ ਹੈ, ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਓਨ ਫੰਡਿੰਗ ਵਾਲੀਆਂ ਕੋਆਪਰੇਟਿਵ ਸੁਸਾਇਟੀਜ਼ ਆਉਂਦੀਆਂ, ਜਲੰਧਰ ਦੀਆਂ ਕੋਈ 48 ਹੈ, ਨਵੇਂ ਸ਼ਹਿਰ ਦੀਆਂ 30-35 ਇਸ ਤਰ੍ਹਾਂ ਹੈਗੀਆਂ, ਉਹਨਾਂ ਦੇ ਉਹ ਵਿੱਚ ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ। ਇਸ ਦੇ ਨਾਲ ਵੀ ਸੈਂਕੜੇ ਪਿੰਡਾਂ ਦੇ ਜਿਹੜੇ ਗਰੀਬ ਹੈ ਐਸੀ ਸਮਾਜ ਦੇ ਉਹ ਬਾਹਰ ਰਹਿ ਜਾਣਗੇ। ਸੋ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਵੀ ਉਸ ਘੇਰੇ ਵਿੱਚ, ਉਸ ਜਿਹੜੀ ਸਕੀਮ ਹੈ ਉਸ ਦੇ ਵਿੱਚ ਲਾਓ। ਸੋ ਮੈਂ ਬਹੁਤ ਕੁਝ ਕਹਿ ਗਿਆ। ਮੈਂ ਫਿਰ ਅੰਤ ਵਿੱਚ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ।
ਔਰ ਤੁਸੀਂ ਪਹਿਲਾਂ ਇੱਕ ਬਹੁਤ ਵੱਡਾ ਯਤਨ ਇਸ ਆਵਾਜ਼ ਨੂੰ ਕਰ ਰਹੇ ਹੋ। ਇਸ ਆਵਾਜ਼ ਨੂੰ ਤੁਹਾਡੇ ਤੇ ਬਹੁਤ ਵੱਡਾ ਮਾਣ ਹੈ, ਬਹੁਤ ਵੱਡਾ ਕੌਨਫੀਡੈਂਸ ਹੈ। ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਬਹੁਤ ਹੀ ਸਤਿਕਾਰਯੋਗ ਸਾਡੇ ਮਿਨਿਸਟਰ ਸਾਹਿਬਾਨ, MLA ਸਾਹਿਬਾਨ ਤੇ ਸਾਰੇ ਜਿਹੜੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਾਰੇ ਸਾਡੇ ਨਾਲ ਜੁੜੇ ਹੈ ਪੂਰੇ ਸੂਬੇ ਦੇ ਅੰਦਰ, ਉਹਨਾਂ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਨਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਇੱਕ ਪਾਵਨ ਦਿਹਾੜੇ ਤੇ ਜਦੋਂ 130ਵਾਂ ਜਨਮ ਉਤਸਵ ਮਨਾ ਰਹੇ ਹਾਂ ਬਾਬਾ ਸਾਹਿਬ ਅੰਬੇਦਕਰ ਜੀ ਦਾ, ਬਹੁਤ ਮੁਬਾਰਕ ਮੌਕਾ ਹੈ। ਉਹਨਾਂ ਦੀ ਸੋਚ ਨੂੰ ਨਮਨ ਕਰਦੇ ਹਾਂ। ਉਹਨਾਂ ਨੇ ਜਿਹੜਾ ਦੇਸ਼ ਵਾਸਤੇ ਤੇ ਸਮਾਜ ਵਾਸਤੇ ਮਾਨ ਕਹਿ ਕੇ ਉਹਨਾਂ ਦਾ ਮੈਂ ਸਮਝਦਾ ਸ਼ੋਭਾ ਨਹੀਂ ਦਿੰਦਾ ਵੀ ਉਹਨਾਂ ਨੂੰ ਕਹੀਏ ਵੀ ਉਹਨਾਂ ਨੇ ਆਪਣੇ ਸਮਾਜ ਵਾਸਤੇ ਕੁਝ ਕੀਤਾ। ਮੈਂ ਸਮਝਦਾ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਸਮਾਜ ਵਾਸਤੇ, ਪੂਰੇ ਦੇਸ਼ ਵਾਸਤੇ, ਇਸ ਦੇਸ਼ ਨੂੰ ਇਕੱਠਾ ਰੱਖਣ ਵਾਸਤੇ, ਦੇਸ਼ ਦੇ ਅੰਦਰ ਜਿਹੜੀ ਛੂਆ ਛਾਤ, ਜਾਤ ਪਾਤ ਤੇ ਆਪਸ 'ਚ ਜਿਸ ਕਿਸਮ ਦੀ ਇਕੁਐਲਿਟੀ ਉਹਨਾਂ ਨੇ, ਇਕੁਐਲਿਟੀ ਆਫ ਸੋਸ਼ਲ ਇਕੁਐਲਿਟੀ, ਇਕਨੋਮਿਕ ਇਕੁਐਲਿਟੀ, ਪੋਲੀਟੀਕਲ ਇਕੁਐਲਿਟੀ ਦੀ ਜਿਹੜੀ ਭਾਵਨਾ ਦਿੱਤੀ, ਉਹਦੇ ਕਰਕੇ ਅੱਜ ਸਾਡਾ ਮੁਲਕ ਉੱਥੇ ਖੜਾ ਹੈ ਜਿੱਥੇ ਆਜ਼ਾਦੀ ਦੇ ਬਾਅਦ 70 ਤੋਂ ਜ਼ਿਆਦਾ ਸਾਲ ਜਦੋਂ ਹੋ ਗਏ। ਬਟ ਬਹੁਤ ਸਾਰੇ ਕਾਬਲ ਮੰਤਰੀ ਸਾਹਿਬਾਨ ਨੇ, ਚਾਹੇ ਧਰਮਸੋਤ ਜੀ ਸੀਗੇ, ਚਾਹੇ ਚੰਨੀ ਜੀ, ਚਾਹੇ ਅਰੁਣਾ ਚੌਧਰੀ ਜੀ, ਡਾਕਟਰ ਰਾਜਕੁਮਾਰ ਜੀ ਨੇ ਇਤਿਹਾਸ ਬੜਾ ਤਫਸੀਲ ਨਾਲ ਦੱਸਿਆ। ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿਹੜਾ ਯੋਗਦਾਨ ਹੈ ਕਿਸੇ ਤੋਂ ਲੁਕਿਆ ਨਹੀਂ। ਬਟ ਬਹੁਤ ਸਾਰੀਆਂ ਗੱਲਾਂ, ਜਿਸ ਤਰ੍ਹਾਂ ਭੱਟੀ ਸਾਹਿਬ ਨੇ ਗੱਲ ਕੀਤੀ ਵੀ ਜਦੋਂ ਬਾਬਾ ਸਾਹਿਬ ਅੰਬੇਦਕਰ ਨੇ ਚੌਥੀ ਜਮਾਤ ਪਾਸ ਕੀਤੀ ਤਾਂ ਉਹਦਾ ਉਤਸਵ ਮਨਾਇਆ ਗਿਆ, ਇੱਕ ਜਸ਼ਨ ਮਨਾਇਆ ਗਿਆ ਵੀ ਸਾਡੇ ਸਮਾਜ 'ਚੋਂ ਕੋਈ ਇੱਕ ਦਲਿਤ ਭਾਈਚਾਰੇ 'ਚੋਂ ਬੱਚਾ ਅੱਜ ਚੌਥੀ ਜਮਾਤ ਪੜ੍ਹ ਕੇ ਗਿਆ। ਇਤਿਹਾਸ ਆਪਾਂ ਪੜ੍ਹ ਰਹੇ ਹਾਂ ਪਰ ਇਤਿਹਾਸ ਤੋਂ ਸਿੱਖ ਰਹੇ ਹਾਂ ਨਹੀਂ। ਅੱਜ ਇਹਨੂੰ ਸੋਚਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਹੁਣੇ ਚੌਧਰੀ ਸਾਹਿਬ ਕਹਿ ਰਹੇ ਸੀ, ਚੌਧਰੀ ਸੰਤੋਖ ਸਿੰਘ ਜੀ, ਕਿ 130 ਸਾਲ ਪਹਿਲਾਂ ਜਿਸ ਸਮੇਂ ਬਾਬਾ ਸਾਹਿਬ ਅੰਬੇਦਕਰ ਨੇ ਜਨਮ ਲਿਆ ਛੂਆ ਛਾਤ ਬਹੁਤ ਜ਼ਿਆਦਾ ਸੀ, ਪਰ ਅੱਜ ਝਾਕੀ ਮਾਰ ਕੇ ਆਪਾਂ ਦੇਖੀਏ ਕਿ ਉਹ ਛੂਆ ਛਾਤ ਖਤਮ ਹੋ ਗਈ ਸਭ। ਅੱਜ ਵੀ ਅਗਰ ਸੋਸ਼ਲ ਮੀਡੀਆ 'ਚ ਕੱਢ ਕੇ, ਕਿਉਂਕਿ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ CM ਸਾਹਿਬ ਮੈਂ ਜਸਟ ਵਾਂਟਡ ਟੂ ਕਨਫਰਮ ਕਿਤੇ ਮੈਂ ਕੋਈ ਗਲਤ ਨਾ ਕਹਿ ਜਾਂ ਕੱਲ ਜਿਸ ਤਰ੍ਹਾਂ ਅਗਰ ਸ਼ਸ਼ੀ ਥਰੂਰ ਜੀ ਦੇ ਉੱਤੇ ਅੱਜ ਅਗਰ ਬੁਢਾਪਾ ਪੈਨਸ਼ਨ 1500 ਰੁਪਏ ਕੀਤੀ ਹੈ, ਕੈਪਟਨ ਸਾਹਿਬ ਨੇ ਕੀਤੀ ਹੈ, 60-40 ਪੋਸਟ ਮੈਟ੍ਰਿਕ ਸਕਾਲਰਸ਼ਿਪ ਇਹਨਾਂ ਨੇ ਚਾਲੂ ਕੀਤੀ। ਬਟ ਉਸ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਗੱਲ ਹੈ, ਲੋਕਾਂ ਨੂੰ ਅੱਜ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੇ ਗੱਲ ਕੀਤੀ 32% ਹੈ ਜਾਂ ਅੱਜ ਨਵਾਂ ਸੈਂਸਸ ਆਊਗਾ ਉਹਦੇ ਵਿੱਚ ਹੋ ਸਕਦਾ 36% ਸਾਡੀ ਦਲਿਤ ਭਾਈਚਾਰੇ ਦਾ ਸ਼ਮੂਲੀਅਤ ਹੈ ਪੰਜਾਬ ਦੇ ਅੰਦਰ। ਬਟ ਕਿਹੜੇ ਲੋਕ ਸੀ ਜਿਨ੍ਹਾਂ ਨੇ ਜਦੋਂ ਇਸ ਮੌਜੂਦਾ ਕੇਂਦਰ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ UPA ਕਾਂਗਰਸ ਗਵਰਨਮੈਂਟ ਦੀ ਜਿਹੜੀ ਸੋਚ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ 90-10 ਜਿਹੜੀ ਰੇਸ਼ੋ ਸੀ ਉਹ ਬਦਲੀ, ਕੋਈ ਬੋਲਿਆ ਉੱਥੇ ਪਾਰਲੀਮੈਂਟ 'ਚ ਕਿਸੇ ਨੇ ਆਵਾਜ਼ ਚੱਕੀ ਵੀ ਆਹ ਗਲਤ ਹੋ ਰਿਹਾ? ਸਿਰਫ ਇੱਕ ਰਾਹੁਲ ਗਾਂਧੀ ਕਾਂਗਰਸ ਪਾਰਟੀ ਸੀ ਜਿਹਨੇ ਪਾਰਲੀਮੈਂਟ ਦੇ ਅੰਦਰ ਜਾ ਕੇ ਆਹ ਮੁੱਦਾ ਚੱਕਿਆ ਵੀ ਆਹ ਬਹੁਤ ਵੱਡਾ ਧੱਕਾ ਹੋ ਰਿਹਾ। ਬਾਬਾ ਸਾਹਿਬ ਅੰਬੇਦਕਰ ਜਿਸ ਹੀਰੇ ਦਾ ਆਪਾਂ ਨਾਮ ਲੈ ਰਹੇ ਹਾਂ ਉਹ ਤਰਾਸ਼ੇ ਇਸ ਕਰਕੇ ਗਏ ਵੀ ਉਹਨਾਂ ਨੂੰ ਪੜ੍ਹਾਈ ਦਾ ਹਿਸ ਬੇਸਿਕ ਫੰਡਾਮੈਂਟ ਆਫ ਹਿਸ ਇੰਟਾਇਰ ਉਹਨਾਂ ਦੀ ਸਾਰੀ ਸੋਚ ਦਾ ਸੀਗਾ ਐਜੂਕੇਟ, ਸਾਰੀ ਉਹਨਾਂ ਦੀ ਫਿਲਾਸਫੀ ਚਾਲੂ ਉੱਥੋਂ ਦੀ ਐਜੂਕੇਟ, ਉਹਦੇ ਬਾਅਦ ਤੁਸੀਂ ਯੂ ਆਰਗੇਨਾਈਜ਼ ਐਂਡ ਦੈਨ ਯੂ ਐਜੀਟੇਟ। ਜੇ ਪੜ੍ਹੇ ਲਿਖੇ ਨਹੀਂ ਫਿਰ ਤਾਂ ਤੁਸੀਂ ਭੇਡਾਂ ਵਾਂਗੂ ਤੁਹਾਨੂੰ ਤੋਰੀ ਫਿਰਨਗੇ ਤੇ ਯੂ ਵਿਲ ਵੀ ਇਸਤੇਮਾਲ ਲੋਕ ਕਰੀ ਜਾਂਦੇ, ਹੁਣ ਵੀ ਕਰੀ ਜਾਂਦੇ, ਹੁਣ ਵੀ ਟੁਕੜਾ ਪਾਈ ਜਾਂਦੇ। ਮੈਂ ਅੱਜ ਹੀ ਦੇਖ ਰਿਹਾ ਸੀ ਸਰ, ਅੱਜ ਬਿਆਨ ਆਏ ਹੈ ਦਲਿਤਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ, ਖੈਰਾਤ ਵੰਡ ਰਹੇ ਆ, ਤੁਹਾਨੂੰ ਆਹ ਬਣਾ ਦੇਾਂਗੇ ਅਸੀਂ, ਸਾਡੀ ਸਰਕਾਰ ਬਣੀ ਇਹਦੇ ਵਿੱਚ ਤੁਹਾਨੂੰ ਆਹ ਬਣਾ ਦੇਾਂਗੇ। ਜਿਹੜੇ ਲੋਕ CM ਰੈਜ਼ੀਡੈਂਸ ਨੂੰ ਗੰਗਾ ਜਲ ਨਾਲ ਧੋਂਦੇ ਆ, ਇੱਥੇ ਆ ਕੇ ਆਂਕੜੇ ਗਿਰਾ ਰਹੇ ਆ ਪੰਜਾਬ ਦੇ ਅੰਦਰ। ਨਹੀਂ ਸਾਧੂ ਸਿੰਘ ਜੀ, ਹੱਸਣ ਵਾਲੀ ਗੱਲ ਨਹੀਂ ਆ, ਬੜੀ ਸੋਚ ਸਮਝਣ ਵਾਲੀ ਗੱਲ ਹੈ ਸਾਹਿਬ। ਆਹ ਜਿਹੜੇ ਆ ਕੇ ਕਹਿ ਰਹੇ ਆ ਵੀ 36% ਹੈ ਜੀ, ਇਹ ਮੈਂ ਸਮਝਦਾ ਜਿਹੜੇ ਅੱਜ MLA ਸਾਹਿਬਾਨ ਜਾਂ ਸਾਡੇ ਲੀਡਰ ਸਾਹਿਬਾਨ ਜਾਂ ਮੰਤਰੀ ਸਾਹਿਬਾਨ ਜੁੜੇ ਆ, ਮੈਂ ਸਮਝਦਾ ਵੀ ਸਾਡੀ ਜ਼ਿੰਮੇਵਾਰੀ ਹੈ ਜਿੱਥੇ ਆਪਣੀ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ CM ਸਾਹਿਬ ਕੋਲ ਚੱਕਦੇ ਹਾਂ, ਉੱਥੇ ਜਾ ਕੇ ਆਪਾਂ ਆਪਣੇ ਸਾਥੀਆਂ ਨਾਲ ਉਸ 32% ਨੂੰ ਜਾ ਕੇ ਆਗਾਹ ਕਰੀਏ ਵੀ ਇਹ ਲਿਖਤੀ ਦਾ ਅਧਿਕਾਰ ਹੈ, ਉਹ ਸਾਡਾ ਕੇਂਦਰ ਦਾ ਅਧਿਕਾਰ ਹੈ।
ਸਭ ਖਿਲਵਾੜ ਕਰ ਸਾਲਾਂ ਦੇ ਬਾਅਦ ਵੀ, ਬਟ ਅੱਜ ਇਸ ਤੇ ਸਾਨੂੰ ਜਾਗਰੂਕ ਹੋਣਾ ਪਊਗਾ। ਐਂਡ ਆਈ ਅਗੇਨ ਥੈਂਕ ਯੂ ਆਲ। ਸੀਐਮ ਸਾਹਿਬ ਨੇ ਜੋ ਕੁਛ ਕੀਤਾ ਹੈ, ਸਾਡੇ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਫੁੱਲ ਚੜਾਏ ਹੈ, ਉਹਨਾਂ ਨੂੰ ਉਸ ਹੋਰ ਤਾਕਤ ਬਖਸ਼ੇ ਤਾਂ ਕਿ ਤਕੜੇ ਹੋ ਕੇ ਆਪਾਂ ਜਿਹੜੇ ਹੈ ਰਹਿੰਦੇ ਅਜੇ ਆਸਾਂ ਹੈਗੀਆਂ ਬਰਾਦਰੀ ਨੂੰ ਸਾਡੇ ਤੋਂ, ਉਹਨੂੰ ਪੂਰਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਜਾਖੜ ਸਾਹਿਬ ਹੁਣੀ ਕਹਿ ਰਹੇ ਸੀ ਸਾਧੂ ਸਿੰਘ ਜੀ ਹੱਸੋ ਨਾ। ਮੈਂ ਕਿਹਾ ਜਾਖੜ ਸਾਹਿਬ ਮੈਂ ਕਿਉਂ ਹੱਸ ਰਿਹਾ ਸੀ? ਅਰਨਾ ਜੀ ਮੇਰੇ ਕੋਲ ਬੈਠੇ ਹੈ, ਦੱਸ ਰਹੇ ਸੀ ਉਹ ਵਿਅਕਤੀ ਬੰਦਾ ਕਹਿ ਰਿਹਾ ਹੈ ਕਿ ਸਾਡੀ ਸਰਕਾਰ ਆਉਣ ਤੋਂ ਮੈਂ ਅੱਜ ਐਲਾਨ ਕਰਤਾ ਕਿ ਡਿਪਟੀ ਸੀਐਮ ਦਲਿਤ ਬਣਾਉਂਗਾ। ਜਦੋਂ ਭਾਈ ਮੌਕਾ ਸੀ ਉਦੋਂ ਦਾ ਤੇਰੇ ਪਿਤਾ ਜੀ ਮੁੱਖ ਮੰਤਰੀ, ਆਪ ਤੂੰ ਡਿਪਟੀ ਮੁੱਖ ਮੰਤਰੀ, ਹੁਣ ਵੇਲਾ ਵਿਹਾਜ ਕੇ ਐਸੀਆਂ ਗੱਲਾਂ ਕਰਨ ਵਾਲੇ ਤੇ ਆਸਾਂ ਹੈਗੀਆਂ ਬਰਾਦਰੀ ਨੂੰ ਸਾਡੇ ਤੋਂ, ਉਹਨੂੰ ਪੂਰਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਜਾਖੜ ਸਾਹਿਬ ਹੁਣੀ ਕਹਿ ਰਹੇ ਸੀ ਸਾਧੂ ਸਿੰਘ ਜੀ ਹੱਸੋ ਨਾ। ਮੈਂ ਜਾਖੜ ਸਾਹਿਬ ਮੈਂ ਕਿਉਂ ਹੱਸ ਰਿਹਾ ਸੀ? ਅਰਨਾ ਜੀ ਮੇਰੇ ਕੋਲ ਬੈਠੇ ਹੈ, ਦੱਸ ਰਹੇ ਸੀ ਉਹ ਵਿਅਕਤੀ ਬੰਦਾ ਕਹਿ ਰਿਹਾ ਹੈ। ਅੱਜ ਆਪਾਂ ਉਸ ਸ਼ਖਸੀਅਤ ਦੀ ਯਾਦ ਮਨਾ ਰਹੇ ਹਾਂ ਜਿਨ੍ਹਾਂ ਦਾ 130ਵਾਂ ਅੱਜ ਜਨਮ ਦਿਨ ਹੈ, ਔਰ ਜਿਨ੍ਹਾਂ ਦੀ ਕੰਟਰੀਬਿਊਸ਼ਨ, ਜਿਨ੍ਹਾਂ ਦੀ ਸੇਵਾ ਸਾਡੇ ਦੇਸ਼ ਦੇ ਵਾਸਤੇ ਅਣਗਿਣਤੀ ਰਹੀ ਹੈ। ਤੁਹਾਨੂੰ ਅੱਜ ਮਿਨਿਸਟਰ ਸਾਹਿਬਾਨ ਬੋਲਦੇ ਹੋਏ, ਸਾਡੇ ਐਮਪੀ ਸਾਹਿਬਾਨ ਮਾफ़ ਕਰਨਾ ਚੌਧਰੀ ਸੰਤੋਖ ਸਿੰਘ ਜੀ, ਮੈਂ ਆਪ ਦਾ ਨਾਮ ਲੈਣਾ ਭੁੱਲ ਗਿਆ, ਪਰ ਉਹਨਾਂ ਨੇ ਉਹ ਬੋਲਦੇ ਹੋਏ, ਚੰਨੀ ਜੀ ਬੋਲਦੇ ਹੋਏ, ਸਾਰੇ ਹੀ ਬੋਲਦੇ ਹੋਏ ਇਹਨਾਂ ਦੀ ਜਿਹੜੀ ਖੂਬੀਆਂ ਸੀ ਤੁਸੀਂ ਉਹਨਾਂ ਦੇ ਬਾਰੇ ਜ਼ਿਕਰ ਕੀਤਾ। ਪਹਿਲੀ ਗੱਲ ਤਾਂ ਸੋਚਣ ਵਾਲੀ ਹੈ ਕਿ ਕਿਹੜਾ ਸਮੇਂ ਸੀ ਉਹ ਜਦੋਂ ਕੋਈ ਵੀ ਨਹੀਂ ਪੜ੍ਹਦਾ ਸੀ। ਮਤਲਬ ਕਿੰਨੇ ਦਲਿਤ ਦੇ ਬੱਚੇ ਪੜ੍ਹਦੇ ਹੋਣੇ, ਕੁਝ ਵੀ ਨਹੀਂ ਪੜ੍ਹਦੇ ਹੋਣੇ। ਹੇਅਰ ਵਾਜ਼ ਵਨ ਮੈਨ, ਜਿੱਥੇ ਇਹਨਾਂ ਦੇ ਪਿਤਾ ਜੀ ਫੌਜ ਵਿੱਚ ਸੇ, ਸਾਡੇ ਮਾਊ ਦੇ ਵਿੱਚ ਜੋ ਹੁਣ ਕਾਲਜ ਆਫ ਕੰਬੈਟ ਹੈ, ਉੱਥੇ ਸੂਬੇਦਾਰ ਸੇ। ਹਿੰਦੁਸਤਾਨ ਦੀ ਫੌਜ ਦੇ ਵਿੱਚ ਉਦੋਂ ਅਫਸਰ ਨਹੀਂ ਹੁੰਦੇ ਸੀ, ਅਫਸਰ ਤਾਂ 1933 ਦੇ ਵਿੱਚ ਬਣਨ ਲੱਗੇ ਨੇ। ਉਸ ਤੋਂ ਪਹਿਲਾਂ ਤਾਂ ਸਿਰਫ ਸੂਬੇਦਾਰ, ਤੁਸੀਂ ਨਾਇਬ ਸੂਬੇਦਾਰ, ਸੂਬੇਦਾਰ ਜਾਂ ਸੂਬੇਦਾਰ ਮੇਜਰ ਬਣ ਸਕਦੇ ਸੀ, ਤੋਂ ਉੱਪਰ ਪਹੁੰਚੇ। ਇੰਨੇ ਇਹਨਾਂ ਦਾ ਪਰਿਵਾਰ ਵੱਡਾ ਸੀ, ਲੇਕਿਨ ਇਹਨਾਂ ਨੇ ਆਪਣੇ ਸੋਚਿਆ ਹੋਣਾ ਹੈ ਕਿ ਮੈਂ ਆਪਣੇ ਆਉਣ ਵਾਲੀ ਜ਼ਿੰਦਗੀ ਦੇ ਵਾਸਤੇ, ਆਪਣੇ ਬੱਚਿਆਂ ਨੂੰ ਬਣਾਉਣ ਵਾਸਤੇ ਕੁਛ ਮੈਨੂੰ ਇਹਨਾਂ ਨੂੰ ਵਿੱਦਿਆ ਦੀ ਖੇਤਰ ਦੇ ਵਿੱਚ ਮੈਨੂੰ ਪਾਉਣਾ ਪਊ, ਔਰ ਪਾਏ ਸਕੂਲ 'ਚ। ਮਾਊ ਬਿਲਕੁਲ ਇੰਦੌਰ ਦੇ ਨਾਲ ਹੈ, ਕੁਛ ਥੋੜ੍ਹੇ ਮੀਲ ਦਾ ਫਰਕ ਹੀ ਹੁੰਦਾ ਇੰਦੌਰ ਤੋਂ। ਮੈਂ ਵੀ ਉੱਥੇ ਕੋਰਸ ਕੀਤੇ ਨੇ, ਮੈਂ ਜਾਣਦਾ ਉਸ ਏਰੀਆ ਨੂੰ। ਅਤੇ ਉੱਥੇ ਉਹਨਾਂ ਨੇ ਆਪਣੇ ਸਕੂਲ 'ਚ ਪਾਇਆ ਔਰ ਫਿਰ ਮਹਾਰਾਜ ਸਾਹਿਬ ਬਰੋਡਾ ਨੇ ਇਹਨਾਂ 'ਤੇ ਉਹਨਾਂ ਨੂੰ ਖਬਰ ਆਈ ਕਿ ਇੱਕ ਇਹੋ ਜਿਹਾ ਸ਼ਖਸੀਅਤ ਹੈ ਕਿ ਇਸ ਬੰਦੇ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ, ਇਹਨੇ ਕੁਝ ਬਣ ਜਾਣਾ ਹੈ। ਕੁਛ ਉਹਨਾਂ ਦੇ ਮਨ ਦੇ ਵਿੱਚ ਆਈ ਅਤੇ ਉਹਨਾਂ ਨੇ ਇਹਨਾਂ ਨੂੰ ਭੇਜਿਆ ਬਾਹਰ। ਪਹਿਲਾਂ ਅਮਰੀਕਾ ਭੇਜਿਆ ਟੂ ਕੋਲੰਬੀਆ ਯੂਨੀਵਰਸਿਟੀ, ਉਸ ਤੋਂ ਬਾਅਦ ਫਿਰ ਲੰਡਨ ਸਕੂਲ ਆਫ ਇਕਨੋਮਿਕਸ, ਵਾਪਸ UK ਆਏ। ਉਸ ਤੋਂ ਬਾਅਦ ਇਹਨਾਂ ਨੇ ਗ੍ਰੇਜ਼ ਇਨ ਦੇ ਵਿੱਚ ਜਾ ਕੇ ਆਪਣੇ ਲੀਗਲ ਪ੍ਰੋਫੈਸ਼ਨ ਵੀ, ਆਪਣਾ ਲੀਗਲ ਸਬਜੈਕਟਸ ਵੀ ਆਪਣੇ ਲੈਣ ਲੱਗੇ ਔਰ ਆਪਣੀ ਲੀਗਲ ਡਿਗਰੀ ਲਿੱਤੀ। ਦੇਖ ਲਓ ਅੱਜ ਕੱਲ੍ਹ ਵੀ ਇੰਨੀਆਂ 3 ਡਿਗਰੀਆਂ, ਫਸਟ ਇਨ ਕੋਲੰਬੀਆ ਯੂਨੀਵਰਸਿਟੀ ਤੁਸੀਂ ਜਾ ਕੇ ਆਪਣੀ ਮਾਸਟਰਸ ਕਰੋ ਜਾਂ ਡਾਕਟਰੇਟ ਕਰੋ, ਦੈਨ LSE ਦੇ ਵਿੱਚ ਜਾਓ ਤੁਸੀਂ, ਯੂ ਕੈਨ ਬਿਕਮ ਅ ਮਾਸਟਰ ਆਫ ਇਕਨੋਮਿਕਸ, ਔਰ ਜਿਹੜਾ ਕੁਛ ਵੀ ਤੁਸੀਂ ਬਣਨਾ ਹੈ, ਔਰ ਫਿਰ ਤੁਸੀਂ ਲਾਅ ਵੀ ਕਰੋ। ਸੋ ਕਿੰਨਾ ਕੁਛ ਇਹਨਾਂ ਨੇ ਪ੍ਰਾਪਤੀ ਉੱਥੇ ਕੀਤੀ ਉਸ ਜ਼ਮਾਨੇ ਜਦੋਂ ਕੋਈ ਵੀ ਨਹੀਂ ਪੜ੍ਹਦਾ ਸੀ। ਮੈਨੂੰ ਯਾਦ ਹੈ ਕਈ ਲੋਕ, ਜਦੋਂ ਮੈਂ ਆਇਆ ਸਿਆਸਤ ਵਿੱਚ, ਕਈ ਲੋਕਾਂ ਦੇ ਨਾਮ ਦੇ ਪਿੱਛੇ ਗਿਆਨੀ ਲਿਖਦੇ ਸੀ, ਕਿਉਂਕਿ ਉਹ ਪੰਜਾਬੀ 'ਚ ਗਿਆਨੀ ਪੜ੍ਹ ਲੈਂਦੇ ਸੀ ਅਤੇ ਪੜ੍ਹੀ ਹੋਈ ਸੀ ਜਾਂ ਇਮਤਿਹਾਨ ਕੀਤਾ ਹੋਇਆ ਸੀ ਤਾਂ ਗਿਆਨੀ। ਐਂਡ ਗਿਆਨੀ ਇੱਕ ਬੜੀ ਚੀਜ਼ ਵੱਡੀ ਹੁੰਦੀ ਸੀ, ਔਰ ਕਿੱਥੇ ਇਹਨਾਂ ਦੀ ਪ੍ਰਾਪਤੀ ਉਸ ਤੋਂ ਗਿਆਨੀ ਤੋਂ ਕਿੱਥੇ ਉੱਪਰ ਜਾ ਕੇ ਕਿਸ ਕਿਸਮ ਦੀ ਇਹਨਾਂ ਨੇ ਕੀਤੀ। ਹੀ ਮਸਟ ਹੈਵ ਬੀਨ ਅ ਬ੍ਰਿਲੀਅੰਟ ਮੈਨ। ਮੈਨੂੰ ਤਾਂ ਸਿਰਫ ਅਫਸੋਸ ਹੈ ਕਿ ਮੈਨੂੰ ਮੌਕਾ ਨਹੀਂ ਮਿਲਿਆ ਇਹਨਾਂ ਨੂੰ ਮਿਲਣ ਦਾ, ਸਾਡੇ ਤੋਂ ਪਹਿਲਾਂ ਹੀ ਇਹ ਦੁਨੀਆ ਛੱਡ ਗਏ ਸੀ। ਲੇਕਿਨ ਜਿੰਨੀ ਪ੍ਰਾਪਤੀ ਇਹਨਾਂ ਨੇ ਕੀਤੀ, ਆਈ ਥਿੰਕ ਸਾਰੇ ਹਿੰਦੁਸਤਾਨ ਨੇ ਮੰਨਿਆ ਔਰ ਸਾਰੀ ਕਾਂਗਰਸ ਪਾਰਟੀ ਨੇ ਜਿਨ੍ਹਾਂ ਨੂੰ ਚੱਕਿਆ। ਦੇਖ ਲਓ ਆਉਂਦੇ ਸਾਰ law minister of India and then the chairman of the constitution drafting committee,
ਨਾਓ ਇਹ ਡਰਾਫਟਿੰਗ ਕਮੇਟੀ ਸੰਵਿਧਾਨ ਸਾਡਾ is it here? So, Constitution of India here. This is the Constitution ਜਿਹਦੇ ਤੇ ਇਹ ਮੁਲਕ ਚੱਲ ਰਿਹਾ ਹੈ। ਅਸੀਂ ਕਦੇ ਕਦੇ ਆਬਜੈਕਟ ਕਰ ਦਿੰਦੇ ਹਾਂ, ਕਈ ਝਗੜੇ ਝੁਗੜੇ ਪਾਰਲੀਮੈਂਟ ਸੁਣਦੇ ਨੇ, ਕਨਸਟੀਟਿਊਸ਼ਨ ਦੀ ਅਮੈਂਡਮੈਂਟ ਹੋ ਜਾਂਦੀ ਹੈ ਵੱਖਰਾ, ਲੇਕਿਨ ਬੇਸਿਕ ਢਾਂਚਾ ਤਾਂ ਇਹੀ ਬਣਾਇਆ ਹੋਇਆ ਹੈ, ਇਹਨਾਂ ਦਾ ਬਣਾਇਆ ਹੋਇਆ ਹੈ ਇਸ ਦੇਸ਼ ਨੂੰ ਅੱਗੇ ਜਾਣ ਵਾਸਤੇ। ਔਰ ਜੋ ਸਮਾਜ ਦੇ ਵਿੱਚ ਤਬਦੀਲੀਆਂ ਲਿਆਉਣਾ ਚਾਹੁੰਦੇ ਸੀ, ਇਹਨਾਂ ਨੇ ਵੀ ਸ਼ੁਰੂਆਤ ਕੀਤੀਆਂ। ਆਈ ਥਿੰਕ ਸਾਰਿਆਂ ਨੇ ਸਭ ਕੁਝ ਕਰਤਾ, ਰਿਪੀਟ ਕਰਨ ਦੀ ਇਹਦੀ ਲੋੜ ਨਹੀਂ, ਲੇਕਿਨ ਵੀ ਆਰ ਪ੍ਰਾਊਡ ਟੂਡੇ ਕਿ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੀ ਯਾਦ ਨੂੰ ਆਪਾਂ ਦੁਹਰਾ ਰਹੇ ਹਾਂ, ਔਰ ਜਿਨ੍ਹਾਂ ਨੇ ਇੱਕ ਆਪਣੇ ਦੇਸ਼ ਵਾਸਤੇ ਔਰ ਇੱਕ ਸਮਾਜ ਵਾਸਤੇ ਇੰਨੀਆਂ ਪ੍ਰਾਪਤੀਆਂ ਕੀਤੀਆਂ। ਹੁਣੀ ਪ੍ਰਧਾਨ ਜੀ ਬੋਲ ਰਹੇ ਸੀ ਕਿ ਆਪਾਂ ਇਹਨਾਂ ਤੋਂ ਸਿੱਖਿਆ ਕੀ ਹੈ। ਮੈਂ ਤੁਹਾਨੂੰ ਆਪਣਾ ਇੱਕ ਵਾਕਿਆ ਦੱਸ ਦਿੰਦਾ। ਜਦੋਂ ਸੰਜੇ ਗਾਂਧੀ ਦਾ ਵਾਕਿਆ ਹੋਇਆ, ਉਹ ਜਹਾਜ਼ ਦੇ ਵਿੱਚ ਐਕਸੀਡੈਂਟ ਹੋ ਗਿਆ, ਉਹ ਚਲੇ ਗਏ। ਉਸ ਤੋਂ ਬਾਅਦ ਰਾਜੀਵ ਜੀ ਨੇ ਅਮੇਠੀ ਤੋਂ ਲੜਾਈ ਆਪਣੀ ਲੜਨ ਦਾ ਫੈਸਲਾ ਕੀਤਾ ਔਰ ਅਮੇਠੀ ਨੂੰ 4 ਹਿੱਸਿਆਂ 'ਚ ਬਣਾਤਾ। ਇੱਕ ਹਿੱਸਾ ਜਿਹੜਾ ਫੁਰਸਤਗੰਜ ਦਾ ਸੀ, ਉਹ ਮੇਰੇ ਕੋਲ ਸੀ, ਉਹਨਾਂ ਦੀ ਕੈਂਪੇਨ ਜਦੋਂ ਚੱਲੀ। ਤੇ ਉਦੋਂ ਬਹੁਤ ਯੂਪੀ ਬਹੁਤ, ਹੁਣ ਵੀ ਪਤਾ ਨਹੀਂ ਕਿੰਨਾ ਵਧਿਆ ਕਿ, ਪਰ ਉਦੋਂ ਤਾਂ ਬਹੁਤ ਹੀ ਮਾੜਾ ਹਾਲ ਸੀ। ਕੋਈ ਪੱਕੀ ਸੜਕਾਂ ਨਹੀਂ ਸੀ ਉੱਥੇ। ਇੱਕ ਫੁਰਸਤਗੰਜ ਦਾ ਰੈਸਟ ਹਾਊਸ ਸੀ, ਜਿਸ ਸਾਰੇ ਅਸੀਂ ਇੱਕ ਰੈਸਟ ਹਾਊਸ ਦੇ ਵਿੱਚ ਹੀ ਸੀ, 8-8 ਮੰਜੇ ਲਾ ਲੈਂਦੇ ਇੱਕ ਕਮਰੇ ਦੇ ਵਿੱਚ, ਔਰ ਉੱਥੇ ਅਸੀਂ ਪਏ ਰਹਿੰਦੇ ਸੀ। ਔਰ ਉੱਥੇ ਕੋਈ ਸੜਕ ਨਹੀਂ, ਕੱਚੇ ਦੀਏ ਹੁੰਦੇ ਸੀ। ਤੇ ਸਾਨੂੰ ਸਾਰਿਆਂ ਨੂੰ ਦਿੱਤੇ ਹੋਏ ਸੀ ਬੰਦੇ ਜਿਹੜੇ ਗਾਈਡ ਕਰਨ ਨੂੰ ਕਿ ਲੈ ਜਾਓ, ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਪਿੰਡ ਕਿੱਧਰ ਨੇ ਕਿੱਥੇ ਨਹੀਂ। ਤੇ ਇੱਕ ਮੁੰਡਾ ਮੇਰੇ ਨਾਲ ਸੀ ਜਿਹੜਾ ਡਿਊਟੀ 'ਤੇ ਲਾਇਆ ਹੋਇਆ, 18-20 ਸਾਲ ਦੀ ਉਮਰ ਹੋਣੀ ਹੈ, ਬਹੁਤ ਐਜੂਕੇਟਡ ਲੜਕਾ, ਬਹੁਤ ਅੱਛਾ ਲੜਕਾ, ਬਹੁਤ ਪਿਆਰਾ ਲੜਕਾ। ਤੇ ਮੇਰੇ ਨਾਲ ਉਹ ਅਸੀਂ ਮੇਰੇ ਜੀਪ ਬਹਿ ਜਾਂਦਾ ਸੀ, ਉੱਥੇ ਗੱਡੀਆਂ ਜਾਂਦੀਆਂ ਸੀ, ਜੀਪ ਚੱਲਦੇ ਸੀ ਉਦੋਂ। ਤੇ ਅਸੀਂ ਪਿੰਡ ਜਾ ਰਹੇ ਸੀ, ਤੇ ਪਿੰਡ ਤੋਂ ਬਾਹਰ ਰੋਕ ਕੇ ਮੈਨੂੰ ਕਹਿੰਦਾ, ਸਾਹਿਬ ਮੈਨੂੰ ਇੱਥੇ ਉਤਾਰ ਦਿਓ। ਮੈਂ ਕਿਹਾ ਕਿਉਂ? ਹੁਣ ਮੈਂ ਜਾਤ ਤਾਂ ਨਹੀਂ ਲੈਂਦਾ ਕਿਹਦਾ ਕਿਹੜੀ ਜਾਤ ਦਾ ਪਿੰਡ ਸੀ, ਲੇਕਿਨ ਅਪਰ ਕਾਸਟ ਦਾ ਪਿੰਡ ਸੀ। ਕਹਿੰਦੇ ਇਹ उन्होंने नाम लेता किन्ना दा पिंड, कहते हम इस पिंड में इस गांव में नहीं जा सकते। मैं क्यों? कहते मैं शेड्यूल कास्ट हूँ। मैंने क्या फिर क्या हो गया, वैसे दोनों कैसे रोक सकते? कि नहीं साहब नहीं, हम नहीं जा सकते, उतार दो। मैं नहीं, तो बिल्कुल बैठा रहा बिच। एंड असी अंदर चले गए, इनू रोकया तो नहीं उन्होंने अंदर आने तो। असी उत्थे जाके सारा उदों स्पीच पूछ नहीं होंदी सी, बस जाके इकट्ठे हो जाते थे 20-25 बंदे, उन्होंने हथ मिला के उन्होंने बस करके असी चले जाते। उन्होंने सानू पानी दिखाया दिता, और जब ये मैं इनू नाल खड़ा लिया सी, मैं जब इनू पानी का देने का गिलास, कहते तू बाहरले कुएं में जाके पी के आ। तो मैं क्या क्यों? कहते ये यहाँ का पानी नहीं पी सकता। फिर मैं क्या हम भी नहीं पी सकते, हम भी नहीं पियेंगे। तो मैंने उत्थे असी अपने गिलास रखते और कहना वोटा पाउणियां पाओ, नहीं पाउणियां ना पाओ, असी चले। दैट इज़ वॉट वी वेंट। मेरा पॉइंट कहना यह है कि कितने साल पहला इन्होंने अपने सब कुछ इस देश को दिता, इस कंट्री को दिता, संविधान दिता, सब कुछ दिता, और फिर आई चल रहे अज इस जमाने, अज के जमाने कुछ इन्होंने गल्लां करतियां, कुछ मैं तुहानूं सुणाती गल मेरी अपनी। वॉट इज़ दिस हैपनिंग है? क्या हो रहा है? किधर नूं जा रहा मुल्क? जुड़न के बजाय आप पासे हो रहे हैं, आप कास्टिज्म दे विच पै रहे हैं। इट्स अनफॉर्चुनेट गल है जी एक कुछ हो रहा है। जिथे ताईं साडी अपने सूबे की गल है, जो आप करते आए हैं वो तो साडी ड्यूटी बनती है, लेकिन जिन्ने अगर मेरे को रिसोर्सिस होर होंदे मैं होर भी कुछ उन्होंने कर देंगे। और हर वेले मैं क्या मैडिकल कॉलेज, मैं क्या डॉक्टर अंबेडकर के नाम से लाओ, कोई होर कॉलेज बनाना है उन्होंने नाओ, बिकॉज दिस अवेयरनेस मस्ट गो। ये नहीं कि मैं उन्होंने बहुत बढ़िया एक इंसान समझदा और इन्ना बड़ा इनलाइटेंड इंसान समझदा, पर इसलिए कि दुनिया ना भुले, दुनिया भुल जाती है, दुनिया भुल जाती है कि इन्हां दी कॉन्ट्रीब्यूशन की सी। एंड आई थिंक ये जरूरी है कि जदों नाम आउण वो याद रखना। आप क्यों करते हैं, जब आप पिंडां दे विच कोई शहीद हुंदा, आप उन्हां दे नां ते गेट बना दिंदे, स्कूल रख लैंदे, ताकि याद रखन लोग कि इन्हां ने अपने देश वास्ते की कुर्बानी दी। दैट इज़ वाई मेरी हर वेले सी कि जदों भी कोई मैंने पूछता सी, मैं क्या डॉक्टर साहब के नाम से रखो इस गल नूं। आई वॉन्ट कि मैं चाहुंदा कि लोग इसनूं याद रखन, इन्हां दी कॉन्ट्रीब्यूशन याद रखन। प्रॉबली द फर्स्ट परसन
ਜਿਨ੍ਹਾਂ ਨੇ ਇੰਨੀਆਂ ਪ੍ਰਾਪਤੀਆਂ ਕੀਤੀਆਂ ਫਰੋਮ ਦੀ ਦਲਿਤ ਸਮਾਜ, ਐਂਡ ਆਈ ਥਿੰਕ ਦੈਟ ਇਜ਼ ਸਮਥਿੰਗ ਦੈਟ ਵੀ ਕੈਨੋਟ ਫੋਰਗੇਟ। ਤੋ ਇਸ ਵਾਸਤੇ ਇਹਨਾਂ ਦੀ ਮੈਂ ਤੁਹਾਨੂੰ ਥੋੜ੍ਹਾ ਬਹੁਤਾ ਦੱਸ ਚੁੱਕੇ ਹਾਂ। ਇਹਨਾਂ ਦੇ ਵਾਸਤੇ ਅਸੀਂ ਵੀ ਹੈਵ ਡਨ ਕੁਆਇਟ ਅ ਲੋਟ। ਪੰਜਾਬ ਸਾਡੀ ਸਰਕਾਰ ਨੇ, ਤੁਹਾਡੀ ਸਰਕਾਰ ਤੁਸੀਂ ਸਾਰੇ ਹੋ ਰਹੇ ਹੋ ਜਿਨ੍ਹਾਂ ਨੇ ਕੀਤਾ, ਜੈਸੇ ਸ਼ਗਨ ਸਕੀਮ ਜਿੱਥੇ ਪਹਿਲਾਂ ਸ਼ੁਰੂ ਹੋਈ ਸੀ ਥੋੜ੍ਹੇ ਜਿਹੇ ਅਮਾਊਂਟ 'ਚ 5100 ਦੇ ਵਿੱਚ, ਫਿਰ 15000 ਦੀ ਬਣ ਗਈ ਸੀ। ਅਸੀਂ ਉਹ ਬਣਾਈ, ਬੀਜੇਪੀ ਅਕਾਲੀ ਦਲ ਦੀ ਗਵਰਨਮੈਂਟ ਨੇ ਕੁਛ ਵੀ ਨਹੀਂ ਛੇੜਿਆ ਇਸ ਨੂੰ, ਆਪਾਂ ਹੀ ਕੀਤਾ ਸਭ ਕੁਛ। ਫਿਰ ਜਦੋਂ ਆਪਾਂ ਆਏ 2017 'ਚ ਆਪਾਂ ਨੇ 21000 ਕੀਤਾ, ਔਰ ਹੁਣ ਆਪਾਂ ਨੇ 1 ਜੁਲਾਈ ਤੋਂ 51000 ਕਰ ਦਿੱਤਾ ਤਾਂ ਕਿ ਇੱਥੇ ਸ਼ਗਨ ਸਕੀਮ ਦੇ ਵਿੱਚ ਕਰੇ। ਔਰ ਇਹਦੇ 409 ਕਰੋੜ ਰੁਪਏ ਆਪਾਂ ਦੇ ਚੁੱਕੇ ਹਾਂ, ਔਰ 1,95,000 1.95 ਲੋਕ 1,95,000 ਬੰਦਿਆਂ ਨੂੰ ਬੈਨੀਫਿਸ਼ਰੀਜ਼ ਨੂੰ ਆਪਾਂ ਦੇ ਚੁੱਕੇ ਹਾਂ ਇਹ ਚੀਜ਼ ਤੋਂ। ਸੋਸ਼ਲ ਸਿਕਿਉਰਿਟੀ ਪੈਨਸ਼ਨ ਅਸੀਂ ਇਹਨੂੰ 100 ਤੋਂ 200 ਲਿਆਏ ਸੀ ਪਹਿਲਾਂ 2000 ਪੁਰਾਣੇ ਜ਼ਮਾਨੇ 'ਚ। ਫਿਰ ਅਸੀਂ ਅਕਾਲੀ ਦਲ ਨੇ ਇਹਨੂੰ ਕੁਝ ਨਹੀਂ ਕੀਤਾ। ਫਿਰ ਅਸੀਂ 2,500 ਤੋਂ ਤੱਕ ਲੈ ਗਏ ਸੀ 2006 ਵਿੱਚ। ਫਿਰ ਅਕਾਲੀ ਦਲ ਦੀ ਸਰਕਾਰ ਆਈ 7 ਤੋਂ 12, ਇਹਨਾਂ ਨੇ ਵੀ ਨਹੀਂ ਕੁਛ ਕੀਤਾ, ਕਦੇ ਨਹੀਂ। ਆਈ ਡੋ ਨੋਟ ਨੋ, ਮੈਨੂੰ ਸਮਝ ਨਹੀਂ ਆਉਂਦੀ। ਆ ਸੁਖਬੀਰ ਬਾਦਲ ਜੋ ਮਰਜ਼ੀ ਇੱਥੇ ਬੋਲੀ ਜਾਏ, ਮੈਂ ਬਣਾਊਂਗਾ ਫਲਾਣਾ ਬਣਾਊਂਗਾ, ਜਰਾ ਮੈਨੂੰ ਕਦੇ ਦਿਖਾ ਤਾਂ ਦਿਓ ਕਿ ਕੁਛ ਤੁਸੀਂ ਕੀਤਾ ਵੀ ਹੈ ਸਮਾਜ ਵਾਸਤੇ। ਆਈ ਅਨਨੈਸੈਸਰੀ ਉਹੀ ਰੌਲਾ ਪਾਉਣ ਵਾਸਤੇ ਤਾਂ ਕਿ ਸਾਨੂੰ 2 ਵੋਟਾਂ ਪੈ ਜਾਣ, 2 ਪਤਾ ਨਹੀਂ ਪੈਣਗੀਆਂ ਜਾਂ ਨਹੀਂ, ਦਿਸ ਇਜ਼ ਵਾਟ ਦੇ ਆਰ ਹੋਪਿੰਗ ਟੂ, ਦਿਸ ਇਜ਼ ਦੇਅਰ ਅਚੀਵਮੈਂਟ। ਫਿਰ ਅਸੀਂ 2017 750 ਕੀਤਾ, ਔਰ ਹੁਣ 1 ਜੁਲਾਈ ਤੋਂ ਇਹ 1500 ਤੇ ਅਸੀਂ ਕਰ ਦਿੱਤਾ। ਸੋ ਦਿਸ ਇਜ਼ ਆਰ ਕੰਟਰੀਬਿਊਸ਼ਨ, ਸਾਡੀ ਕੰਟਰੀਬਿਊਸ਼ਨ ਹੈ, ਕਾਂਗਰਸ ਪਾਰਟੀ ਦੀ ਕੰਟਰੀਬਿਊਸ਼ਨ ਹੈ। ਪ੍ਰੀ ਮੈਟ੍ਰਿਕ ਸਕੀਮ ਪਹਿਲਾਂ ਇਹਨਾਂ ਨੇ ਇਹੀ ਬੈਠੇ ਸੀ, ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਕਿਸ ਵਾਸਤੇ ਬੈਠੀ ਸੀ ਹਰਸਿਮਰਤ ਕੌਰ ਉੱਥੇ। ਹਰ ਵੇਲੇ ਉੱਥੇ ਤੁਸੀਂ ਉਹਨਾਂ ਨੇ ਹਾਂ ਛਾਂ ਬਣਾਈ ਜਾਓ, ਹਰ ਚੀਜ਼ ਵਿੱਚ ਇੱਥੇ ਆ ਕੇ ਮੁੱਕਰ ਜਾਓ। ਐਂਡ ਇੱਥੇ ਉੱਥੇ ਜਿਹੜਾ ਕੁਝ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜਦੋਂ ਕੈਂਸਲ ਕਰ ਰਹੇ ਸੀ, ਕਿਉਂ ਨਹੀਂ ਬੋਲੀ? ਬੋਲਣਾ ਚਾਹੀਦਾ ਸੀ, ਸਿਰਫ ਇਸ ਵਾਸਤੇ ਕਿ ਮੈਂ ਮਿਨਿਸਟਰੀ ਰੱਖਾਂ ਉੱਥੇ। ਦਿਸ ਇਜ਼ ਦੀ ਅਨਫੋਰਚੂਨੇਟ ਪਾਰਟ ਕਿ ਆਪਣੀ ਚੀਜ਼, ਆਪਣਾ ਭਵਿੱਖ ਤੁਸੀਂ ਆਪਣੇ ਦੇਸ਼ ਦੇ ਔਰ ਆਪਣੇ ਲੋਕਾਂ ਦੇ ਭਵਿੱਖ ਨਾਲੋਂ ਵੱਡਾ ਸਮਝਦੇ ਹੋ। ਦਿਸ ਇਜ਼ ਵਾਟ ਸ਼ੀ ਇਜ਼। ਔਰ ਹੁਣ ਰੋਜ਼ ਹੀ ਬੋਲੀ ਜਾਂਦੀ ਹੈ, ਪਤਾ ਨਹੀਂ ਕੀ ਬੋਲੀ ਜਾਂਦੀ ਹੈ। ਮੈਂ ਤਾਂ ਅੱਜ ਕਦੇ ਕੁਛ ਕੋਈ ਪਤਾ ਹੀ ਨਹੀਂ ਹੁੰਦਾ ਇਸ ਨੂੰ ਕੀ ਬੋਲਦੀ ਹੈ। ਬਟ ਸ਼ੀ ਇਜ਼, ਦਿਸ ਇਜ਼ ਵਾਟ ਆਈ ਐਮ ਟ੍ਰਾਈਂਗ ਟੂ ਸੇ। ਪ੍ਰੀ ਮੈਟ੍ਰਿਕ ਸਕਾਲਰਸ਼ਿਪ ਅਸੀਂ ਫਿਰ ਸਾਨੂੰ ਸੋਚਣਾ ਪਿਆ ਕਿ ਓਕੇ, ਅਗਰ ਉਹਨਾਂ ਨੇ ਬੰਦ ਕਰਤੀ, ਅਸੀਂ ਡਾਕਟਰ ਅੰਬੇਦਕਰ ਦੇ ਨਾਂ 'ਚ ਇੱਕ ਸਕੀਮ ਚਲਾਵਾਂਗੇ। ਫਿਰ ਉਹਨਾਂ ਨੂੰ ਜਾਗ ਆਈ ਔਰ ਫਿਰ ਉਹਨਾਂ ਨੇ ਸ਼ੁਰੂ ਕੀਤਾ। ਔਰ 2 ਲੱਖ ਅਸੀਂ ਬੱਚਿਆਂ ਨੂੰ 52.26 ਕਰੋੜ ਰੁਪਈਆ ਅਸੀਂ ਦੇ ਚੁੱਕੇ ਹਾਂ ਇਨ ਸਕਾਲਰਸ਼ਿਪਸ। ਫਿਰ ਪੋਸਟ ਮੈਟ੍ਰਿਕ ਸਕਾਲਰਸ਼ਿਪ, ਇਹ ਪ੍ਰੀ ਮੈਟ੍ਰਿਕ ਸੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਸੀਂ ਇਸ ਨੂੰ ਡਾਕਟਰ ਅੰਬੇਦਕਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਇਹਨੂੰ ਅਸੀਂ ਫਿਰ ਗਵਰਨਮੈਂਟ ਆਫ ਇੰਡੀਆ ਨੂੰ ਹੁਣ ਜਦ ਅਸੀਂ ਪ੍ਰੈਸ਼ਰ ਪਾਇਆ ਔਰ ਅਸੀਂ ਅਨਾਊਂਸ ਕੀਤਾ, ਉਹਨਾਂ ਨੂੰ ਸ਼ੁਰੂ ਕਰਨਾ ਪਿਆ। ਫਿਰ ਡੈਟ ਰਿਲੀਫ 50,000 ਜਦੋਂ ਤਾਈਂ ਆਪਣੇ ਐਸੀ ਕਾਰਪੋਰੇਸ਼ਨ ਦੇ ਜਿਨ੍ਹਾਂ ਨੇ ਵੀ 50,000 ਤੱਕ ਲਿੱਤਾ ਸੀ, ਉਹਨਾਂ ਨੂੰ ਅਸੀਂ ਮਾਫ ਕਰ ਦਿੱਤਾ। that is gone। ਫਿਰ ਫ੍ਰੀ ਇਲੈਕਟ੍ਰਿਸਿਟੀ 200 ਯੂਨਿਟ ਆਪਣੇ ਉਹਨਾਂ ਨੂੰ ਦੇ ਰਹੇ ਸੀ। ਫਿਰ ਜੈਸੇ ਅੱਜ ਜ਼ਿਕਰ ਕੀਤਾ ਹੈ, ਡਾਕਟਰ BR ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਉਰੇ ਮੋਹਾਲੀ ਦੇ ਵਿੱਚ ਬਣ ਗਿਆ। 320 ਕਰੋੜ ਰੁਪਈਆ ਅਸੀਂ ਦੇ ਚੁੱਕੇ ਹਾਂ ਇਸ ਵਾਸਤੇ, ਫॉर इट टू बी फंक्शनल। ਫਿਰ ਇੱਕ BR ਅੰਬੇਦਕਰ ਚੇਅਰ ਇਨ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਅਸੀਂ ਇਹਨੂੰ ਸ਼ੁਰੂ ਕਰਨ ਚੱਲੇ ਹਾਂ। ਇਟ ਹੈਜ਼ ਬੀਨ ਐਸਟੈਬਲਿਸ਼ਡ, ਪੈਸੇ ਵੀ ਉਹਨਾਂ ਨੂੰ ਦੇ ਚੁੱਕੇ ਹਾਂ ਤਾਂ ਕਿ ਰਿਸਰਚ ਕਰਨ ਕਿ ਵਾਟ ਵਾਜ਼ ਇਟ ਇਨ ਦਿਸ ਮੈਨ ਜਿਨ੍ਹਾਂ ਨੇ 2000 ਇਸ ਪਿਛਲੀ ਸਦੀ ਦੇ ਸ਼ੁਰੂ ਦੇ ਵਿੱਚ ਜਦੋਂ ਕੋਈ ਪੜ੍ਹਦਾ ਵੀ ਨਹੀਂ ਸੀ, ਇਹ ਕੈਸੇ ਵਾਟ ਵਾਜ਼ ਦੇਅਰ ਇਨ ਦਿਸ ਮੈਨ, ਜਿਨ੍ਹਾਂ ਨੇ ਆਪਣੀ ਪੜ੍ਹਾਈ ਵੀ ਉਰੇ ਕੀਤੀ, ਆਪਣੇ ਅਮਰੀਕਾ 'ਚ ਵੀ 2 ਯੂਨੀਵਰਸਿਟੀ ਦੇ ਵਿੱਚੋਂ ਗਏ, UK ਦੇ ਵਿੱਚੋਂ ਲਾਅ ਡਿਗਰੀ ਲਿੱਤੀ। ਕੁਝ ਸਪੈਸ਼ਲ ਗੱਲ ਹੋਣੀ ਹੈ, there has to be something research and what was his contribution to India। ਕਈ ਚੀਜ਼ਾਂ ਨਹੀਂ ਸਾਨੂੰ ਯਾਦ ਆਉਂਦੀਆਂ, ਬਟ ਜਦੋਂ ਪੇਪਰ when that research ਜਦ ਹੋਏਗਾ, ਉਸ ਰਿਸਰਚ ਤੋਂ ਸਾਨੂੰ ਪਤਾ ਲੱਗੂ ਤਾਂ ਕਿ ਅਸੀਂ ਵੀ ਨਾ ਭੁੱਲ ਜਾਈਏ, ਨਵੀਂ ਜਨਰੇਸ਼ਨ ਨਾ ਭੁੱਲੇ। ਨਵੀਂ ਜਨਰੇਸ਼ਨ ਤਾਂ ਭੁੱਲ ਜਾਂਦੇ। ਦਿਸ ਇਜ਼ ਅਨਫੋਰਚੂਨੇਟ। IAS ਦਾ ਐਗਜ਼ਾਮ ਹੋ ਰਿਹਾ, ਕੁਝ ਸਾਲਾਂ ਦੀ ਗੱਲ ਹੈ, ਔਰ ਉਹਨਾਂ ਨੂੰ ਕਿਸੇ ਨੇ ਉਹਨਾਂ ਨੂੰ ਪੁੱਛਿਆ
कि हु वाज महात्मा गांधी एंड ही सेड इंदिरा गांधी इज फादर। ਹੁਣ these things should not be, I mean at that level अगर ये गल्लां करन लग जान तो what is, कैसे कौन याद रखूगा डॉक्टर अम्बेडकर को। That is why a chair is essential, papers are essential, research is essential, और ये research असी इन्हां वास्ते करा के देवांगे and GND was taking up this issue. Now कुछ चीज़ां मैं आज कहना चाहना है, कुछ तुसीं मंगां कीतियां ने वो आई विल लुक इनटू ऑल ऑफ देम, बट हुण जिहड़ा कुछ मेरे कोल है, एक तां जो भी साडे कोल असी इन्वेस्टमेंट करांगे 30% ऑफ दैट विल गो इनटू गवर्नमेंट स्कीम्स फॉर द एससी पॉपुलेशन। एक तां ये मैं करना चाहुंदा। We will ensure the backlog of SC vacancies in all departments will be filled up on a priority basis. कोई असी जिथे vacancies ने reserved for SCs and empty पईयां ने उन्हां नूं असी priority ते करांगे। Rural link roads ਜਿਹੜੀਆਂ ਜਾਣ ਉਹਨਾਂ ਦੇ ਬਸਤੀਆਂ ਨੂੰ we are going to spend 500 crores to construct new link roads to bastis of scheduled castes and other poor sections of society. Dairy development ਜ਼ਮੀਨਾਂ ਨਹੀਂ ਹੁੰਦੀਆਂ लेकिन डेयरी रख सकते हैं, सो वी आर गोइंग टू मोटिवेट पीपल टू टेक अप डेयरी फार्मिंग। 150 पिंडा लेवल की अवेयरनेस कैंप्स ट्रेनिंग और 9 ट्रेनिंग सेंटर्स असी एक्सटेंशन सेंटर्स दे रहे हैं ताकि उन्होंने डेयरी मैनेजमेंट और डेयरी हैंडलिंग सब कुछ सिखा सकन। डेयरी फार्मिंग अपने वास्ते दूजी फसल है, पहली तो जो धरती के विचों निकलती है अपनी कणक कुणक, और दूसरी है दुध। एंड अगर उन्होंने को जमीन नहीं एटलीस्ट वो तो कर सकते हैं। अजकल यू गैट साइलेज मिल जाती है, होर चीज़ां मिल सकती ने, सो एक रिसोर्स जनरेशन वास्ते दिस इज वॉट वी वॉन्ट टू डू। स्मार्टफोन्स हर SC स्टूडेंट को 12वीं क्लास के असी दे रहे हैं उन्होंने, पहला तो असी कर रहे थे 11वीं, नाउ वी आर गोइंग टू डू इट फ्रॉम द 12वीं। मॉडर्नाइजेशन ऑफ विलेजेस, more than 50% SC population, in order to provide further impetus to existing grants in the villages, have scheduled caste population greater than or equal to 50%। कि या तो ग्रेटर उस तो ज़्यादा हो सकती है 50 तो, या एटलीस्ट 50% तो है। स्पेशल असी एलोकेशन 100 करोड़ का कर रहे हैं फॉर दिस पर्पस उन्होंने डिवेलपमेंट वास्ते। तो ये मैं एडिशनल कुछ सजेशंस ने, एक है कि डॉक्टर BR अंबेडकर इंस्टीट्यूट ऑफ ट्रेनिंग जी असी इनू शुरू करना चाहते हैं ताकि सिविल सर्विस वास्ते जैसे अपने फौज दियाँ खोलियां ने और कई 3-4 यूनिट्स हुण अंबिका जी ने भी दी सी अपने हुशियारपुर इत्थे मोहाली दे विच ने फॉर ट्रेनिंग फॉर द डिफेंस सर्विसेज। दिस इज़ फॉर द सिविल सर्विसेज ताकि सिविल सर्विसेज दे विच असी ट्रेनिंग दे सकीए उन्होंने प्री एग्जाम एंड प्री सिलेक्शन ट्रेनिंग। हर घर दे विच पक्की छत, ये बड़ी मंग रही है साड़ी कि झुग्गियां ने बाछड़ आ जाती है, तूफान आ जाती है, लोगों के सब कुछ ही खत्म हो जाता है। ये वास्ते पक्की छत वास्ते एक सजेशन है। एंड अफोर्डेबल हाउसिंग 30% ਇਹਦਾ ਰਿਜ਼ਰਵੇਸ਼ਨ ਕਰਾਂਗੇ ਅਸੀਂ SC ਐਪਲੀਕੈਂਟਸ ਵਾਸਤੇ। ਦੈਨ ਤੁਹਾਨੂੰ ਅੱਜ ਦੱਸਿਆ ਗਿਆ ਕਿ ਡਾਕਟਰ BR ਅੰਬੇਡਕਰ ਮਿਊਜ਼ੀਅਮ एक कैंपस PTU कैंपस के कपूरथला असी पावांगे, बिकॉज ये लोगों को जाना चाहिए, उत्थे देखना चाहिए कि की कुछ आप बना रहे हैं। दैन डॉक्टर BR अंबेडकर इंस्टीट्यूट ऑफ मैनेजमेंट इन PTU कैंपस एट कपूरथला, ये भी असी कर रहे हैं। सो दे आर टू ऑफ दम कमिंग अप। हुण ये तो डॉक्टर साहब का है, पर डॉक्टर साहब अगर अज होंदे उन्होंने एक बयान होर भी देना सी कि आ जिहड़ा कुछ आपां हुण हो रहा है दुनिया जिस कोविड बिजनेस जोड़ा है चलिया हुआ है, देखो ये साढ़े अपने मुल्क ही नहीं, ये सारे मुल्कों हो रहा है। अपनी गवर्नमेंट एट द नैशनल लेवल कर रही है कोशिश टू गैट दी इंजैक्शन वगैरह जोड़ा कुछ देने ने, लेकिन पंजाब दे विच ये जिहड़ी टीका लैण का डर है ना, ये आपां नूं हटाउणा पਊ लोकां तों, ये जरूरी है। बिकॉज किसी को पता नहीं कि कितनी देर तक ये चलना है, कितने स्पाइक्स होंगे। 1918 वी हैड द स्पैनिश फ्लू हुई सी उरे दुनिया दे विच, और वो जदों अपने फौजी मुड़ के आए से यूरोप तो वो नाल लेके आए थे तो इन्फेक्शन, और 1922 तक रही, 4 साल उरे स्पैनिश फ्लू रही।
50 मिलियन पीपल, और उस जमाने च आबादी दुनिया की घट सी बहुत, ਉਹਦੇ बावजूद 50 मिलियन 5 करोड़ लोगों स्पैनिश फ्लू होया सी। सो दिस इज सेम, वी डू नॉट नो अज इत्थे की हो रहा है, वैदर ये गल किन्नी उदों 4 स्पाइक से हुण 2 सैकेंड स्पाइक दे विच चले 3 जाऊगा, 4 जाऊगा, 5 जाऊगा, आई डोंट नो। सिर्फ ये जिहड़ी जिन्हों हर्ड इम्यूनिटी करते हैं वो आपां नूं लियाउणी पेगी। वी हैव टू डू दिस इंजैक्शनस। एंड अगर डॉक्टर साहब होंदे डेफिनेटली वुड हैव बीन द फर्स्ट वन टू से कि तुसीं करवाओ, अपने टीके लगवाओ। तो ये मैं पूरे पंजाब नूं बेनती करदा, चाहे कोई भी होवे, पंजाबी होए, अपने टीके लगाओ, ये बहुत ज़रूरी है। मैं भी अपना कल सैकेंड टीका लाया सी, होरां ने भी लाए होने ने, बट वी शुड डू इट। ये ना हो लगे आपां तो बहुत एडवांस सोचण वाले लोग हैं, और दुनिया के बाकी सूबे जिहड़े साथ तो बहुत पिछोकड़ दे विच चलते आए ने, वो ही सब तो बहुत अगे निकल गए इंजैक्शन लाउंच। सब तो पिछे पंजाब आ रहा है, विच इज़ नॉट अ गुड थिंग। तो मेरी बेनती ये है कि इस मौके पर मैं ये भी अपील करदा कि प्लीज़ अपना वैक्सीनेट करो। और ये वास्ते कुछ लोग डर जाते हैं हॉस्पिटल जाने तो। देखो ये डरते हैं वो दिहाड़ीदार, तो दिहाड़ीदार जब एक बार उन्होंने कोई हो जाती है कोई गल कोविड की, फिर उन्होंने अंदर रख लेंदे ने घर च 14 दिन या जदों ताईं ठीक नहीं होंदा, नाल ही बच्चों नूं होण दा डर है सब कुछ। उन्हां वास्ते असी फूड पैकेट बना रहे हैं कि जिहड़ा भी गरीब नूं किसी नूं कोविड होवे और उन्होंने अपने घर च उन्होंने क्वारंटीन दे विच रखता होवे, असी उन्होंने फूड पैकेट देवांगे ताकि अपने बच्चों को रोटी दा खवा सकन। और वो हुण पैकेट हुण इस वेले बन रहे हैं, एंड असी जेडे डेली अनर ने, जेडे दिहाड़ीदार ने, उन्होंने घर च असी पहुँचावांगे फूड, ताकि उन्होंने डरना है। अपनी सेहत नूं ठीक रखो, अपने बच्चों की सेहत ठीक रखो। रोटी खवाना फिर साडा काम हो जाता है, और असी थोड़ी रोटी खवावांगे तुहानूं। तो ये मेरी अज बेनती सी सारिਆਂ ਨੂੰ। तुसीं जो सारे सुन रहे हो, प्लीज़ अपने पंजाब नूं आपां ने बचाउणा है, और तुसीं अपने परिवारां नूं, मित्रां नूं, दोस्तां नूं, गुआंढियां नूं सारिਆਂ नूं बचाउणा है। तो मैं आस करदा कि तुसीं इस खुशी के मौके ते जो अपने डॉक्टर साहब का 130वां जन्म दिहाड़ा है उस नूं मनाउंदे होए आ भी याद रखो कि अगर डॉक्टर साहब होंदे उन्होंने भी यही कहना सी जो मैं अज कह रहा। बहुत धन्यवाद तुहाडा सारिਆਂ दा, और सारिਆਂ ने जिन्हां ने अज हिस्सा पाया, और एक महान शख्सियत की याद दिलाउण वास्ते आपां ने अपनी गल्लां कीतियां ने। बहुत धन्यवाद। जय हिंद। ਹੁਣ ਮੈਂ ਬੇਨਤੀ ਕਰਾਂਗਾ ਰਾਜ ਕੁਮਾਰ ਚੱਬੇਵਾਲ ਜੀ MLA, ਉਹ ਆਏ ਹੋਏ ਸਾਰਿਆਂ ਦਾ ਧੰਨਵਾਦ ਕਰਦਾ। ਸਰ, ਅੱਜ ਮੈਂ ਸਾਡੇ ਦੁਨੀਆ ਦੇ ਮਹਾਨ ਫਿਲਾਸਫਰ